ਗਾਂ ਸਾਡੇ ਪੁੱਤ ਪੋਤਰੇ ਕੀ ਖਾਣਗੇ ਕੀ ਅਸੀਂ ਦੱਸਾਂਗੇ। ਮੈਂ 65 ਸਾਲ ਦਾ ਹੋ ਗਿਆ ਤੇ ਮੈਂ ਆਪਣੇ ਪੁੱਤਾਂ ਪੋਤਰਿਆਂ ਨੂੰ ਕੀ ਦੱਸੂਗਾ। ਤੋਮਰ ਖੇਤੀ ਮੰਤਰੀ ਦਾ ਬਿਆਨ ਆਇਆ ਹੁਣੇ ਸਾਹਮਣੇ। ਉਹ ਕਹਿੰਦੇ ਕਿ ਕਿਸਾਨ ਧਰਨੇ ਚੁੱਕ ਦੇਣ, ਅੰਦੋਲਨ ਖਤਮ ਕਰ ਦੇਣ, ਅਸੀਂ ਗੱਲਬਾਤ ਲਈ ਤਿਆਰ ਹਾਂ। ਕਿਉਂ ਕਾਤੇ 6 ਮਹੀਨੇ ਹੋ ਗਏ ਬੈਠਿਆਂ ਨੂੰ, ਅੱਜ ਉਹ ਕਹਿੰਦਾ ਘਰਾਂ ਨੂੰ ਚੱਲ ਜਾਣ। ਹਰਿਆਣਾ ਪੁਲਿਸ ਮੁਰਦਾਬਾਦ, ਫੜੇ ਹੋਏ ਕਿਸਾਨ ਰਿਹਾ ਕਰੋ। ਗੱਲ ਕਰਨ ਭੱਜੇ ਤਾਂ ਸਰਕਾਰ ਭੱਜੀ ਹੈ, ਟੇਬਲ ਟਾਕ ਤੋਂ ਸਰਕਾਰ ਭੱਜੀ ਹੈ, ਨਾ ਕਿ ਜਥੇਬੰਦੀ। ਜੀ ਗੱਲ ਤੋਮਰ ਸਾਹਿਬ ਜੋ ਕਹਿੰਦੇ ਆ ਜੀ ਉਹਦਾ ਕੋਈ ਅਰਥ ਨਹੀਂਗਾ, ਕਿਉਂਕਿ ਤੋਮਰ ਸਾਹਿਬ ਦੇ ਕੋਲ ਅਧਿਕਾਰ ਹੀ ਕੋਈ ਨਹੀਂ। ਸਿਰ ਮਾਰਾ ਸਿਰ ਕਰਦੇ ਚੱਲ ਜਾਣੇ ਬੈਠੇ ਕੁਰਸੀਆਂ ਤੇ, ਇਹ ਕੁਰਸੀਆਂ ਦੇ ਲੈਕ ਨਹੀਂ ਹੈ ਬੁੱਢੇ। ਕੀ ਲੱਗਦਾ ਹੈ ਕਿ ਇੱਥੇ ਇੱਕ ਦਿਨ ਧਰਨਾ ਦੇਣਾ ਚਾਹੀਦਾ ਹੈ, ਫਿਰ ਪਰਮਾਨੈਂਟ ਅੱਗੇ ਜਾਮ ਕਰੋਗੇ? ਭਾਈ ਜੀ ਸਾਡੇ ਤਾਂ ਬਹੁਤ ਬੜੇ ਇਹਦੇ ਨਾਲੋਂ ਵਿਚਾਰ ਹੈ ਵੀ ਹਾਂ ਪੱਕਾ ਹੀ ਵੀ 1 ਜਾਂ 2 ਮੀਟਿੰਗ ਕਰਾਂਗੇ ਵੱਧ ਤੋਂ ਵੱਧ। ਤੁਸੀਂ ਆਪਣਾ ਮਾਈਂਡ ਬਣਾਓ, ਫਿਰ ਅਸੀਂ ਆਵਾਂਗੇ। ਉਹਦਾ ਮਤਲਬ ਕੋਈ ਨਹੀਂ ਆ ਗਏ ਤੇ ਚੱਲ ਗਏ, ਚਾਹ ਪੀਣ ਥੋੜੀ। ਸਾਨੂੰ ਗਰਮੀ ਦਾ ਕੋਈ ਚੱਕਰ ਨਹੀਂ, ਸਾਡਾ ਤਾਂ ਕਾਨੂੰਨ ਰੱਦ ਹੋਣੇ ਚਾਹੀਦੇ ਆ। ਸਾਡਾ ਮਕਸਦ ਜਿਹੜਾ ਉਹ ਕਾਮਯਾਬ ਹੋ ਜਾਵੇ ਜੀ। ਜਿਹੜੇ ਉਪ ਰਾਸ਼ਟਰਪਤੀ ਨੇ ਜਾਂ ਉਹਨਾਂ ਦੇ ਐਕਸਪਰਟਸ ਨੇ, ਉਹਨੂੰ ਪਤਾ ਵੀ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਜਿਹੜਾ ਲੜਿਆ ਜਾਂਦਾ ਹੁੰਦਾ, ਬੜੇ ਡੂੰਘੇ ਟੋਏ ਪਾ ਦੂਗਾ ਇਹਨਾਂ ਦੀ ਆਉਣ ਵਾਲੀ ਸਿਆਸਤ ਦੇ ਵਿੱਚ। ਮੋਦੀ ਤੇਰੀ ਧੱਕੇਸ਼ਾਹੀ ਨਹੀਂ ਚਲੇਗੀ, ਕਾਲੇ ਕਾਨੂੰਨ ਵਾਪਸ ਕਰਾ ਕੇ ਰਹਾਂਗੇ। ਜਿੱਥੋਂ ਤੱਕ ਦੀਪ ਸਿੱਧੂ ਦਾ ਸਵਾਲ ਆ, ਦੀਪ ਸਿੱਧੂ ਸਾਡੇ ਇਸ ਅੰਦੋਲਨ ਦਾ ਹਿੱਸਾ ਨਹੀਂ ਰਿਹਾ। ਉਹਨੇ ਆਪਣਾ ਵੱਖਰਾ ਅੰਦੋਲਨ ਚਲਾਇਆ, ਵੱਖਰੀਆਂ ਮੰਗਾਂ ਤੇ ਚਲਾਇਆ। ਨਹੀਂਗਾ ਉਹ ਭੜਕਾਉਂਦਾ ਕਿਸਾਨਾਂ ਨੂੰ, ਪਰ ਕਿਸਾਨ ਭੜਕਦੇ ਨੇ। ਕਿਸਾਨ ਆਪਣੀ ਨਿਮਰਤਾ ਦੇ ਨਾਲ ਸਾਰਾ ਅੰਦੋਲਨ ਕਰ ਰਹੇ ਸਾਹਿਬ। ਇਹ ਜਿੰਨਾ ਉਹ ਡਰਾਉਂਦੇ ਆ ਕਿਸਾਨ ਉਹਨਾਂ ਹੀ ਗਰਮ ਹੁੰਦੇ ਆ, ਉਦੋਂ ਬਾਅਦ ਫਿਰ ਸਟੈਪ ਪਿੱਛੇ ਨੂੰ ਆਉਂਦੇ ਆ। ਰਾਖਸ਼ਾ ਨਾਲੋਂ ਇਹ ਕਿਤੇ ਇਹਦਾ ਰਾਜ ਕਿਤੇ ਘਟਿਆ, ਰਾਵਣ ਨਾਲੋਂ ਘਟਿਆ, ਔਰੰਗਜ਼ੇਬ ਨਾਲੋਂ ਘਟਿਆ, ਹਰਨਾਕਸ਼ ਨਾਲੋਂ ਘਟ। ਲੱਖਾ ਵੀ ਤਾਂ ਉੱਥੇ ਖੜਾ ਹੀ ਸੀ ਨਾ। ਮਤਲਬ ਕਿਸੇ ਨੂੰ ਪਰੇਸ਼ਾਨ ਕਰਨ ਦਾ ਮਤਲਬ ਇਹ ਹੁੰਦਾ ਸਾਡੇ ਲਈ ਕਾਨੂੰਨ, ਸਾਡੇ ਲਈ ਕੇਸ, ਸਾਡੇ ਲਈ ਗ੍ਰਿਫਤਾਰੀਆਂ, ਇਹਦਾ ਡਿਗਰੀਆਂ ਸਾਡੀਆਂ। ਕੇਂਦਰ ਸਰਕਾਰ ਦੇ ਤਿੰਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਹੈ। ਕਿਸਾਨ ਅੱਜ ਹਾਈਵੇ ਦੇ ਉੱਤੇ ਡਟੇ ਹੋਏ ਨੇ। ਇਸ ਵੇਲੇ ਅਸੀਂ KMP ਹਾਈਵੇ ਦੇ ਉੱਤੇ ਖੜੇ ਹੋਏ ਹਾਂ। ਇੱਥੇ ਸਵੇਰੇ 8 ਵਜੇ ਤੋਂ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ। ਉਹਨਾਂ ਨੇ ਐਲਾਨ ਕੀਤਾ ਹੈ ਕਿ 24 ਘੰਟੇ ਲਈ ਇੱਥੇ ਜਾਮ ਕੀਤਾ ਜਾਊਗਾ। ਤੁਸੀਂ ਮੇਰੇ ਮਗਰ ਤਸਵੀਰਾਂ ਦੇਖ ਸਕਦੇ ਹੋ। ਸਾਹਮਣੇ ਜਿਹੜੀ ਇੱਥੇ ਸਟੇਜ ਦੀ ਕਾਰਵਾਈ ਵੀ ਚੱਲ ਰਹੀ ਹੈ, ਕਿਸਾਨ ਵੀ ਇੱਥੇ ਡਟੇ ਹੋਏ ਨੇ ਤੇ ਲਗਾਤਾਰ ਉਹ ਇੱਥੇ ਤਿੰਨਾਂ ਖੇਤੀ ਕਾਨੂੰਨਾਂ ਦਾ ਜਿਹੜਾ ਹੈਗਾ ਉਹ ਵਿਰੋਧ ਕਰ ਰਹੇ ਨੇ। ਤੁਹਾਨੂੰ ਭੈਣਾਂ ਨੇ ਜਿਨ੍ਹਾਂ ਛੱਡੀਆਂ ਵਿੱਚ ਪੜਾਈਆਂ, ਤੁਹਾਨੂੰ ਬੱਚੀਆਂ ਨੇ ਜਿਹੜੀਆਂ ਖੇਡਾਂ ਨਾਲ। ਤੁਹਾਨੂੰ ਦੱਸ ਦਈਏ ਕਿ ਕੇਂਦਰ ਦੇ 3 ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ KMP ਉੱਤੇ ਜਾਮ ਲਾਇਆ ਹੋਇਆ ਹੈ। ਕਿਸਾਨ KGP KMP ਦੇ 0 ਪੁਆਇੰਟ ਤੇ KMP ਦੇ ਟੋਲ ਉੱਤੇ ਡਟੇ ਹੋਏ ਨੇ। ਕਿਸਾਨਾਂ ਨੇ ਐਕਸਪ੍ਰੈਸ ਵੇ ਦੇ ਦੋਹਾਂ ਰਸਤਿਆਂ ਨੂੰ ਬੰਦ ਕਰ ਦਿੱਤਾ, ਕਿਸੇ ਵੀ ਵਾਹਨ ਨੂੰ ਲੰਘਣ ਦਿੱਤਾ ਗਿਆ। ਹਾਲਾਂਕਿ ਐਮਰਜੈਂਸੀ ਸੇਵਾ ਜਿਹੜੀ ਸੀ ਉਸ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਗਈ। ਕਿਸਾਨ ਸਵੇਰੇ 8 ਵਜੇ ਤੋਂ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਤੋਂ ਬਾਅਦ ਮੂਰਥਲ ਤੇ ਗਨੌਰ ਦੇ ਵਿੱਚ ਭਾਰੀ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ। ਕਿਸਾਨਾਂ ਨੇ ਐਤਵਾਰ ਸਵੇਰੇ 8 ਵਜੇ ਤੱਕ ਮਾਰਗ ਬੰਦ ਕਰਨ ਦਾ ਐਲਾਨ ਕੀਤਾ ਸੀਗਾ। ਮਾਰਗ ਬੰਦ ਕਰਨ ਤੋਂ ਬਾਅਦ ਉਹਨਾਂ ਨੇ ਇੱਥੇ ਹੀ ਖਾਣਾ ਖਾਧਾ, ਦੁਪਹਿਰ ਦਾ, ਰਾਤ ਦਾ ਵੀ ਖਾਣਾ ਹੁਣ ਇੱਥੇ ਹੀ ਖਾਣਗੇ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਕੁੰਡਲੀ ਮੇਵਾਤ ਪਲਵਲ ਹਾਈਵੇ ਉੱਤੇ ਕਈ ਥਾਈਂ ਕਿਸਾਨਾਂ ਨੂੰ ਧਰਨਾ ਸਥਾਨ ਤੋਂ ਜ਼ਬਰਦਸਤੀ ਹਟਾ ਦਿੱਤਾ ਹੈ ਤੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ। ਸੋ ਤਸਵੀਰਾਂ ਤੁਹਾਨੂੰ ਅਸੀਂ KMP ਮਾਰਗ ਦੀਆਂ ਦਿਖਾ ਰਹੇ ਹਾਂ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਹਮਦਰਦ TV ਦੇ ਉੱਤੇ। ਬਹੁਤ ਵੱਡੇ ਲੀਡਰ ਸਾਡੇ ਯੂਥ ਮੋਰਚੇ ਦੇ, ਦੇਖੋ ਕਿੰਨਾ ਸਰੀਨਾ ਬੈਠੇ ਨੇ, ਕਹਿੰਦੇ ਜਲਵਾਰੀ ਆਊਗੀ ਜਦ ਸਹੀ। ਸੋ ਹਰਮੀਤ ਕਾਦੀਆਂ ਕਿਸਾਨ ਆਗੂ ਜੋ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ, ਕਿਉਂਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਸਾਹਮਣੇ ਆਇਆ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਨੂੰ ਖਤਮ ਕਰ ਦੇਣ, ਅਸੀਂ ਗੱਲਬਾਤ ਲਈ ਤਿਆਰ ਹਾਂ। ਉਸ ਤੋਂ ਬਾਅਦ ਗੱਲਬਾਤ ਅੱਗੇ ਚੜ ਸਕਦੀ ਹੈ। ਪਰ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਹੈ ਕਿ ਗੱਲਬਾਤ ਤਾਂ ਹੀ ਨੇਪਰੇ ਚੜੂਗੀ ਜੇ ਕੇਂਦਰ ਸਰਕਾਰ ਪਹਿਲ ਕਰਦੀ ਹੈ। ਅਸੀਂ ਅੰਦੋਲਨ ਉਦੋਂ ਤੱਕ ਖਤਮ ਨਹੀਂ ਕਰਾਂਗੇ ਜਦੋਂ ਤੱਕ ਕੇਂਦਰ ਦੇ ਤਿੰਨੇ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਉਹ ਰੱਦ ਨਹੀਂ ਹੁੰਦੇ। ਹਰਮੀਤ ਸਿੰਘ ਕਾਦੀਆਂ ਨੇ ਕੀ ਕੁਝ ਕਿਹਾ, ਸਭ ਤੋਂ ਪਹਿਲਾਂ ਸੁਣੋ। ਪਹਿਲੀ ਗੱਲ ਤਾਂ ਜੇ ਕਾਨੂੰਨ ਬਿਲਕੁਲ ਠੀਕ ਨੇ, ਫਿਰ ਸੋਧਾਂ ਤੇ ਕਿਵੇਂ ਆ ਗਏ ਭਾਰਤ ਸਰਕਾਰ? ਤੇ ਜਿਹੜੇ ਖੁਸ਼ ਨੇ ਕਿਸਾਨ ਉਹ ਉਹਨਾਂ ਦੇ ਦਾਇਰੇ ਦੇ ਵਿੱਚ ਹੋਣਗੇ, AC ਕਮਰਿਆਂ ਦੇ ਬੈਠੇ ਹੋਏ। ਜਿਹੜੇ ਭਾਰਤ ਪੂਰੇ ਘੁੰਮ ਕੇ ਦੇਖਣ, ਇਹ ਅੰਦੋਲਨ ਇਕੱਲਾ ਹੁਣ ਪੰਜਾਬ, ਹਰਿਆਣਾ, UP, ਰਾਜਸਥਾਨ ਦਾ ਨਹੀਂ ਰਹਿ ਗਿਆ, ਪੂਰੇ ਭਾਰਤ ਚਲੇ ਜਾ ਚੁੱਕੇ ਆ। ਸਾਰੇ ਕਿਸਾਨ, ਆਮ ਵਰਗ ਵੀ ਇਸ ਨਾਲ ਜੁਆਇੰਟ ਹੋ ਗਿਆ। ਜ਼ਰੂਰ ਇਹ ਜਥੇਬੰਦੀਆਂ ਨੇ ਅੰਦੋਲਨ ਸ਼ੁਰੂ ਕੀਤਾ ਸੀ, ਪਰ ਅੱਜ ਆਮ ਅੰਦੋਲਨ ਬਣ ਚੁੱਕਿਆ ਤੇ ਸਾਰੇ ਇਸ ਕਾਨੂੰਨਾਂ ਦੇ ਉਲਟ ਨੇ, ਕਿਉਂਕਿ ਇਹਦਾ ਅਸਰ ਕੱਲਾ ਕਿਸਾਨਾਂ ਤੇ ਪੈਂਦਾ। ਜੇ ਐਸੈਂਸ਼ੀਅਲ ਗੁੱਡਸ ਐਕਟ ਦਾ ਪੈਂਦਾ ਤੇ ਨਾਲ ਨਾਲ ਖਪਤਕਾਰ ਤੇ ਵੀ ਪੈਂਦਾ। ਖਪਤਕਾਰ ਤੇ ਜੇ ਵੱਡੀ ਕੰਪਨੀਆਂ ਕੰਮ ਕਰਨਗੀਆਂ ਤਾਂ ਉਹਦੇ ਥੱਲੇ ਆ ਕੇ ਵੱਡੀ ਕੰਪਨੀਆਂ ਮਹਿੰਗੇ ਭਾਅ ਤੇ ਆਟਾ ਦੇਣਗੀਆਂ। ਜਿਨ੍ਹਾਂ ਨੇ 20-25 ਰੁਪਏ ਕਿਲੋ ਆਟੇ ਦੀ ਜਗ੍ਹਾ 150 ਰੁਪਏ ਕਿਲੋ ਆਟਾ ਖਰੀਦਣਾ, ਉਹ ਇਹਨਾਂ ਕਾਨੂੰਨਾਂ ਨੂੰ ਮੰਨ ਸਕਦੇ ਆ। ਦੂਜੇ ਲੋਕ, ਆਮ ਲੋਕ ਨਹੀਂ ਇੰਨਾ ਖਰਚਾ ਅਫੋਰਡ ਕਰਦੇ, ਨਾ ਇਹਨਾਂ ਕਾਨੂੰਨਾਂ ਨੂੰ ਮੰਨਣ।
ਤੇ ਜਿਹੜੀ ਉਹ ਕਹਿੰਦੇ ਆ ਵੀ ਇਹ ਇੱਕ ਮਿੰਟ ਦੀ ਕਾਲ ਕਹਿ ਰਹੇ ਸੀ ਪਰ ਸਾਡੇ ਪ੍ਰਧਾਨ ਮੰਤਰੀ, ਉਹ ਹੁਣ ਕਹਿ ਰਹੇ ਆ ਵੀ ਸਾਡੀ ਕਾਲ ਲਈ ਤਿਆਰ ਆ। ਅਸੀਂ ਕਦੀ ਇਹ ਗੱਲਬਾਤ ਤੋਂ ਭੱਜੇ ਨਹੀਂ। ਅਸੀਂ ਜੇ ਇੱਥੇ ਆਏ ਆ ਸਰਕਾਰ ਨਾਲ ਗੱਲ ਕਰਨੀ ਆਏ ਆ, ਸਰਕਾਰ ਨਾਲ ਗੱਲ ਕਰਨ ਵੇ ਮੀਟਿੰਗ ਕਰਨ ਵਾਸਤੇ ਆਏ ਆ। ਕਦੀ ਮੀਟਿੰਗ ਦੀ ਅੱਜ ਤੱਕ ਠੁਕਰਾਈ ਨਹੀਂ, ਨਾ ਸੰਯੁਕਤ ਮੋਰਚੇ ਨੇ ਨਾ ਕਿਸੇ ਜਥੇਬੰਦੀਆਂ ਨੇ ਠੁਕਰਾਈ ਹੈ। ਗੱਲ ਕਰਨ ਭੱਜੇ ਤਾਂ ਸਰਕਾਰ ਭੱਜੀ ਹੈ, ਟੇਬਲ ਟਾਕ ਤੋਂ ਸਰਕਾਰ ਭੱਜੀ ਹੈ, ਨਾ ਕਿ ਜਥੇਬੰਦੀ। ਅੱਜ ਕੇਐਮਪੀ ਜਾਮ ਕਰਨ ਦਾ ਤੁਸੀਂ ਐਲਾਨ ਕੀਤਾ ਜੀ, ਐਲਾਨ ਚੱਲ ਵੀ ਰਹੇਗਾ ਉਹ ਜਾਮ, ਔਰ ਉਸੇ ਦਿਨ ਦੇ ਵਿੱਚ ਇਹ ਬਿਆਨ ਆਉਂਦਾ, ਲੱਗਦਾ ਹੈ ਕਿ ਇਸ ਕੇਐਮਪੀ ਜਾਮ ਦਾ ਅਸਰ ਸਰਕਾਰ ਤੇ ਦੇਖਣ ਨੂੰ ਮਿਲ ਰਿਹਾ। ਬਿਲਕੁਲ ਜੀ, ਅੱਜ ਤੋਂ ਪਹਿਲਾਂ ਜੇ ਇਸ ਗੱਲ ਤੇ ਨਹੀਂ ਕੋਈ ਬਿਆਨ ਆ ਰਿਹਾ ਸੀ, ਇਹਨਾਂ ਦੀ ਇਲੈਕਟੋਰਲ ਪੋਲਿਟਿਕਸ ਚੱਲ ਰਹੀ ਸੀ, 5 ਸਟੇਟ ਦੇ ਵਿੱਚ ਇਲੈਕਸ਼ਨ ਚੱਲ ਰਹੀ ਸੀ, ਉਧਰ ਧਿਆਨ ਸੀ। ਜੇ ਕੇਐਮਪੀ ਬੰਦ ਕਰਨ ਦਾ ਮੇਨ ਮਕਸਦ ਹੀ ਸੀ ਵੀ ਘੱਟੋ ਘੱਟ ਜਿਹੜੀ ਸਰਕਾਰ ਆ ਇਧਰ ਧਿਆਨ ਦੇਵੇ ਵੀ ਜਿਹੜੇ ਕਿਸਾਨ 4.5 ਮਹੀਨੇ ਤੋਂ ਬੈਠੇ ਆ ਅੰਦੋਲਨ ਤਿੰਨੇ ਬਾਰਡਰ ਟਿਕਰੀ ਦੇ ਸਿੰਘੂ ਤੇ ਜਾਂ ਗਾਜ਼ੀਪੁਰ ਤੇ ਇਹਨਾਂ ਵੱਲ ਧਿਆਨ ਕੀਤਾ ਜਾਵੇ। ਉਹਦਾ ਕੇਂਦਰਿਤ ਕਰਨ ਨੂੰ ਇਹ ਕੀਤਾ ਸੀ। ਸਾਨੂੰ ਕੋਈ ਸ਼ੌਕ ਨਹੀਂ ਸੜਕਾਂ ਤੇ ਬੈਠਣ ਦਾ, ਨਾ ਕਿਸੇ ਬੰਦ ਕਰਨ ਦਾ। ਸਾਨੂੰ ਵੀ ਪਤਾ ਦੇਸ਼ ਦੀ ਤਰੱਕੀ ਦੇ ਵਿੱਚ ਖਾਰ ਪੈਂਦੀ ਹੈ ਜੇ ਸੜਕ ਦੇ ਉੱਤੇ ਬੈਠਦੇ ਆ, ਪਰ ਜਦੋਂ ਗੱਲ ਨਹੀਂ ਸੁਣੀ ਜਾਂਦੀ ਤਾਂ ਡੈਮੋਕ੍ਰੈਟਿਕ ਵੇ ਨਾਲ ਜਿਹੜਾ ਵੀ ਢੰਗ ਵਰਤਿਆ ਜਾਵੇ ਸ਼ਾਂਤਮਈ ਤਰੀਕੇ ਨਾਲ, ਉਹ ਅਸੀਂ ਵਰਤਦੇ ਹਾਂ। ਕਾਜ਼ੀ ਸਾਹਿਬ, ਕੁੰਡਲੀ ਮੇਵਾਤ ਤੇ ਪਲਵਲ ਹਾਈਵੇ ਦੇ ਉੱਤੇ ਕਿਸਾਨਾਂ ਨੂੰ ਜ਼ਬਰਦਸਤੀ ਉਠਾ ਦਿੱਤਾ ਗਿਆ, ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹਰਿਆਣਾ ਪੁਲਿਸ ਵੱਲੋਂ, ਕਿਵੇਂ ਦੇਖਦੇ ਹੋ? ਇਹ ਜਿਹੜੀ ਹਰਕਤ ਉੱਤੇ ਹੋਈ ਆ ਉਹਦੇ ਤੇ ਹੁਣ ਐਸਕੇਐਮ ਦੀ ਮੀਟਿੰਗ ਹੋਊਗੀ। ਐਸਕੇਐਮ ਦਾ ਪੀਸੀ ਜਾਂ ਕੋਈ ਪ੍ਰੈਸ ਬਿਆਨ ਜਿਹੜਾ ਵੀ ਐਸਕੇਐਮ ਵੱਲੋਂ ਕੀਤਾ ਜਾਊਗਾ। ਮੈਂ ਇੰਡੀਵਿਜੂਅਲੀ ਉਹ ਤੇ ਇਨਵੋਲਵ ਨਹੀਂ ਹੈ, ਪਰ ਮੈਨੂੰ ਲੱਗਦਾ ਵੀ ਜੇ ਉਹ ਨਾ ਛੱਡੇ ਗਏ ਤਾਂ ਇਹ ਜਿਹੜਾ 24 ਘੰਟੇ ਦਾ ਸਾਡਾ ਜਾਮ ਹੈ ਇਹਦਾ ਟਾਈਮ ਵੀ ਵੱਧ ਸਕਦੀ ਹੈ। ਕੱਲ ਲੱਖੇ ਸਿਧਾਣਾ ਦਾ ਵੱਡਾ ਕਾਫਲਾ ਸੰਗਰੂਰ ਤੋਂ ਚੱਲਿਆ ਸੀਗਾ, ਹਰੇ ਗੱਡੀ ਉੱਤੇ ਪੋਸਟਰ ਵੀ ਲੱਗੇ ਸੰਦੀਪ ਸਿੱਧੂ ਲੱਖੇ ਸਿਧਾਣੇ ਦੇ, ਅੱਜ ਇੱਥੇ ਨਜ਼ਰ ਹੀ ਨਹੀਂ ਆਇਓ। ਬਿਲਕੁਲ ਉਹਨਾਂ ਦੀ ਗੱਲ ਆ ਜੀ, ਜਿਨ੍ਹਾਂ ਬਾਰੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਉਹ ਆਪਣਾ ਜਵਾਬ ਆਪ ਦੇਣ ਇੱਥੇ, ਕਿਉਂਕਿ ਸਾਡੀ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਸੀ, ਅਸੀਂ ਇਸ ਪ੍ਰੋਗਰਾਮ ਤੇ ਟੱਲ ਬੈਠੇ ਆ ਤੇ ਸਵੇਰੇ 8 ਵਜੇ ਤੱਕ ਰਹਾਂਗੇ। ਜੇ ਪਰ ਸਾਡੇ ਉਹ ਸਿਰ ਸਾਥੀ ਜਿਹੜੇ ਫੜੇ ਗਏ ਨੇ ਤੇ ਜੇ ਉਹ ਨਹੀਂ ਫੜੇ ਜਾਂਦੇ ਤਾਂ ਅਸੀਂ ਸ਼ਾਇਦ ਇਸ ਪ੍ਰੋਗਰਾਮ ਦਾ ਸ਼ਾਮ ਤੱਕ ਅਸੀਂ ਵਾਧਾ ਵੀ ਕਰਦੇ ਹਾਂ। ਸੋ ਜਿਹੜਾ ਮੰਤਰੀ ਵੱਲੋਂ ਕਿਹਾ ਜਾ ਰਿਹਾ ਕਿ ਜੀ ਪਹਿਲਾਂ ਨਾ ਅੰਦੋਲਨ ਨੂੰ ਸਥਗਿਤ ਕਰ ਦਿਓ, ਅੰਦੋਲਨ ਨੂੰ ਸਸਪੈਂਡ ਕਰ ਦਿਓ, ਉਹ ਤੋਂ ਬਾਅਦ ਆਪਾਂ ਆ ਕੇ ਗੱਲਬਾਤ ਕਰਦੇ ਹਾਂ ਔਰ ਤੁਹਾਡੀਆਂ ਗੱਲਾਂ ਬਾਤਾਂ ਮੰਨੀਆਂ ਜਾਣਗੀਆਂ, ਇਸ ਬਿਆਨ ਨੂੰ ਕਿੱਦਾਂ ਦੇਖ ਰਹੇ ਹੋ? ਉਹ ਅੰਦੋਲਨ ਤੋਂ ਤੰਗ ਆ ਚੁੱਕੇ ਨੇ, ਕਿਉਂਕਿ ਅੰਦੋਲਨ ਇੱਕ ਸ਼ਾਂਤਮਈ ਦਰਿਆ ਬਣ ਚੁੱਕਿਆ। ਸ਼ਾਂਤਮਈ ਦਰਿਆ ਬਹੁਤ ਡੂੰਘਾ ਵਗਦਾ ਹੁੰਦਾ, ਕਿਨਾਰੇ ਭੰਦੇ ਜਾ ਰਿਹਾ ਬੀਜੇਪੀ ਤੇ ਸੈਂਟਰ ਸਰਕਾਰ ਦਾ। ਜਦੋਂ ਇਹ ਦਰਿਆ ਸੁੱਕੂਗਾ ਤੁਹਾਨੂੰ ਸਾਹਮਣੇ ਪਤਾ ਲੱਗੂਗਾ ਵੀ ਕੀ ਕੁਛ ਇਹਨਾਂ ਦਾ ਗਵਾ ਚੁੱਕੇ ਨੇ ਉਹ। ਇਸ ਕਰਕੇ ਜਿਹੜੇ ਉਪ ਰਾਸ਼ਟਰਪਤੀ ਨੇ ਜਾਂ ਉਹਨਾਂ ਦੇ ਐਕਸਪਰਟਸ ਨੇ ਉਹਨੂੰ ਪਤਾ ਵੀ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਜਿਹੜਾ ਲੜਿਆ ਜਾਂਦਾ ਹੁੰਦਾ ਬੜੇ ਡੂੰਘੇ ਟੋਏ ਪਾ ਦੂਗਾ ਇਹਨਾਂ ਦੀ ਆਉਣ ਵਾਲੀ ਸਿਆਸਤ ਦੇ ਵਿੱਚ। ਇਹਨਾਂ ਨੂੰ ਗੱਲ ਪਹਿਲਾਂ ਹੀ ਕਰ ਲੈਣੀ ਚਾਹੀਦੀ ਸੀ, ਜੇ ਹਾਲੇ ਵੀ ਕਰ ਲੈਣ ਤਾਂ ਚੰਗੇ। ਇਸ ਧਰਨੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਵੀ ਪੁੱਜੀਆਂ ਹੋਈਆਂ ਨੇ, ਬੱਚੇ ਛੋਟੇ ਆਏ ਹੋਏ ਨੇ, ਬਜ਼ੁਰਗ ਵੀ ਆਏ ਹੋਏ ਨੇ, ਨੌਜਵਾਨ ਵੀ ਆਏ ਹੋਏ ਨੇ, ਬੀਬੀਆਂ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਮਾਤਾ ਜੀ ਸਤਿ ਸ਼੍ਰੀ ਅਕਾਲ, ਕਿੱਥੋਂ ਆਏ ਹੋ? ਅਸੀਂ ਨਵਾਂ ਸ਼ਹਿਰ ਤੇ ਆਏ ਆ ਜਿਹੜੀਆਂ ਤੋਮਰ ਨਰਿੰਦਰ ਅਹਿਮਦ ਸ਼ਾਹ ਗੱਲਾਂ ਕਰਦੇ ਆ ਕੁਰਸੀਆਂ ਤੇ ਬੈਠੇ, ਅੱਤਵਾਦੀ ਕਿਸਾਨਾਂ ਨੂੰ ਕਹਿੰਦੇ ਅੱਤਵਾਦੀ ਇਹ ਆਪ ਆ। ਕਿੱਡਾ ਵੱਡਾ ਜ਼ੁਲਮ ਕਮਾਇਆ ਇਹ ਧਰਤੀ ਦੇ ਉੱਤੇ, ਕਿਸਾਨਾਂ ਦੀ ਰੋਟੀ ਖੋ ਰਿਹਾ, ਬੜੇ ਬੜਿਆਂ ਨੂੰ ਸਭ ਕੁਝ ਦਵਾ ਰਿਹਾ। ਤੁਸੀਂ ਇਹ ਸੋਚੋ ਰਾਖਸ਼ਾ ਨਾਲੋਂ ਇਹ ਕਿਤੇ ਇਹਦਾ ਰਾਜ ਕਿਤੇ ਘਟਿਆ, ਰਾਵਣ ਨਾਲੋਂ ਘਟਿਆ, ਔਰੰਗਜ਼ੇਬ ਨਾਲੋਂ ਘਟਿਆ, ਹਰਨਾਕਸ਼ ਨਾਲੋਂ ਘਟਿਆ, ਚੰਦੂ ਨਾਲੋਂ ਘਟਿਆ ਜ਼ੁਲਮੀ, ਗੰਗੂ ਨਾਲੋਂ ਘਟਿਆ ਜ਼ੁਲਮੀ। ਇਹ ਬਾਹਮਣ ਹੋ ਕੇ ਇਹਨਾਂ ਜ਼ੁਲਮ ਸਾਰੀ ਪ੍ਰਜਾ ਤੇ ਕਰ ਰਿਹਾ, ਇਹਨੂੰ ਸੰਸਾਰ ਦੇ ਵਿੱਚ ਕਿਸੇ ਨੇ ਬਖਸ਼ਣਾ ਨਹੀਂ ਹੈ। ਮਾਤਾ ਜੀ, ਨਰਿੰਦਰ ਸਿੰਘ ਤੋਮਰ ਖੇਤੀ ਮੰਤਰੀ ਦਾ ਬਿਆਨ ਆਇਆ ਹੁਣੇ ਸਾਹਮਣੇ, ਉਹ ਕਹਿੰਦੇ ਕਿ ਕਿਸਾਨ ਧਰਨੇ ਚੁੱਕ ਦੇਣ, ਅੰਦੋਲਨ ਖਤਮ ਕਰ ਦੇਣ, ਅਸੀਂ ਗੱਲਬਾਤ ਲਈ ਤਿਆਰ ਹਾਂ। ਕਿਉਂ ਕਾਹਤੇ 6 ਮਹੀਨੇ ਹੋ ਗਏ ਬੈਠਿਆਂ ਨੂੰ, ਅੱਜ ਉਹ ਕਹਿੰਦਾ ਘਰਾਂ ਨੂੰ ਚੱਲ ਜਾਣ, ਮਗਰੋਂ ਕਹਿੰਦੇ ਪੁੱਛਣਾ ਅੱਜ ਨਹੀਂ ਦੁਨੀਆ ਬੈਠੀ ਤਾਂ ਨਹੀਂ ਪੁੱਛਦੇ, ਅੱਜ ਕਹਿੰਦੇ ਪੁੱਛਣਾ ਇਹਨਾਂ ਨੂੰ। ਪਰ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਕਹਿੰਦੇ ਕੁਝ ਕਿਸਾਨ ਹੈਗੇ ਨੇ ਜਿਹੜਾ ਵਿਰੋਧ ਕਰ ਰਹੇ ਨੇ, ਬਾਕੀ ਬਹੁਤ ਸਾਰੇ ਕਿਸਾਨ ਖੁਸ਼ ਹੈਗੇ ਨੇ ਕਾਨੂੰਨਾਂ ਕਰਕੇ। ਕੋਈ ਖੁਸ਼ ਨਹੀਂ ਹੈ, ਬੱਚਾ ਵੀ ਕਹਿੰਦਾ ਮੋਦੀ ਮਰ ਗਿਆ, ਮੋਦੀ ਮਰ ਗਿਆ। ਫਿਰ ਉਹ ਕਿਹੜੇ ਕਿਸਾਨ ਨੇ ਜਿਨ੍ਹਾਂ ਨਾਲ ਕੇਂਦਰ ਦੇ ਮੰਤਰੀ ਬੈਠਕਾਂ ਕਰ ਰਹੇ ਨੇ? ਸਿਰ ਮਾਰਾ ਸਿਰ ਕਰਦੇ ਚੱਲ ਜਾਣੇ ਬੈਠੇ ਕੁਰਸੀਆਂ ਤੇ, ਇਹ ਕੁਰਸੀਆਂ ਦੇ ਲੈਕ ਨਹੀਂ ਹੈ, ਬੁੱਢੇ ਆ 50 ਸਾਲ ਤੋਂ 60 ਸਾਲ ਤੋਂ 65 ਸਾਲ ਤੋਂ ਉੱਤੇ ਨੌਕਰੀ ਤੋਂ ਅਸੀਂ ਇਹਨਾਂ ਨੂੰ ਰਿਟਾਇਰਮੈਂਟ ਕਰ ਦਿੰਦੇ ਆ। ਇਹ ਬੁੱਢੇ ਕੁਰਸੀਆਂ ਤੇ ਬੈਠਦੇ ਆ, ਇਹਨਾਂ ਦੇ ਇਹ ਹੈਗੇ ਆ ਜੇ ਹੁਣ ਰਾਜੇ ਹੁੰਦੇ ਪ੍ਰਜਾ ਦੇ ਵਾਸਤੇ ਸੁੱਖ ਵਾਸਤੇ, ਰਾਜੇ ਜ਼ੁਲਮ ਕਰਨ ਵਾਸਤੇ ਨਹੀਂ ਹੁੰਦੇ। ਮਾਤਾ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਕੀ ਨਾਮ ਜੀ, ਕਿੱਥੋਂ ਆਏ ਤੁਸੀਂ? ਮੰਮਣ ਕਹਿ ਦੋ, ਤਰਨਤਾਰਨ ਮੰਮਣ ਕੇ। ਤਰਨਤਾਰਨ ਤੋਂ ਵੱਡੀ ਗਿਣਤੀ ਵਿੱਚ ਜਿਹੜੀ ਬੀਬੀਆਂ ਹੈਗੀਆਂ ਉਹਨਾਂ ਦੀ ਵੀ ਸ਼ਮੂਲੀਅਤ ਇਸ ਧਰਨੇ ਵਿੱਚ ਵੱਧਦੀ ਜਾ ਰਹੀ ਹੈ,
ਕੇਂਦਰ ਸਰਕਾਰ ਹਾਲੇ ਤੱਕ ਲੋਟ ਨਹੀਂ ਆ ਰਹੀ, ਕਹਿੰਦੀ ਕਿ ਅੰਦੋਲਨ ਖਤਮ ਕਰ ਦਿਓ, ਅਸੀਂ ਤਾਂ ਗੱਲਬਾਤ ਕਰਾਂਗੇ। ਅੱਜ ਖੇਤੀ ਮੰਤਰੀ ਦਾ ਬਿਆਨ ਆਉਂਦਾ ਸਾਹਮਣੇ। ਅੰਦੋਲਨ ਕਿਵੇਂ ਖਤਮ ਹੋ ਜਾਊਗਾ ਜਿੰਨਾ ਚਿਰ ਆਪਣੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਹੁਣ ਜੇ ਕੱਲ ਮੰਗਾ ਮੰਨ ਜੇ ਤਾਂ ਅੱਜ ਅੰਦੋਲਨ ਖਤਮ ਕਰ ਦਈਏ। ਅਜੇ ਤਾਂ ਹੁਣ ਆਪਾਂ ਜਾਣਾ ਵਿਧਾਨ ਸਭਾ ਜਾਣਾ ਹੈ 15 ਤਰੀਕ 14 ਤਰੀਕ ਨੂੰ ਉੱਥੇ ਵਾ ਜਾਣਾ ਹਾਂ। ਉੱਥੇ ਜਾ ਕੇ ਅਜੇ ਮੰਗਾ ਮੰਗ ਲੂਗਾ ਤਾਂ ਆਪਾਂ ਸਹਿਮਤੀ ਕਰ ਲਾਂਗੇ, ਨਾ ਮੰਗਾ ਮੰਗੂ ਕੋਈ ਸਹਿਮਤੀ ਨਹੀਂ ਹੈਗੀ ਅਜੇ ਤੱਕ। ਕਾਨੂੰਨ ਰੱਦ ਕਰੂਗਾ, ਸਭ ਕੁਝ ਕਰੂਗਾ, ਫੇਰ ਕੰਮ ਕਿਸਾਨਾਂ ਨੂੰ ਕਾਫੀ ਸੰਘਰਸ਼ ਕਰਨਾ ਪੈ ਰਿਹਾ, ਪਰਿਵਾਰਾਂ ਨੂੰ ਵੀ ਕਾਫੀ ਸੰਘਰਸ਼ ਕਰਨਾ ਪੈ ਰਿਹਾ। 7 ਮਹੀਨੇ ਹੋ ਗਏ ਲਗਭਗ, 3 ਮਹੀਨੇ ਪੰਜਾਬ ਵਿੱਚ ਹੋ ਗਏ, 4 ਮਹੀਨੇ ਇੱਥੇ ਬੈਠਿਆਂ ਨੂੰ ਹੋ ਗਏ। ਹੁਣ ਤੱਕ ਤੁਸੀਂ ਕਦੇ ਇਹ ਤਾਂ ਨਹੀਂ ਸੋਚਿਆ ਕਿ ਲੰਮਾ ਸੰਘਰਸ਼ ਚੱਲਦਾ ਹੈ ਕਿ ਚਲੋ ਘਰੇ ਹੀ ਚੱਲਦੇ ਆ, ਇੱਥੇ ਗਰਮੀ ਹੋ ਗਈ ਵੱਧ ਕੇ ਕੀ ਬਹਿ ਕੇ ਕਰਨਾ? ਬਿਲਕੁਲ ਕੋਈ ਗਰਮੀ ਜੇ ਇੰਨੀ ਠੰਡ ਚੱਲ ਸਕਦੇ ਆ ਨਾ, ਗਰਮੀ ਵੀ ਚੱਲ ਸਕਦੇ ਆ। ਕਿਸਾਨ ਦੇ ਪੁੱਤ ਵਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਧੀਆਂ ਵਾਂ ਹਿਸਾਬ ਨਾਲ। ਕੋਈ ਗਰਮੀ ਨਹੀਂ, ਕੋਈ ਸਰਦੀ ਨਹੀਂ ਲੱਗਦੀ। ਫਿਰ ਇਹ ਗੱਲਾਂ ਕੇਂਦਰ ਸਰਕਾਰ ਕਿਉਂ ਨਹੀਂ ਸਮਝਦੀ? ਕੇਂਦਰ ਦੇ ਕੰਨ ਬੰਦ ਹੋਏ ਆ। ਮੋਦੀ ਸੁੱਤਾ ਪਿਆ, ਮਰਿਆ ਪਿਆ ਮੋਦੀ। ਉਹਨੂੰ ਸੁਣਦਾ ਸਭ ਕੁਝ ਹੀ ਆ ਪਰ ਕਰਦਾ ਕੁਝ ਨਹੀਂਗਾ। ਉਹ ਭੜਕਾਉਂਦਾ ਕਿਸਾਨਾਂ ਨੂੰ, ਪਰ ਕਿਸਾਨ ਭੜਕਦੇ। ਕਿਸਾਨ ਆਪਣੀ ਨਿਮਰਤਾ ਦੇ ਨਾਲ ਸਾਰਾ ਅੰਦੋਲਨ ਕਰ ਰਹੇ ਹਿਸਾਬ ਨਾਲ। ਇਹਨਾਂ ਨੂੰ ਤੁਸੀਂ ਇਕੱਲੇ ਹੀ ਆਏ ਹੋ, ਬੱਚੇ ਪਰਿਵਾਰ ਵੀ ਨਾਲ ਲੈ ਕੇ ਆਏ ਹੋ? ਅਸੀਂ ਪਹਿਲਾਂ ਬੇਟਾ ਹੋ ਕੇ ਗਿਆ ਮੇਰਾ, ਹੁਣ ਮੈਂ ਆਪ ਆਈ ਹਾਂ। ਫਿਰ ਬਾਅਦ ਵਿੱਚ ਮੇਰੇ ਘਰ ਵਾਲਾ ਆਉਣਗੇ 14 ਤਰੀਕ ਮਈ ਵਿੱਚ। ਫਿਰ ਅਸੀਂ ਆਉਣਾ ਸਾਰਿਆਂ ਹਿਸਾਬ ਨਾਲ। ਉਦੋਂ ਫਿਰ ਸਾਰੇ ਪੰਜਾਬ ਤੋਂ ਸੱਦਾ ਆਇਆ, ਸਭ ਨੂੰ ਸੱਦਾ ਗਿਆ। ਹੁਣ ਤੋਂ ਇਹਨਾਂ ਤਰੀਕ ਤੈਅ ਕਰਦੇ ਆ ਵੀ 14 ਮਈ ਨੂੰ ਫਿਰ ਇੱਥੇ ਵਿਧਾਨ ਸਭਾ ਦੇ ਅੱਗੇ, ਸਦਨ ਦੇ ਅੱਗੇ ਆਪਾਂ ਧਰਨਾ ਲਾਉਣਾ ਵਾ। ਡਟ ਕੇ ਵਿਧਾਨ ਸਭਾ ਵੱਲ ਵਧਣਾ ਆ ਗਿਆ। ਉਸ ਦਿਨ ਵੀ ਵੱਡੀ ਗਿਣਤੀ ਵਿੱਚ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਆਉਣਗੀਆਂ ਪੰਜਾਬ ਤੋਂ। ਜਾਣਗੀਆਂ ਬਰੋ, ਅਸੀਂ ਆਪ ਲੈ ਕੇ ਆਵਾਂਗੇ। ਉਸ ਦਿਨ ਵੀ ਤੁਸੀਂ ਆਓਗੇ? ਆਵਾਂਗੇ। ਗੱਲ ਇਹ ਆ, ਦੇਖੋ ਇਹ ਸਰਕਾਰਾਂ ਜਿਹੜੀਆਂ ਜਦ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਜੋ ਕੰਮ ਕੀਤਾ ਇਹ ਬਿਲਕੁਲ ਗਲਤ ਆ। ਇੱਕ ਜ਼ਹਿਰ ਦੀ ਪੁੜੀ ਆ 10 ਗ੍ਰਾਮ ਦੀ, ਉਹ ਜ਼ਬਰਦਸਤੀ ਸਾਨੂੰ ਕੋਈ ਖਿਲਾਵੇ ਅਸੀਂ ਖਾ ਲਵਾਂਗੇ? ਧੱਕੇ ਨਾਲ ਖਾਊ, ਕੋਈ ਖਾ ਲੂ, ਮਰਨਾ। ਇਹਨੇ ਅੱਗੇ ਲੜਾਈਆਂ ਹੁੰਦੀਆਂ ਸੀ, ਜੰਗ ਹੁੰਦੇ ਸੀ, ਹੁਣ ਇਹਨੇ ਜੀਦੇ ਮਾਰ ਦਿੱਤੇ। ਬੱਚਿਆਂ ਦਾ ਭਵਿੱਖ ਖਰਾਬ ਹੋ ਗਿਆ, ਪੜ੍ਹਾਈਆਂ ਬੱਚਿਆਂ ਨੂੰ ਨਹੀਂ, ਖੇਤੀ ਦੇ ਮਹਿੰਗਾਈਆਂ, ਤੇਲ ਕਿਆ ਦੱਦ ਮਗੋੜਾ, ਆਪਣੇ ਸਿਲੰਡਰ ਵੀ ਬੁਰੇ ਹਾਲ ਕਰ ਦਿੱਤੇ। ਇਹਨੂੰ ਜਦ ਪਤਾ ਸੀ ਵੀ ਕਿਸਾਨ ਉੱਠ ਖੜਿਆ, ਜੇ ਮਾਂ ਦਾ ਪੁੱਤ ਹੁੰਦਾ ਇਹ ਮੀਟਿੰਗ ਕਰਦਾ, ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਫਿਰ ਹੱਥ ਫੜਾ ਦਿੰਦਾ। ਬੱਚਾ ਗਾ ਕਰਦਾ ਸੀ, ਉਹਨੂੰ ਸੁੱਤਾ ਪਿਆ ਉੱਠਦਾ ਕਹਿੰਦਾ ਮੋਦੀ ਨੂੰ। ਕਿੰਨੀ ਦੁਨੀਆ ਮੋਦੀ ਨੂੰ ਯਾਦ ਕਰਦੀ ਆ, ਇਹਨਾਂ ਰੱਬ ਨੂੰ ਨਹੀਂ ਯਾਦ ਕਰਦੇ ਜਿੰਨੀ ਇਹਨੂੰ ਯਾਦ ਕਰਦੀ ਹੈ। ਕਾਹਦੇ? ਪਾਪੀ ਕਰਕੇ, ਜ਼ੁਲਮੀ ਕਰਕੇ। ਜ਼ੁਲਮੀ ਆਦਮੀ ਨੂੰ ਹਮੇਸ਼ਾ ਯਾਦ ਰੱਖਣਾ। ਕੀ ਵੱਡਾ ਲੱਗਦਾ ਕਿ ਤੁਹਾਨੂੰ ਪ੍ਰਧਾਨ ਮੰਤਰੀ ਨੇ ਵੱਡਾ ਪਾਪ ਕੀ ਕਰ ਦਿੱਤਾ? ਕੀ ਕਹਿੰਦੇ? ਪ੍ਰਧਾਨ ਮੰਤਰੀ ਦਾ ਵੱਡਾ ਪਾਪ ਕਿਹੜਾ ਲੱਗਦਾ ਤੁਹਾਨੂੰ ਕਿ ਉਹਨਾਂ ਨੇ ਵੱਡਾ ਪਾਪੀ ਉਹ ਆਪ ਆ, ਜ਼ੁਲਮੀ ਆਪ ਆ, ਜਿੰਨਾ ਉਹਨੂੰ ਜ਼ੁਲਮ ਕਮਾਇਆ। ਮੈਂ ਬੇਦੇ ਨਾ ਕਹਿੰਦੀ ਆ ਜਿੰਨੀ ਪ੍ਰਜਾ ਦੁਖੀ ਅੱਜ ਇੰਨੇ ਜੋਗੇ ਨਰਕਾਂ ਦੇ ਵਿੱਚ ਨਾ। ਬਾਹਮਣਾਂ ਨੂੰ ਪੁੱਛ ਕੇ, ਬਾਹਮਣ ਜਿਹੜੇ ਹੁੰਦੇ ਨਾ ਵਿਦਿਆ ਪੜ੍ਹੇ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਪਾਪ ਕਿਹੜੇ ਪਾਪ ਦਾ ਕਿਹੜਾ ਜੁਪਾ ਹੈ, ਕਿਹੜੇ ਪਾਪ ਦਾ ਕਿਹੜਾ ਹੀ ਜ਼ੁਲਮ ਸਹਿਣਾ। ਉਹਨੂੰ ਇੰਨਾ ਵੀ ਨਹੀਂ ਪਤਾ ਮੈਂ ਇੰਨਾ ਸਾਰੀ ਦੁਨੀਆ ਦੇ ਮੂੰਹ 'ਚੋਂ ਰੋਟੀ ਖੋ ਕੇ ਬੜੇ ਨੂੰ ਘਰਾਣਿਆਂ ਨੂੰ ਦੇ ਰਿਹਾ। ਉਹ ਜਿਹਨਾਂ ਦੀ ਤੀਵੀਆਂ ਜਹਾਜ਼ਾਂ ਵਿੱਚ ਫਿਰ ਘਰਾਂ ਵਿੱਚ ਜਹਾਜ਼ ਉਤਰਨ, ਲੱਖ ਰੁਪਏ ਦਾ ਕੱਪ ਚਾਹ ਪੀਣ, ਆ ਦੁਨੀਆ ਭਿਖਾਰੀ ਬਣਾਤੀ। ਮਾਤਾ ਜੀ ਇਹ ਦੱਸੋ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਇਸ ਅੰਦੋਲਨ ਵਿੱਚ ਭੇਜਦੇ ਹੋ ਘਰੋਂ, ਕੀ ਕਹਿ ਕੇ ਭੇਜਦੇ ਹੁੰਦੇ ਹੋ? ਕਹਿਣਾ ਕੀ ਆ, ਰੋਲੋ ਜਾ ਕੇ, ਪੈਟ ਸਿਆਪਾ ਕਰੋ ਜਾ ਕੇ, ਰੋਣਾ ਹੀ, ਹੋਰ ਕੀ ਕਰਨਾ। ਆ ਸੰਸਾਰ ਸਾਰਾ ਰੋਂਦਾ ਹੀ ਆ। ਇਹ ਲੱਗਦਾ ਹੈ ਅੱਜ ਦਾ ਜਿਹੜਾ ਇੱਥੇ ਧਰਨਾ ਦਿੱਤਾ ਹੈ, ਇਸ ਦਾ ਅਸਰ ਜਿਹੜਾ ਆ ਗਿਆ ਨਜ਼ਰ ਆਊਗਾ? ਕੀ ਕਿਹਾ? ਅੱਜ ਦੇ ਧਰਨੇ ਦਾ ਅਸਰ ਨਜ਼ਰ ਆਊਗਾ? ਹਾਂ ਆਊਗਾ, ਸਾਰਾ ਕੁਝ ਬਿਲਕੁਲ ਜਾ ਰਿਹਾ। ਪਰ ਇਹਨੂੰ ਅਕਲ ਚਾਹੀਦੀ, ਸ਼ਰਮ ਚਾਹੀਦੀ ਹੈ, ਹਲੇ ਵੀ ਸੋਚ ਲਵੇ। ਪਰ ਜੇ ਮੋਦੀ ਕਹਿੰਦਾ ਮੈਂ ਰਹਿਣਾ, ਮੇਰੀ ਬੋਡੀਗਾਰਡ ਆ ਫਲਾਂ, ਇਹਦੇ ਲਈ ਵੀ ਰੱਬ ਨੇ ਰਾਹ ਰੱਖਿਆ ਆ। ਰੱਬ ਨੇ ਪੈਦਾ ਕੀਤੇ ਹੋਏ ਆ ਇਹਨੂੰ ਸੁਧਾਰਨੇ ਲਈ। ਰੱਬ ਬੜਾ ਬਿਆਨਤੀ ਆ, ਕੋਈ ਨਹੀਂ ਰੱਖ ਸਕਦਾ ਇਹਨੂੰ। ਸੋ ਤੁਸੀਂ ਸੁਣਿਆ, ਜਿਹੜੇ ਬਜ਼ੁਰਗ ਮਾਵਾਂ ਆ ਗਈਆਂ ਨੇ, ਇਹ ਦੂਰੋਂ ਆਈਆਂ ਹੋਈਆਂ ਨੇ ਇਸ ਧਰਨੇ ਦੇ ਵਿੱਚ। ਲਗਾਤਾਰ ਸ਼ੁਰੂਆਤ ਦੌਰ ਤੋਂ ਲੈ ਕੇ ਹੁਣ ਤੱਕ ਜਿਹੜੀ ਔਰਤਾਂ ਦੀ ਗਿਣਤੀ ਦੇਖਣ ਨੂੰ ਮਿਲੀ ਹੈਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅੰਦੋਲਨ ਭਾਵੇਂ ਜਿੰਨਾ ਮਰਜ਼ੀ ਲੰਮਾ ਚੱਲੇ, ਅਸੀਂ ਪਿੱਛੇ ਨਹੀਂ ਹਟਾਂਗੇ। ਅੰਦੋਲਨ ਦੀ ਜਿਹੜੀ ਜਿੱਤ ਹੈਗੀ ਹੈ ਉਹ ਹੋ ਕੇ ਰਹੇਗੀ। ਬਜ਼ੁਰਗ ਬਾਬੇ ਵੀ ਸਾਡੇ ਨਾਲ ਖੜੇ ਨੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਤਰਨਤਾਰਨ ਵਾਲੇ ਪਹਿਲੇ ਦਿਨ ਤੋਂ ਡਟੇ ਹੋਏ ਨੇ, ਸਭ ਤੋਂ ਮੂਹਰੇ। ਬਾਪੂ ਜੀ, ਖੇਤੀ ਮੰਤਰੀ ਦਾ ਬਿਆਨ ਆਉਂਦਾ ਹੈ ਹੁਣੇ ਸਾਹਮਣੇ, ਉਹ ਕਹਿੰਦੇ ਆ ਧਰਨੇ ਵਿੱਚ ਜਾ ਰਹੇ, ਅੰਦੋਲਨ ਬੰਦ ਕਰੋ, ਅਸੀਂ ਗੱਲਬਾਤ ਲਈ ਤਿਆਰ ਹਾਂ। ਹਾਂਜੀ ਨਹੀਂ, ਅਸੀਂ ਨਹੀਂ ਤਿਆਰ। ਜਿੰਨਾ ਚਿਰ ਤਨੇ ਕਾਨੂੰਨ ਨਾ ਮਾਫ ਹੋਣਗੇ, ਛੱਡ ਹੋਗੇ, ਕੋਈ ਨਹੀਂ ਮੰਨਗੇ। ਭਾਵੇਂ ਇੱਥੇ ਮਰ ਜਾਾਂਗੇ, ਇੱਥੇ ਸ਼ਹੀਦ ਹੋ ਜਾਾਂਗੇ,
ਨੂੰ ਮੰਨਾਂਗੇ ਨਾ ਗਾਂ ਸਾਡੇ ਪੁੱਤ ਪੋਤਰੇ ਕੀ ਖਾਣਗੇ ਕੀ ਅਸੀਂ ਦੱਸਾਂਗੇ। ਮੈਂ 65 ਸਾਲ ਦਾ ਹੋ ਗਿਆ ਤੇ ਮੈਂ ਆਪਣੇ ਪੁੱਤਾਂ ਪੋਤਰਿਆਂ ਨੂੰ ਕੀ ਦੱਸੂਗਾ। ਉਹ ਆਖਣਗੇ ਬਾਪੂ ਜੀ ਸਾਡੇ ਬਾਰੇ ਤੁਸੀਂ ਕੀ ਸੋਚਿਆ ਤੇ ਕੀ ਕੀਤਾ, ਕੀ ਅਸੀਂ ਦੱਸਾਂਗੇ ਗਾਂ ਜਾ ਕੇ। ਸਾਡੀ ਤਾਂ ਹੁਣ ਜ਼ਿੰਦਗੀ ਥੋੜੀ ਬਹੁਤੀ ਰਹਿ ਗਈ ਤੇ ਉਹ ਗਾਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਕੀ ਖਾਣਗੀਆਂ। ਤਰਨਤਾਰਨ ਤੋਂ ਆਏ ਇੱਥੇ ਹੀ ਸ਼ਹੀਦ ਹੋ ਜਾਣਗੇ ਜਿੰਨਾ ਚਿਰ ਮੰਨੇ ਨਾ ਜਾਣਗੇ, ਜਿੰਨਾ ਚਿਰ ਕੋਈ ਗੱਲ ਲੱਗੂਗੀ ਕਿਸੇ ਬੰਨੇ। ਬਾਪੂ ਜੀ ਕਹਿੰਦੇ ਨੇ ਕਿ ਜਿਹੜੇ ਬਜ਼ੁਰਗ ਹੋਸ਼ ਨਾਲ ਚੱਲਦੇ ਨੇ, ਨੌਜਵਾਨ ਜੋਸ਼ ਨਾਲ ਚੱਲਦੇ ਨੇ। ਪੈਦਲ ਮਾਰਚ ਕਰਨਾ ਹੈ, ਹੁਣ ਹਾਲੇ ਡੇਟ ਤਾਂ ਫਾਈਨਲ ਨਹੀਂ ਹੋਈ। ਨੌਜਵਾਨਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਉਸ ਤੋਂ ਪਹਿਲਾਂ? ਆਹੋ ਕਰਾਂਗੇ, ਜਾਵਾਂਗੇ ਵੀ। ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਉਸ ਤੋਂ ਪਹਿਲਾਂ? ਨੌਜਵਾਨ ਸਾਡੇ ਨਾਲ ਆ, ਅਸੀਂ ਵੀ ਉਹਨਾਂ ਦੇ ਨਾਲ ਆ, ਅਸੀਂ ਅੱਗੇ ਹੋਵਾਂਗੇ, ਉਹ ਪਿੱਛੇ ਹੋਣਗੇ ਸਾਡੇ। ਸਾਰੇ ਆਉਣਗੇ ਨੌਜਵਾਨ? ਸਾਰੇ ਹੋਣਗੇ ਜੀ ਜੀ। ਪਿੰਡ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ? ਅਸੀਂ ਸਾਰੀਆਂ ਹੀ ਪਾਰਟੀਆਂ ਨੂੰ ਬਸ ਬਿਲਕੁਲ ਨਿਰਧ ਕਰ ਦਿੱਤਾ। ਅਸੀਂ ਇਸੇ ਕੰਮ ਲਈ ਹੁਣ ਇਸ ਕੰਮ ਲਈ ਤੁਰੇ, ਹੋਰ ਸਭ ਨੂੰ ਫੇਲ ਕਰ ਦਿੱਤਾ। ਇੱਕ ਬਾਪੂ ਜੀ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ, ਆਪਾਂ ਤਾਂ ਇੱਥੇ ਦਿੱਲੀ ਵਿੱਚ ਖੜੇ ਹੋਏ ਆ, ਉਧਰ ਪੰਜਾਬ ਦੇ ਵਿੱਚ ਆਪਣੀ ਜਿਹੜੀ ਕਣਕਾਂ ਹੈਗੀਆਂ ਨੇ ਉਹ ਪੱਕੀਆਂ ਪਈਆਂ ਨੇ, ਅੱਜ ਤੋਂ ਖਰੀਦ ਸ਼ੁਰੂ ਹੋ ਗਈ ਹੈ। ਪਰ ਹੁਣ ਤਾਂ ਕੇਂਦਰ ਨੇ ਪੰਜਾਬ ਦੇ ਉੱਤੇ ਐਸਾ ਦਬਾਅ ਪਾਇਆ, ਪੰਜਾਬ ਸਰਕਾਰ ਵੀ ਕਹਿੰਦੀ ਹੈ ਸਿੱਧੀ ਅਦਾਇਗੀ ਹੋਏਗੀ ਖਾਤਿਆਂ ਵਿੱਚ। ਆੜਤੀਆਂ ਵਾਲਾ ਰਿਸ਼ਤਾ ਤੇ ਕਿਸਾਨਾਂ ਵਾਲਾ ਖਤਮ ਕਰਨ ਜਾ ਰਹੀ ਹੈ। ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਮੇਰਾ ਤੇ ਮੁੰਡਾ ਆਪ ਆੜਤੀਆ ਵਾ ਤੇ ਉਹ ਤੇ ਇੱਥੇ ਬੱਸਾਂ ਲੈ ਕੇ ਆਉਂਦਾ ਰਿਹਾ। ਅੰਮ੍ਰਿਤਸਰ ਦਾ ਆੜਤੀਆ ਉਹਦਾ 237 ਨੰਬਰ ਤੇ ਉਹ ਤੇ ਆਪ ਬੱਸਾਂ ਲੈ ਕੇ ਆਉਂਦਾ ਰਿਹਾ। ਇੱਥੇ ਬੜਾ ਖਰਚਾ ਉਹਨੇ ਲੱਖਾਂ ਰੁਪਈਆ ਨਾਲ ਕਰ ਦਿੱਤਾ ਵਾ। ਉਹ ਵੀ ਕਿਸਾਨਾਂ ਦੇ ਨਾਲ ਆ। ਉਹ ਆਂਦਾ ਉਹ ਕਿਸਾਨਾਂ ਦੇ ਅਸੀਂ ਸਾਡਾ ਆੜਤੀਆ ਉਹ ਸਾਡਾ ਏਟੀਐਮ ਆ, ਆੜਤੀ ਆਂਦੇ ਸਾਡੇ ਜੱਟ ਕਿਸਾਨ ਸਾਡੇ ਏਟੀਐਮ ਆ। ਮੇਰਾ ਤਾਂ ਖੁਦ ਮੁੰਡਾ ਆੜਤੀਆ ਤੇ ਮੈਂ ਕਿਸੇ ਨੂੰ ਹੋਰ ਕੀ ਆਖਾਂ। ਮਤਲਬ ਆੜਤੀਆਂ ਤੇ ਕਿਸਾਨਾਂ ਦਾ ਰਿਸ਼ਤਾ ਖਤਮ ਨਹੀਂ ਹੋਣਾ ਚਾਹੀਦਾ? ਹੋਣਾ ਚਾਹੀਦਾ, ਇਸ ਤਰ੍ਹਾਂ ਜਾਣੀ ਚਾਹੀਦਾ। ਆੜਤੀਆਂ ਤੋਂ ਸਾਨੂੰ ਅੱਧੀ ਰਾਤ ਦੇ 12 ਵਜੇ ਵੀ ਕੋਈ ਲੋੜ ਪਵੇ ਤੇ ਅਸੀਂ ਜਾ ਕੇ ਪੈਸਾ ਉਹਨਾਂ ਤੋਂ ਲਿਆਉਂਦੇ ਆ। ਕੋਈ ਕੰਮ ਕਰਨਾ ਹੋਵੇ, ਕੋਈ ਸਾਨੂੰ ਮੁਸ਼ਕਲ ਹੋਵੇ, ਕੋਈ ਹੱਲ ਹੋਵੇ। ਮੈਂ ਤੁਹਾਨੂੰ ਵਾਰ-ਵਾਰ ਦੱਸਣੇ ਪਰ ਮੇਰਾ ਤਾਂ ਖੁਦ ਮੁੰਡਾ ਆਪ ਆੜਤੀਆ ਵਾ। ਹਾਂ ਹਾਂ, ਸ਼ੁਕਰੀਆ ਬਾਪੂ ਜੀ। ਤੁਹਾਡਾ ਕੀ ਬਾਈ ਜੀ ਨਾਮ? ਹਰਪ੍ਰੀਤ ਸਿੰਘ। ਹਰਪ੍ਰੀਤ ਜੀ, ਅੱਜ ਇੱਥੇ ਜਿਵੇਂ ਤੁਸੀਂ ਜਾਮ ਲਾਇਆ ਹੋਇਆ, ਧਰਨਾ ਲਾਇਆ ਹੋਇਆ ਤੇ ਉਧਰ ਕੇਂਦਰ ਸਰਕਾਰ ਦੀ ਸਟੇਟਮੈਂਟ ਆ ਗਈ ਹੈ ਸਾਹਮਣੇ ਕਿ ਧਰਨੇ ਮੁਜ਼ਾਹਰੇ ਬੰਦ ਕਰੋ, ਅੰਦੋਲਨ ਚੁੱਕ ਦਿਓ। ਗੱਲਬਾਤ ਲਈ ਅਸੀਂ ਤਿਆਰ ਹੈਗੇ ਹਾਂ, ਗੱਲਬਾਤ ਤਾਂ ਹੀ ਸ਼ੁਰੂ ਹੋਏਗੀ। ਨਹੀਂ ਗੱਲਬਾਤ ਤਾਂ ਜੀ ਉਹ ਸ਼ੁਰੂ ਤੋਂ ਹੀ ਕਰ ਰਹੇ ਆ, ਪਰ ਉਹਦਾ ਕੋਈ ਸਿੱਟਾ ਨਹੀਂ ਨਿਕਲਦਾ ਜੀ ਗੱਲਬਾਤ ਦਾ। ਇਹਦੇ ਲਈ ਜੇ ਧਰਨੇ ਅੰਦੋਲਨ ਹੀ ਚੱਕਦੇ ਉਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਕਰਨੀ ਕੀ ਹੈ ਜੀ? ਇਹ ਤਾਂ ਇੱਕ ਜੁਮਲਾ ਜੀ ਉਹਨਾਂ ਦਾ, ਇੱਕ ਜੋ ਪ੍ਰਧਾਨ ਮੰਤਰੀ ਜਦੋਂ ਦੇ ਬਣੇ ਦਿੰਦੇ ਯਾਰ। ਅੱਜ ਕਿੰਨੇ ਕੁ ਦਿਨ ਹੋ ਗਏ ਇੱਥੇ ਆਏ ਨੂੰ ਤੁਹਾਨੂੰ? ਇਹਦੇ ਤਕਰੀਬਨ ਕੱਲ ਆਏ ਜੀ ਅਸੀਂ ਮਸਤੂਆਣਾ ਸਾਹਿਬ ਤੋਂ ਲੱਖਾ ਸਦਾਣਾ ਦੇ। ਕੱਲ ਵੱਡਾ ਕਾਫਲਾ ਚੱਲਿਆ ਸੀ ਲੱਖਾ ਸਦਾਣਾ ਦੇ ਨਾਲ ਤੇ ਅੱਜ ਉਹ ਨੌਜਵਾਨ ਘੱਟ ਨਜ਼ਰ ਆਏ ਨੇ ਇੱਥੇ, ਕਿੱਧਰ ਗਏ? ਉਹ ਜੀ ਨੌਜਵਾਨ ਆਏ ਆ ਕਾਫੀ ਤੇ ਕੁਛ ਅੱਗੇ ਲੰਘੇ ਤੇ ਕੁਛ ਨੌਜਵਾਨਾਂ ਨੂੰ 23 24 ਨੌਜਵਾਨਾਂ ਨੂੰ ਅਰੈਸਟ ਕੀਤਾ ਸੀ, ਜਿਹਦੇ ਕਰਕੇ ਰਾਜ ਵੀ ਮੰਨ ਲਓ ਦਿੱਕਤਾਂ ਨਹੀਂ ਆਈਆਂ। ਲੱਖੇ ਦੀ ਵੇਟ ਕਰ ਰਹੇ ਹੋ? ਅੱਜ ਵੀ ਰਿਆ ਕਰਤੇ ਉਹ ਨੌਜਵਾਨ। ਲੱਖੇ ਦੀ ਉਡੀਕ ਕਰ ਰਹੇ ਹੋ ਅੱਜ? ਹਾਂ ਬਿਲਕੁਲ ਕਰ ਰਹੇ ਹਾਂ ਜੀ। ਹਾਲੇ ਤੱਕ ਸ਼ਾਮ ਹੋ ਗਈ, ਲੱਖਾ ਸਦਾਣਾ ਆਇਆ ਨੇ ਸਟੇਜ ਤੇ ਬੋਲਣ ਲਈ? ਨਹੀਂ ਉਹ ਇੱਕ ਦੋ ਪ੍ਰੋਬਲਮ ਆਈਆਂ, ਜਿਵੇਂ ਕੱਲ ਉਹਨਾਂ ਦੇ ਚਾਚੇ ਦਾ ਜਿਹੜਾ ਭਰਾ ਸੀ ਉਹਨਾਂ ਦਾ ਯਾਨੀ ਕਿ ਚਚੇਰਾ ਭਰਾ, ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਉਹ ਸੁਣਿਆ ਵੀ ਹੁਣ ਛੱਡਤਾ ਸ਼ਾਇਦ। ਹਾਂ, ਉਹਨਾਂ ਨੂੰ ਬਾਅਦ ਰਿਆ ਕਰ ਦਿੱਤਾ। ਹਾਂਜੀ ਹਾਂਜੀ ਹਾਂਜੀ, ਉਹ ਕੁਝ ਦਿੱਕਤਾਂ ਆਈਆਂ, ਸ਼ਾਇਦ ਪਹੁੰਚਣਗੇ, ਵੇਟ ਕਰ ਰਹੇ ਹਾਂ ਉਹਨਾਂ ਦੀ। ਤੇ ਜਦੋਂ ਲੱਖਾ ਸਦਾਣਾ ਆਉਣਗੇ ਇੱਥੇ ਸੰਬੋਧਨ ਕਰਨਗੇ, ਕੀ ਮਹਿਸੂਸ ਕਰਦੇ ਹੋ ਕਿ ਉਹਦੇ ਨਾਲ ਜਿਹੜਾ ਨੌਜਵਾਨਾਂ ਦਾ ਜੋਸ਼ ਹੋਰ ਵਧੂਗਾ? ਬਿਲਕੁਲ ਵਧੂਗਾ ਜੀ, ਜੋ ਕਿਉਂਕਿ ਤੁਸੀਂ ਦੇਖ ਹੀ ਲਓ, ਜੋ ਤੁਸੀਂ ਮਸਤੂਆਣਾ ਸਾਹਿਬ ਤੋਂ ਵੀ ਸ਼ਹਿਰ ਕੱਲ ਗਏ ਹੋਗੇ, ਜੋ ਇਕੱਠ ਉਹਨਾਂ ਦੇ ਨਾਲ ਤੁਰਿਆਗਾ। ਬਾਕੀ ਹੌਲੀ ਹੌਲੀ ਅਸੀਂ ਚਾਹੁੰਦੇ ਹਾਂ ਜਿਵੇਂ 26 ਦਸੰਬਰ ਨੂੰ ਜੋ ਸੀਗਾ ਉਹ ਸੇਮ ਹੀ, ਜਾਣੀ ਕਿ ਹੁਣ ਜੋਸ਼ ਦੁਬਾਰਾ ਨੌਜਵਾਨਾਂ ਦੇ ਵਿੱਚ ਆ ਰਿਹਾ, ਵਾਪਸ ਆ ਰਿਹਾ ਜੀ। ਤੇ ਜੋ ਕਿ ਨੌਜਵਾਨਾਂ ਤੇ ਕਿਸਾਨ ਸੰਯੁਕਤ ਮੋਰਚੇ ਦਾ ਜਿਹੜਾ ਤਾਲਮੇਲ ਆ ਜੀ, ਉਹ ਦੁਬਾਰਾ ਫਿਰ ਬਰਕਰਾਰ ਹੋ ਜਾਏ, ਬਹੁਤ ਵਧੀਆ ਗੱਲ ਆ ਜੀ। ਜੋ ਇੱਕ ਸੰਘਰਸ਼ ਨੂੰ। ਬਾਈ ਜੀ ਤੁਹਾਡਾ ਕੀ ਨਾਮ? ਕਮਲਜੀਤ ਸਿੰਘ ਹੈ ਵੀਰ ਜੀ। ਕਮਲਜੀਤ ਜੀ, ਲੱਖਾ ਸਦਾਣਾ ਆ ਰਿਹਾ ਤੇ ਤੁਸੀਂ ਸਾਰੇ ਹੀ ਆ ਗਏ, ਨੌਜਵਾਨ ਵੀ ਨਾਲ ਹੀ ਹੈ? ਹਾਂਜੀ ਵੀਰ ਜੀ, ਸਾਰੇ ਹੀ ਆ ਗਏ। ਪੂਰੀਆਂ ਤਿਆਰੀਆਂ ਕੱਸੀਆਂ ਪੈਦਲ ਮਾਰਚ ਦੀਆਂ ਹੁਣ? ਹਾਂਜੀ ਹਾਂਜੀ ਬਾਈ ਜੀ, ਫੁੱਲ ਤਿਆਰੀ ਆ। ਸ਼ਾਂਤਮਈ ਰਹੋਗੇ? ਹਾਂਜੀ ਹਾਂਜੀ, ਸ਼ਾਂਤਮਈ ਜਥੇਬੰਦੀਆਂ ਦੇ ਚਿਹਰੇ ਦਾ ਹਾਸਾ ਕੁਝ ਹੋਰ ਬਿਆਨ ਕਰਦਾ ਹੈ। ਨਹੀਂ ਨਹੀਂ ਬਾਈ ਜੀ, ਜਥੇਬੰਦੀਆਂ ਦੇ ਜਿਵੇਂ ਕਹਿਣਗੇ ਉਵੇਂ ਉਹਨਾਂ ਦੇ ਅਧੀਨ ਚੱਲਾਂਗੇ। ਬਿਲਕੁਲ, ਕਿਉਂਕਿ ਅੰਦੋਲਨ ਵੀ ਸ਼ਾਂਤਮਈ ਰਹਿ ਕੇ ਜਿੱਤੇ ਜਾਂਦੇ ਨੇ। ਤੇ ਲੱਖਾ ਸਦਾਣਾ ਦੀ ਐਂਟਰੀ ਹੋਈ ਹੈ ਦੁਆਰਾ ਤੇ ਕੱਲ ਬਾਈ ਹੋਰਾਂ ਦੇ ਉਹਦੇ ਭਰਾ ਨੂੰ ਵੀ ਆਈ ਥਿੰਕ ਚਾਚੇ ਦੇ ਮੁੰਡੇ ਨੂੰ ਪੁਲਿਸ ਨੇ ਚੁੱਕ ਲਿੱਤਾ ਸੀਗਾ, ਉਹਨਾਂ ਨੂੰ ਬਾਅਦ ਚ ਰਿਹਾ ਕਰ ਦਿੱਤਾ ਗਿਆ। ਕਿਵੇਂ ਦੇਖਦੇ ਹੋ ਕਿ ਲੱਖਾ ਸਦਾਣਾ ਦੁਆਰਾ ਹੁਣ ਇੱਥੇ ਐਂਟਰੀ ਹੋਈ ਹੈ, ਉਹਨਾਂ ਨਾਲ ਕਿਵੇਂ ਦਾ ਜਿਹੜਾ ਜੋਸ਼ ਨਜ਼ਰ ਆਊਗਾ ਇੱਥੇ? ਬਾਈ ਜੀ ਇਹ ਗਵਰਨਮੈਂਟ ਮੋਦੀ ਹਰੇਕ ਹੱਥਕੰਡੇ ਆਪਣੇ ਵਰਤੂਗਾ, ਇਹ ਡਰਾਊਗਾ, ਚੱਕ ਕੇ ਡਰਾਊਗਾ ਵੀ ਹਰੇਕ ਤਰ੍ਹਾਂ ਦੇ ਆਪਣੇ ਨਾਲ। ਉਹਨਾਂ ਨਾਲ ਲੱਖੇ ਸਦਾਣਾ ਵੀਰ ਦੇ ਬ੍ਰਦਰ ਨਾਲ ਹੋਇਆ, ਇਹ ਆਪਣੇ ਨਾਲ ਕਿਸੇ ਨਾਲ ਵੀ ਹੋ ਸਕਦਾ, ਪਰ ਇਹ ਡਰਨ ਵਾਲੀ ਕੌਮ ਨਹੀਂ ਹੈਗੀ। ਇਹ 4 ਮਹੀਨੇ 4.5 ਮਹੀਨੇ ਚ ਉਹਨੂੰ ਪਤਾ ਵੀ ਲੱਗ ਗਿਆ, ਇਹ ਉਹਦੀ ਜੜ੍ਹਾਂ ਪੱਟ ਕੇ ਫੇਰ ਜਾਣ ਵਾਲੀ ਕੌਮ ਹੈ। ਇਹ ਕਿਸੇ ਦੇ ਬਸ ਦੀ ਗੱਲ ਨਹੀਂ ਹੈਗੀ ਵੀਰ। ਅੱਜ ਦਾ ਜਿਹੜਾ KMP ਦਾ ਆਪਾਂ ਜਾਮ ਦੀ ਗੱਲ ਕਰੀਏ, ਕਿਉਂਕਿ KMP ਇੱਕ ਅਜਿਹਾ ਹਾਈਵੇ ਹੈਗਾ ਜਿਹੜਾ 24 ਘੰਟੇ ਨੂੰ ਜਿਵੇਂ ਭਰਿਆ ਹੈਗਾ। ਵੱਡੇ ਕਾਰਪੋਰੇਟ ਘਰਾਣੇ ਜੁੜੇ ਹੁੰਦੇ ਨੇ ਇਸ ਰੋਡ ਦੇ ਨਾਲ, ਉਹਨਾਂ ਦੇ ਵੱਡੇ ਵੱਡੇ ਟਰਾਲੇ ਗੱਡੀਆਂ ਲੰਘਦੀਆਂ ਨੇ, ਵੱਡਾ ਨੁਕਸਾਨ ਹੁੰਦਾ ਹੈ ਰੋਡ ਜਾਮ ਰਹੇ ਜੇ।
ਕੀ ਲੱਗਦਾ ਹੈ ਕਿ ਇੱਥੇ ਇੱਕ ਦਿਨ ਧਰਨਾ ਦੇਣਾ ਚਾਹੀਦਾ ਜਾਂ ਫਿਰ ਪਰਮਾਨੈਂਟ ਅੱਗੇ ਜਾਮ ਕਰੋਗੇ? ਭਾਈ ਜੀ ਸਾਡੇ ਤਾਂ ਬਹੁਤ ਬੜੇ ਇਹਦੇ ਨਾਲੋਂ ਵਿਚਾਰ ਹੈ ਵੀ ਹਾਂ ਪੱਕਾ ਹੀ ਸਾਰੀ ਦਿੱਲੀ ਬਲੌਕ ਚਾਹੀਦੀ ਹੈ ਚਾਰੇ ਪਾਸੇ ਤੋਂ। ਇਹਨਾਂ ਨੂੰ ਜ਼ਿਆਦਾ ਤਾਂ ਸਾਹ ਘੁੱਟ ਦੂੰਗੇ ਨਾ ਆਮ ਲੋਕਾਂ ਨੂੰ ਨਹੀਂ ਮੁਸ਼ਕਲਾਂ ਹੋਣਗੀਆਂ? ਹਾਂਜੀ ਉਧਰ ਆਮ ਜਨਤਾ ਨੂੰ ਵੀ ਤਾਂ ਮੁਸ਼ਕਲਾਂ ਹੋਣਗੀਆਂ। ਭਾਈ ਜੀ ਇਹ ਤਾਂ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਨਾ। ਆਮ ਜਨਤਾ ਇਹ ਵੀ ਤਾਂ ਆਮ ਜਨਤਾ ਹੀ ਖੜੀ ਆ ਉਰੇ, ਇਹ ਕਿਹੜਾ ਕੋਈ ਹੋਰ ਕੰਟਰੀ ਤੋਂ ਆਏ ਹੋਏ ਨੇ, ਇਹ ਵੀ ਇੱਥੋਂ ਦੇ ਹੀ ਆ। ਇਹ ਤਾਂ ਗਵਰਨਮੈਂਟ ਨੂੰ ਚਾਹੀਦਾ ਨਾ। ਹੁਣ 4.5 ਮਹੀਨੇ ਹੋ ਗਏ, 350 ਕਿਸਾਨਾਂ ਦੀ ਇੱਥੇ ਡੈਥ ਸ਼ਹੀਦ ਹੋ ਚੁੱਕੇ ਆ, ਪਰ ਇਹਦੇ ਕੰਨ ਤੇ ਜੂੰ ਨਹੀਂ ਸਰਕਦੀ। ਇਹ ਤਾਂ ਹੁਣ ਕੁਰਸੀ ਤੋਂ ਲਾ ਕੇ ਹੀ ਹੇਠ ਗੇਰਨਾ ਪੈਣਾ ਬਾਈ ਜੀ, ਏਦਾਂ ਲੁੱਟ ਨਹੀਂ ਆਉਣਾ ਕੰਮ ਲੱਗਦਾ। ਲੱਖਾ ਬਾਈ ਬਾਹਰ ਆ ਗਏ ਇੱਥੋਂ, ਹੁਣ ਕੀ ਕਹਿੰਦੇ ਨੇ ਆਪਣੇ ਦਿੱਲੀ ਪਹੁੰਚ ਗਏ ਨੇ ਤੇ ਉਧਰ ਦੀਪ ਬਾਈ ਹਾਲੇ ਅੰਦਰ ਹੈਗਾ। ਕੀ ਲੱਗਦਾ ਹੈ ਕਿ ਉਹਨਾਂ ਨੂੰ ਵੀ ਬਾਹਰ ਆ ਕੇ ਇੱਥੋਂ ਸੰਬੋਧਨ ਕਰਨਾ ਚਾਹੀਦਾ ਜਾਂ ਨਹੀਂ? ਬਾਈ ਜੀ ਬਿਲਕੁਲ, ਲੱਖਾ ਬਾਈ ਜੀ ਪਹੁੰਚ ਚੁੱਕੇ ਆ। ਦੀਪ 12 ਤਰੀਕ ਨੂੰ ਉਹਨਾਂ ਦੀ ਜ਼ਮਾਨਤ ਹੋ ਜਾਣੀ ਹੈ ਤੇ ਉਹ ਵੀ ਇਸੇ ਤਰ੍ਹਾਂ ਪੂਰਾ ਜੋਸ਼ ਭਰੂਗੇ। ਸਾਰੇ ਜਿੰਨੇ ਵੀ ਨੌਜਵਾਨ ਹੈ, ਬਜ਼ੁਰਗ ਹੈ, ਸਾਰੇ ਇਕਜੁੱਟ ਹੈ। ਇਕਜੁੱਟਤਾ ਨਾਲੇ ਆਪਾਂ ਨੇ ਸੰਘਰਸ਼ ਜਿੱਤਣਾ। ਪਹਿਲਾਂ ਬਜ਼ੁਰਗਾਂ ਦਾ ਕਹਿਣਾ ਸੀ ਨੌਜਵਾਨ ਥੋੜੇ ਆਖੇ ਨਹੀਂ ਲੱਗੇ ਸਾਡੇ, ਇਸ ਵਾਰੀ ਆਖੇ ਲੱਗੋਗੇ? ਨਹੀਂ ਬਾਈ ਜੀ, ਇਹ ਬਜ਼ੁਰਗਾਂ ਦੇ ਨਾਲ ਹੀ ਚੱਲੂਗੇ ਅਸੀਂ। ਜਿਵੇਂ ਸਾਡੇ ਬਜ਼ੁਰਗ ਕਹਿਣਗੇ ਇਹਨਾਂ ਦੇ ਨਾਲ ਹੀ ਆ ਅਸੀਂ, ਕੋਈ ਇਹਨਾਂ ਤੇ ਲੱਗ ਨਹੀਂ ਹੈਗੇ। ਸਾਡੇ ਮਾਂ-ਬਾਪ ਸਾਰੇ ਨਾਲ ਆ, ਅਸੀਂ ਉਹਨਾਂ ਦੇ ਨਾਲ ਆ। ਭਾਈ ਜੀ ਤੁਹਾਡਾ ਕੀ ਨਾਮ ਜੀ? ਕੁਲਵੀਰ ਸਿੰਘ ਹੈ ਜੀ। ਕੁਲਵੀਰ ਸਿੰਘ ਜੀ, ਬੜੇ ਦਿਨਾਂ ਬਾਅਦ ਤੁਸੀਂ ਦਰਸ਼ਨ ਦਿੱਤੇ ਨੇ ਸਿੰਘੂ ਦੇ। ਹਾਂਜੀ ਤੇ ਕਿੰਨੇ ਕੁ ਦਿਨ ਹੋ ਗਏ ਇੱਥੇ ਆਏ ਨੂੰ? ਅਸੀਂ ਸਾਨੂੰ ਹੋ ਗਏ 3-4 ਦਿਨ ਹੋਏ ਮੈਨੂੰ ਆਏ ਨੂੰ ਦੁਬਾਰਾ। ਫਿਰ ਪਹਿਲਾਂ ਘਰੇ ਚਲੇ ਗਏ ਸੀ, ਕੰਮ ਸੀ, ਪਾਣੀ ਪੂਣੀ ਲਾਣਾ ਸੀ, ਕਣਕ, ਉਸ ਤੋਂ ਬਾਅਦ ਹੁਣ ਦੁਬਾਰਾ ਫਿਰ ਆ ਗਏ ਜੀ। ਪਹਿਲਾਂ ਤਾਂ ਠੰਡ ਲੱਗਦੀ ਸੀ, ਤਰਪਾਲਾਂ ਪਾਈਆਂ ਸੀ, ਹੁਣ ਲੱਗਦੀ ਹੈ ਗਰਮੀ, ਏਸੀ ਕੂਲਰ ਲੱਗੇ? ਹਾਂਜੀ ਕੂਲਰ ਲਿਆਂਦਾ ਜੀ, ਪੱਖੇ ਲਾਤੇ ਜੀ, ਅੰਦਰ ਛੰਨ ਪਾਤੇ ਜੀ, ਆਪਾਂ ਨੇ ਪੱਕਾ ਕੰਮ ਕਰਤਾ ਜੀ ਪੂਰਾ ਉੱਥੇ ਜੀ। ਦਿੱਲੀ ਦਾ ਮੱਛਰ ਤੰਗ ਤਾਂ ਨਹੀਂ ਕਰਦਾ? ਹੁਣ ਕਿਆ ਕਰੀਏ, ਤੰਗ ਦਾ ਮਾੜਾ ਮੋਟਾ ਕਰਦੇ ਹੋ, ਸਹਿਣਾ ਪੈਣਾ ਹੈ ਜੀ। ਜਦ ਤੱਕ ਮੋਦੀ ਨਹੀਂ ਮੰਨਦਾ ਹੈਗਾ, ਜਦ ਤੱਕ ਸਾਨੂੰ ਸੰਘਰਸ਼ ਕਾਮਯਾਬ ਕਰਨਾ ਜੀ ਆਪਣਾ ਜੀ। ਦਿੱਲੀ ਦੇ ਵਿੱਚ ਵੈਸੇ ਗਰਮੀ ਬਥੇਰੀ ਹੈਗੀ, ਆਪਣੇ ਪੰਜਾਬ ਨਾਲੋਂ ਮੈਨੂੰ ਲੱਗਦਾ ਜ਼ਿਆਦਾ ਗਰਮੀ ਇੱਥੇ ਹੈ। ਹਾਂਜੀ ਹਾਂਜੀ, ਪਰ ਕਿਆ ਜਿਹੜੇ ਕਿਸਾਨ ਨੇ ਜਦੋਂ ਖੇਤਾਂ 'ਚ ਕੰਮ ਕਰਦੇ ਉਸ ਤੋਂ ਵੀ ਜ਼ਿਆਦਾ ਗਰਮੀ ਲੱਗਦੀ ਆ। ਸਾਨੂੰ ਗਰਮੀ ਦਾ ਕੋਈ ਚੱਕਰ ਨਹੀਂ, ਸਾਡਾ ਕਾਨੂੰਨ ਰੱਦ ਹੋਣੇ ਚਾਹੀਦੇ ਆ। ਸਾਡਾ ਮਕਸਦ ਜਿਹੜਾ ਉਹ ਕਾਮਯਾਬ ਹੋ ਜਾਵੇ ਜੀ। ਕਣਕ ਦੀ ਵਾਢੀ ਸ਼ੁਰੂ ਹੋ ਗਈ ਉੱਧਰ ਪੰਜਾਬ ਦੇ ਵਿੱਚ? ਹਾਂਜੀ ਕਣਕ ਦੀ ਵਾਢੀ ਸ਼ੁਰੂ ਹੋ ਗਈ ਜੀ। ਸਿੱਧੀ ਅਦਾਇਗੀ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ, ਇੱਥੇ ਕਿਸਾਨ ਬੈਠੇ ਨੇ। ਕੀ ਮੰਨਦੇ ਹੋ, ਸਿੱਧੀ ਅਦਾਇਗੀ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ? ਨਹੀਂ, ਸਿੱਧੀ ਅਦਾਇਗੀ ਨਹੀਂ ਹੋਣੀ ਚਾਹੀਦੀ। ਜੋ ਪਹਿਲਾਂ ਚੱਲਦਾ ਸੀ ਰੂਲ ਉਹੀ ਚੱਲਣਾ ਚਾਹੀਦਾ ਹੈ, ਕਿਉਂਕਿ ਸਿੱਧੀ ਅਦਾਇਗੀ ਵਿੱਚ ਕੁਝ ਕਿਸਾਨ ਇਹੋ ਜਿਹੇ ਜਿਹੜੇ ਠੇਕੇ ਦੇ ਲੈਂਦੇ ਆ ਜ਼ਮੀਨਾਂ, ਉਹਨਾਂ ਦਾ ਹਿਸਾਬ ਕਿਤਾਬ ਵਿਗੜ ਜਾਊਗਾ ਜੀ। ਇਸ ਕਰਕੇ ਸਿੱਧੀ ਅਦਾਇਗੀ ਦਾ ਬਹੁਤ ਗਲਤ ਕੀਤਾ ਕਾਨੂੰਨ ਬਣਾਇਆ ਜਿਹੜਾ ਨਾ, ਇਹ ਉਲਟੇ ਚੱਕਰ ਪਾ ਰਿਹਾ ਜਿਹੜੇ ਕਿਸਾਨਾਂ ਨੂੰ ਨਾ, ਇਹ ਘੁਮਾ ਰਿਹਾ ਜੀ ਆਪਣੇ ਆਪ ਜੀ। ਗੱਲਬਾਤ ਕਰਨੀ ਤੁਹਾਡਾ। ਸੋ ਤੁਸੀਂ ਨੌਜਵਾਨਾਂ ਦੇ ਵੀ ਵਿਚਾਰ ਸੁਣੇ ਨੇ, ਇੱਥੇ ਬਜ਼ੁਰਗਾਂ ਦੇ ਵੀ ਵਿਚਾਰ ਸੁਣੇ ਨੇ, ਬੀਬੀਆਂ ਦੇ ਵੀ ਵਿਚਾਰ ਸੁਣੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅੰਦੋਲਨ ਜਿੰਨਾ ਮਰਜ਼ੀ ਲੰਮਾ ਚੱਲੇ, ਅਸੀਂ ਉਸ ਲਈ ਪੂਰੀ ਤਰ੍ਹਾਂ ਤਿਆਰ ਹੈਗੇ ਹਾਂ। ਕਣਕਾਂ ਦੀ ਵਾਢੀ ਜਿਹੜੀ ਹੈਗੀ ਹੈ ਉਹ ਸ਼ੁਰੂ ਹੋ ਗਈ ਹੈ ਪੰਜਾਬ ਦੇ ਵਿੱਚ, ਅੱਜ ਤੋਂ ਖਰੀਦ ਸ਼ੁਰੂ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਿੱਧੀ ਅਦਾਇਗੀ ਨਹੀਂ ਚਾਹੁੰਦੇ, ਆੜ੍ਹਤੀਆਂ ਦੇ ਨਾਲ ਰਿਸ਼ਤਾ ਆਪਣਾ ਕਾਇਮ ਰੱਖਣਾ ਚਾਹੁੰਦੇ ਨੇ, ਪਰ ਦੂਜੇ ਪਾਸੇ ਕੇਂਦਰ ਸਰਕਾਰ ਇਹ ਰਿਸ਼ਤਾ ਤੋੜਨਾ ਚਾਹੁੰਦੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਜਿਹੜਾ ਅੱਜ ਸਿੱਧੀ ਅਦਾਇਗੀ ਵਾਲਾ ਮਸਲਾ ਉੱਠਿਆ ਹੈ, ਇਹ ਵੀ ਤਿੰਨਾਂ ਖੇਤੀ ਕਾਨੂੰਨਾਂ ਨੂੰ ਕਿਸੇ ਢੰਗ ਨਾਲ ਸਿੱਧੇ ਢੰਗ ਨਾਲ ਲਾਗੂ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ। ਪਰ ਦੇਖਣਾ ਬੜਾ ਦਿਲਚਸਪ ਹੋਏਗਾ ਹੁਣ ਜਿਹੜਾ ਇਹ KMP ਦੇ ਉੱਤੇ ਧਰਨਾ ਦਿੱਤਾ ਗਿਆ ਹੈ, ਇਹ 24 ਘੰਟੇ ਰਹੂਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪੱਕੇ ਤੌਰ ਤੇ ਇੱਥੇ ਵੀ ਮੋਰਚੇ ਲੱਗਣਗੇ। ਕਿਉਂਕਿ ਜਿਹੜੇ ਵੀ ਕਿਸਾਨਾਂ ਨਾਲ ਗੱਲਬਾਤ ਅਸੀਂ ਕਰ ਰਹੇ ਹਾਂ, ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਦਿੱਲੀ ਪੂਰੀ ਜਾਮ ਕਰਾਂਗੇ ਤਾਂ ਹੀ ਕੇਂਦਰ ਸਰਕਾਰ ਜਾਗੇਗੀ, ਕਿਉਂਕਿ ਇਹ ਵੀ ਆਮ ਲੋਕ ਜਿਹੜੇ ਹੈਗੇ ਨੇ ਇੱਥੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਨੇ। ਇਸ ਨਾਲ ਕਈ ਆਮ ਲੋਕਾਂ ਨੂੰ ਵੀ ਪ੍ਰੋਬਲਮ ਹੋਰ ਹੋ ਰਹੀ ਹੈ, ਦਿੱਲੀ ਵਾਸੀਆਂ ਨੂੰ ਵੀ ਹੋ ਰਹੀ ਹੈ, ਪਰ ਇਸ ਲਈ ਕੇਂਦਰ ਸਰਕਾਰ ਨੂੰ ਛੇਤੀ ਤੋਂ ਛੇਤੀ ਜਾਗਣਾ ਚਾਹੀਦਾ ਹੈ। ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਸੰਧੂ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਖੇਤੀ ਮੰਤਰੀ ਭਾਰਤ ਦੇ ਨਰਿੰਦਰ ਸਿੰਘ ਤੋਮਰ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ ਜਿਹੜੇ ਅੰਦੋਲਨ ਨੇ, ਜਿਹੜੇ ਧਰਨੇ ਨੇ, ਇਹ ਬੰਦ ਕੀਤੇ ਜਾਣ ਤੇ ਅਸੀਂ ਗੱਲਬਾਤ ਲਈ ਤਿਆਰ ਹੈਗੇ ਹਾਂ ਜਥੇਬੰਦੀਆਂ ਦੇ ਨਾਲ। ਪਹਿਲਾਂ ਤਾਂ ਮੈਂ ਹਮਦਰਦ TV ਵਾਲਿਆਂ ਦਾ ਧੰਨਵਾਦ ਕਰਦਾ ਜੀ, ਜਿਹਨੇ ਸਾਡੇ ਅੰਦੋਲਨ ਨੂੰ ਲੋਕਾਂ ਤੱਕ ਪਹੁੰਚਾਇਆ। ਦੂਜੀ ਗੱਲ, ਤੋਮਰ ਸਾਹਿਬ ਜੋ ਕਹਿੰਦੇ ਆ ਜੀ ਉਹਦਾ ਕੋਈ ਅਰਥ ਨਹੀਂਗਾ, ਕਿਉਂਕਿ ਤੋਮਰ ਸਾਹਿਬ ਦੇ ਕੋਲ ਅਧਿਕਾਰ ਹੀ ਕੋਈ ਨਹੀਂਗਾ। 11 ਮੀਟਿੰਗਾਂ ਅਸੀਂ ਤੋਮਰ ਸਾਹਿਬ ਨਾਲ ਕੀਤੀਆਂ, ਉਹਨਾਂ ਨੂੰ ਤਾਂ ਘੰਟੇ ਬਾਅਦ ਪੁੱਛਣ ਜਾਣਾ ਪੈਂਦਾ ਵੀ ਅਸੀਂ ਕੀ ਕਰੀਏ ਕੀ ਨਾ ਕਰੀਏ। ਇਹ ਜਿਹੜੀ ਸਰਕਾਰ ਹੈ ਕੋਈ ਡੈਮੋਕ੍ਰੇਟਿਕ ਸਰਕਾਰ ਨਹੀਂ ਹੈ, ਸਿਰਫ 2 ਬੰਦੇ ਸਰਕਾਰ ਚਲਾ ਰਹੇ ਆ, ਅਮਿਤ ਸ਼ਾਹ ਤੇ ਮੋਦੀ। ਜਿੰਨਾ ਚਿਰ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਉਂਦੀ, ਉਹਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਮੋਦੀ ਨੇ ਬੜਾ ਚਿਰ ਪਹਿਲਾਂ ਕਿਹਾ ਸੀ ਕਿ ਅਸੀਂ 1 ਫੋਨ ਦੀ ਦੂਰੀ ਤੇ ਹਾਂ, 1 ਫੋਨ ਦੀ ਦੂਰੀ ਹਾਲੇ ਤੱਕ ਦੂਰ ਨਹੀਂ ਹੋਈ। ਮਤਲਬ ਉਧਰ ਹੀ 5 ਸਟੇਟਾਂ ਦੇ ਜ਼ੋਰ ਲਾਇਆ, ਰੋਜ਼ ਰੈਲੀਆਂ ਕਰ, ਰੋਜ਼ 50-50 100-100 ਰੈਲੀਆਂ ਰੱਖੀਆਂ ਇਹਨਾਂ ਨੇ। ਉਹਦਾ ਜ਼ੋਰ ਉਹਨਾਂ ਦੇ ਇਲੈਕਸ਼ਨ ਤੇ ਲੱਗਾ ਆ, ਕਿਸਾਨੀ ਅੰਦੋਲਨ ਵੱਲ ਉਹਨਾਂ ਦਾ ਧਿਆਨ ਘਟਿਆ। ਪਰ ਇਸ ਅੰਦੋਲਨ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ। ਜਿਹੜਾ ਤੋਮਰ ਇਹ ਕਹਿੰਦਾ ਅੰਦੋਲਨ ਖਤਮ ਕਰੋ, ਮੈਂ ਗੱਲ ਕਰੂੰਗਾ, ਜੇ ਅੰਦੋਲਨ ਚੱਲਦੇ ਗੱਲਾਂ ਬਾਤਾਂ ਹੁੰਦੀਆਂ ਕਦੇ ਅੰਦੋਲਨ ਮੁੱਕਣ ਤੋਂ ਬਾਅਦ ਗੱਲਾਂ ਨਹੀਂ ਹੁੰਦੀਆਂ। ਇਹਦਾ ਕੰਡੀਸ਼ਨ ਹੋ ਗਈ, ਇਹਦਾ ਮਤਲਬ ਇਹ ਆ ਵੀ ਗੱਲਬਾਤ ਵੀ ਕਰਨ ਨੂੰ ਤਿਆਰ ਨਹੀਂ।
ਕਿਸਾਨ ਅੰਦੋਲਨ ਖਤਮ ਕਰਨ ਨੂੰ ਤਿਆਰ ਆ। ਕਿਸਾਨ ਕਿਸੇ ਮੁੱਦੇ ਤੇ ਆਏ ਆ, ਉਹਨਾਂ ਦੀਆਂ ਮੰਗਾਂ ਮੰਨ ਲਓ, ਅੰਦੋਲਨ ਆਪਣੇ ਆਪ ਖਤਮ ਹੋ ਜਾਣਾ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਸਾਡੇ ਨਾਲ ਮੀਟਿੰਗ ਕਰੋ, ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਦੇਣੀ, ਖਤਮ ਕਰ ਦਾਂਗੇ। ਅੰਦੋਲਨ ਖਤਮ ਕੀਤੇ ਬਿਨਾਂ ਅੰਦੋਲਨ ਖਤਮ ਹੋਣ ਵਾਲਾ ਨਹੀਂ। ਮੰਗਾਂ ਮੰਨਣ ਦੀ ਗੱਲ ਕਰਦੇ ਪਰ ਦੂਜੇ ਪਾਸੇ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਕੁਝ ਕੁ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ। ਵੱਡੀ ਗਿਣਤੀ ਵਿੱਚ ਕਹਿੰਦੇ ਕਿਸਾਨ ਜਿਹੜੇ ਹੈਗੇ ਨੇ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਤੋਂ ਖੁਸ਼ ਹੈਗੇ ਨੇ। ਉਹ ਕਿਹੜੇ ਕਿਸਾਨ ਨੇ? ਤੁਸੀਂ ਇਹ ਦੱਸੋ ਵੀ ਹਿੰਦੁਸਤਾਨ ਦੀ ਕੋਈ ਕਿਸਾਨ ਜਥੇਬੰਦੀ ਜਿਹੜੀ ਅੰਦੋਲਨ ਤੋਂ ਪਹਿਲਾਂ ਦੀ ਬਣੀ ਹੋਵੇ, ਇੱਕ ਵੀ ਜਥੇਬੰਦੀ ਦਾ ਬਿਆਨ ਦੱਸ ਦਿਓ ਜਿਹਨੇ ਇਹਦੀ ਸਪੋਰਟ ਕੀਤੀ ਹੋਵੇ। ਟੋਟਲ ਪੰਜਾਬ ਦੀਆਂ, ਟੋਟਲ ਹਰਿਆਣਾ ਦੀਆਂ, ਟੋਟਲ ਹਿੰਦੁਸਤਾਨ ਦੇ 3 ਵੱਡੇ ਗਰੁੱਪ ਸੀ। ਕਾਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਕਿਸਾਨ ਮਹਾਸੰਘ ਤੇ ਕਿਸਾਨ ਇੱਕ ਹੋਰ ਸੀ ਉਹਨਾਂ ਦਾ, ਤਿੰਨਾਂ ਦੇ ਗਰੁੱਪ ਬਣ ਕੇ ਸੰਯੁਕਤ ਮੋਰਚਾ ਬਣਿਆ। ਇਹਦੇ ਵਿੱਚ 476 ਜਥੇਬੰਦੀਆਂ ਨਵੀਆਂ ਨੇ ਜਿਹੜੀਆਂ ਅੰਦੋਲਨ ਕਰਨ ਵਾਲੀਆਂ ਹੈ। ਇਹ ਜਥੇਬੰਦੀਆਂ ਨੇ ਆਲ ਇੰਡੀਆ ਪੱਧਰ ਤੇ ਉਦੋਂ ਮੋਰਚਾ ਬਣਾਇਆ ਸੀ ਜਦੋਂ 18 ਵਿੱਚ ਮੱਧ ਪ੍ਰਦੇਸ਼ ਦੀ ਬੀਜੇਪੀ ਸਰਕਾਰ ਨੇ ਮੰਦਸੌਰ ਦੇ ਵਿੱਚ 6 ਜੂਨ ਨੂੰ 6 ਕਿਸਾਨ ਸ਼ਹੀਦ ਕੀਤੇ ਸੀ। ਉਹ ਸ਼ਹਾਦਤ ਦਾ ਮੁੱਲ ਆ ਵੀ ਅੱਜ ਇਹ ਆਲ ਇੰਡੀਆ ਪੱਧਰ ਤੇ ਜਥੇਬੰਦੀਆਂ ਇਕੱਠੀਆਂ ਹੋਈਆਂ। ਜਿਹੜੀਆਂ ਜਥੇਬੰਦੀਆਂ ਨੇ ਕੋਰਟ ਵਿੱਚ ਵੀ ਲਿਆਏ ਆ, ਸਾਰੀਆਂ ਡੰਬੀ ਜਥੇਬੰਦੀਆਂ ਰਾਹੀਂ ਰਿਪੋਰਟ ਕੀਤੀ ਆ। ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਇੱਕ ਬਣਾਈ ਸੀ, ਉਹ ਚੋਂ ਜਿਹੜਾ ਕਿਸਾਨ ਜਥੇਬੰਦੀ ਨੁਮਾਇੰਦਾ ਉਸੇ ਵੇਲੇ ਅਸਤੀਫਾ ਕਰ ਦੇ ਗਿਆ। ਉਲਟਾ ਉਹਦੀ ਜਥੇਬੰਦੀ ਟੁੱਟ ਗਈ ਜਿਹਨੇ ਉਹਦੀ ਸਪੋਰਟ ਕੀਤੀ ਆ। ਇਹ ਕਹਿਣ ਦੀਆਂ ਗੱਲਾਂ ਆ, ਕੋਈ ਜਥੇਬੰਦੀ ਦਾ ਨਾਂ ਲੈਣ ਵੀ ਫਲਾਨੀ ਜਥੇਬੰਦੀ ਉਹਦੇ ਹੱਕ 'ਚ ਆ, ਫਿਰ ਅਸੀਂ ਮੰਨ ਸਕਦੇ ਹਾਂ। ਬੇਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ। ਸੋ ਗੱਲਬਾਤ ਜਿਵੇਂ ਬੰਦ ਪਈ ਹੈ, ਕੇਂਦਰ ਸਰਕਾਰ ਜਿਵੇਂ ਕਹਿ ਰਹੀ ਹੈ ਅੰਦੋਲਨ ਪਹਿਲਾਂ ਖਤਮ ਕਰੋ, ਤੁਸੀਂ ਕਹਿੰਦੇ ਅੰਦੋਲਨ ਤਾਂ ਚੱਲਦਾ ਹੀ ਰਹੂਗਾ ਨਾ, ਤੇ ਇਸ ਵਿਚਾਲੇ ਹੁਣ ਗੱਲਬਾਤ ਅਗਲੀ ਸ਼ੁਰੂ ਕਿਵੇਂ ਹੋ ਸਕਦੀ ਹੈ? ਤੁਹਾਡੇ ਨਾਲ ਕਿਸੇ ਬਿਊਰੋਕ੍ਰੇਸੀ ਨੇ ਕੋਈ ਸੰਪਰਕ ਕੀਤਾ? ਕੋਈ ਵਿੱਚ ਦੌਰਾਨ ਨਿਕਲ ਰਿਹਾ ਕਿ ਨਹੀਂ ਨਿਕਲ ਰਿਹਾ? ਸੰਪਰਕ ਤਾਂ ਜੀ ਸਦਾ ਚੱਲ ਰਿਹਾ। ਸਰਕਾਰਾਂ ਰਾਤਾਂ ਨੂੰ ਜਾਗਦੀਆਂ, ਆਪਾਂ ਤਾਂ ਦਿਨ ਨੂੰ ਜਾਗਦੇ ਹਾਂ। ਇਹ ਸੰਪਰਕ ਚੱਲਦੇ ਰਹਿੰਦੇ ਹੁੰਦੇ ਆ। ਇਹ ਗੱਲਬਾਤ ਤਾਂ ਬੰਦ ਹੋਈ ਆ ਵੀ ਜਦੋਂ ਮੀਟਿੰਗ ਦੇ ਵਿੱਚੋਂ ਨਿਕਲਣਾ ਕੁਛ ਨਹੀਂ, ਚੱਲ ਗਏ ਆ ਗਏ, ਕੁਛ ਨਹੀਂ ਬਣਿਆ, ਚੱਲ ਗਏ ਆ ਗਏ, ਫੇਲ। ਉਹਦੇ ਨਾਲੋਂ ਅਸੀਂ ਉਹਨਾਂ ਨੂੰ ਇਹ ਕਿਹਾ ਆ ਵੀ 1 ਜਾਂ 2 ਮੀਟਿੰਗ ਕਰਾਂਗੇ ਵੱਧ ਤੋਂ ਵੱਧ, ਤੁਸੀਂ ਆਪਣਾ ਮਾਈਂਡ ਬਣਾਓ, ਫਿਰ ਅਸੀਂ ਆਵਾਂਗੇ। ਉਹਦਾ ਮਤਲਬ ਕੋਈ ਨਹੀਂ ਆ ਗਏ ਤੇ ਚੱਲ ਗਏ, ਚਾਹ ਪੀਣ ਥੋੜੀ ਹੋਣੇ ਆ। ਬਾਅਦ ਵਿੱਚ ਅਸੀਂ ਚਾਹ ਵੀ ਬੰਦ ਕਰਤੀ, ਰੋਟੀ ਬੰਦ ਕਰਤੀ, ਤੁਹਾਡੇ ਸਾਹਮਣੇ ਪਤਾ। ਉਹਦੇ ਨਾਲ ਸਗੋਂ ਇਰੀਟੇਸ਼ਨ ਵੱਧਦੀ ਆ। ਜਿੰਨਾ ਚਿਰ ਤੱਕ ਸਰਕਾਰ ਕੈਬਨਿਟ ਕੋਈ ਫੈਸਲਾ ਨਹੀਂ ਕਰਦੀ, ਕਿਸੇ ਤੋਮਰ ਨੇ, ਕਿਸੇ ਗੋਇਲ ਨੇ ਕੁਛ ਨਹੀਂ ਕਰਨਾ। ਪਰ ਇਹਦੇ ਦਰਮਿਆਨ, ਅੰਦੋਲਨ ਦੇ ਦਰਮਿਆਨ ਜਿੰਨੇ ਉਹਨੇ ਨਵੇਂ ਭਾਰ ਪਾਉਣ ਦੀ ਕੋਸ਼ਿਸ਼ ਕੀਤੀ ਆ, ਸਟੈਪ ਉਹਨਾਂ ਨੂੰ ਪਿੱਛੇ ਲੈਣਾ ਪਿਆ। ਉਹਨਾਂ ਨੇ ਪਹਿਲਾਂ ਸਾਡੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ, ਸਾਨੂੰ ਥਕਾਉਣ ਦੀ ਕੋਸ਼ਿਸ਼ ਕੀਤੀ, ਕਦੇ ਸਾਨੂੰ ਖਾਲਿਸਤਾਨੀ, ਕਦੇ ਸਾਨੂੰ ਨਕਸਲ, ਕਦੇ ਕਾਂਗਰਸ ਸਪੋਰਟਡ, ਬੜਾ ਕੁਛ ਕਿਹਾ, ਪਰ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ। ਉਸ ਤੋਂ ਬਾਅਦ ਪਿਛਲਾ ਮਹੀਨਾ ਉਹਨੇ ਸਾਨੂੰ ਡਰਾਉਣ ਤੇ ਲਾਇਆ ਕਿ ਜੇ ਤੁਸੀਂ ਨਹੀਂ ਹਟਦੇ ਤਾਂ ਤੁਹਾਨੂੰ ਹੋਰ ਪਰੇਸ਼ਾਨ ਕਰਾਂਗੇ। ਉਦਾਹਰਨ ਦੇ ਤੌਰ ਤੇ ਇਹ ਕਣਕ ਦੀ ਸਿੱਲ 14 ਤੋਂ 12 ਕਰਤੀ, 12 ਸਿੱਲ ਹੁੰਦੀ ਨਹੀਂ ਕਣਕ ਦੀ ਕਦੀ। 14 ਤੇ ਤਾਂ ਇਹਦੀ ਉਹ ਕੀ ਕਹਿੰਦੇ ਆ, ਆਟਾ ਬਣਾਉਂਦੇ ਆ, ਉਦੋਂ ਥੱਲੇ ਨਹੀਂ ਲਿਆਂਦਾ ਜਾ ਸਕਦਾ। 16 ਤੋਂ ਘੱਟ ਜਿਹੜਾ ਝੋਨੇ ਦੀ ਛਿੱਲਕ ਨਹੀਂ ਹੋ ਸਕਦੀ। ਇਹ ਜਾਣ ਬੁੱਝ ਕੇ ਕਰਦੇ ਆ ਵੀ ਨਾ 12 ਆਵੇ ਤੇ ਨਾ ਖਰੀਦੀਏ। ਨਾਲ ਉਹ ਜਿਹੜਾ ਫੋਰਨ ਆਰਟੀਕਲ ਹੁੰਦੇ ਆ, ਜਿਹੜਾ ਮਾੜਾ ਦਾਣਾ ਕੋਈ ਹੋਰ, ਉਹ 0.75 ਤੋਂ 0.5 ਕਰਤਾ, ਉਹ ਵੀ ਸੰਭਵ ਨਹੀਂ ਹੁੰਦਾ। ਇਹਨਾਂ ਨੇ ਜਿਹੜੀਆਂ ਉਹ ਸ਼ਰਤਾਂ ਲਾਈਆਂ ਤੇ ਮੁੜ ਕੇ ਵਾਪਸ ਕਿਉਂ ਲੈਣੀਆਂ ਪੈ ਗਈਆਂ? ਇਹ ਅੰਦੋਲਨ ਦਾ ਸਿੱਟਾ ਆ। ਉਹਨੇ ਡਰਾਉਣ ਦੀ ਕੋਸ਼ਿਸ਼ ਕੀਤੀ, ਕਿਸਾਨ ਨਹੀਂ ਡਰੇ। ਉਸ ਤੋਂ ਬਾਅਦ ਇਹਨੇ ਕਹਿ ਦਿੱਤਾ ਵੀ ਕਿਸਾਨਾਂ ਨੂੰ ਉਹਨੂੰ ਪੈਸਾ ਮਿਲੂਗਾ ਡਾਇਰੈਕਟ ਪੇਮੈਂਟ ਜਿੰਨੀ ਉਹਦੀ ਮਾਲਕੀ ਆ, ਜਿਹੜੀ ਠੇਕੇ ਦੇ ਕਾਰਡ ਨੂੰ ਪੈਸਾ ਨਹੀਂ ਮਿਲੂਗਾ, ਉਹ ਵੀ ਵਾਪਸ ਲੈਣਾ ਪੈ ਗਿਆ ਤੁਹਾਡੇ ਸਾਹਮਣੇ। ਫਿਰ ਇਹਨਾਂ ਨੇ 700 ਰੁਪਈਆ ਡਾਏ ਦਾ ਰੇਟ ਵਧਾਤਾ। 2 ਦਿਨ ਦੇ ਪ੍ਰੈਸ਼ਰ ਤੋਂ ਬਾਅਦ ਨੂੰ ਵਾਪਸ ਲੈਣਾ ਪੈ ਗਿਆ। ਇਹ ਨਵੇਂ ਬੈਗਾਂ ਤੇ ਰੇਟ ਲਿਖ ਹੋ ਗਏ ਗਲਤੀ ਨਾਲ ਸਾਡੇ ਕੋਲੋਂ, ਅਸੀਂ ਪੁਰਾਣੇ ਰੇਟ ਤੇ ਦੇਵਾਂਗੇ। ਇਹ ਜਿੰਨਾ ਉਹ ਡਰਾਉਂਦੇ ਆ ਕਿਸਾਨ ਉਨਾ ਹੀ ਗਰਮ ਹੁੰਦੇ ਆ, ਉਦੋਂ ਬਾਅਦ ਫਿਰ ਸਟੈਪ ਪਿੱਛੇ ਨੂੰ ਆਉਂਦੇ ਆ। ਇਹ ਇੱਕ ਈਗੋ ਆ ਉਹਨਾਂ ਦੀ ਵੀ ਜਿੰਨਾ ਕਿ ਇਹ ਕਿਸਾਨ ਮੰਨ ਜਾਣ, ਥੱਕ ਜਾਣ, ਵਾਢੀਆਂ ਚੱਲ ਜਾਣ। ਅਸੀਂ ਪਹਿਲਾਂ ਵੀ ਝੋਨਾ ਚੱਕ ਲਿਆ, ਹੁਣ ਵੀ ਸਾਡੀ ਕਣਕ ਚੱਕ ਹੋ ਜਾਣੀ ਆ। ਹੁਣ ਤਾਂ ਜਥੇਬੰਦੀਆਂ ਇੰਨੀਆਂ ਮੌਜੂਦ ਹੋ ਗਈਆਂ ਵੀ ਲੋਕ ਟਰੈਕਟਰ ਤੋਂ ਕੋਈ ਨਹੀਂ ਜਾਣਾ। ਪਿਛਲੇ ਲੋਕਾਂ ਨੇ ਆਪਣੀ ਬਾਰੀਆਂ ਬੰਨੀਆਂ ਆ, ਕੰਬਾਈਨ ਦੇ ਨਾਲ 2-3 ਟਰੈਕਟਰ ਹੁੰਦੇ ਹੀ ਆ, 10-12 ਘਰਿਆਂ ਦੇ ਆ ਕੰਬਾਈਨ ਵੱਢਦੀ ਆ ਕਣਕ, ਉਹ ਲੋਕਾਂ ਨੇ ਕਣਕ ਵੱਢ ਕੇ ਛੱਡ ਦੇਣੀ ਆ, ਕੋਈ ਸਮੱਸਿਆ ਨਹੀਂ ਹੋਣੀ। ਪੱਲੇਦਾਰ ਸ਼ਾਮਲ ਆ, ਆੜ੍ਹਤੀਏ ਸ਼ਾਮਲ ਆ, ਮਜ਼ਦੂਰ ਇਹਦੇ ਵਿੱਚ ਸ਼ਾਮਲ ਆ। ਇਹਦਾ ਘੇਰਾ ਤਾਂ ਵੱਧ ਰਿਹਾ। 14 ਤਰੀਕ ਨੂੰ ਅਸੀਂ ਅੰਬੇਦਕਰ ਦਾ ਦਿਨ ਮਨਾ ਰਹੇ ਹਾਂ, ਜਿਹਦੇ ਵਿੱਚ ਬਹੁਜਨ ਸਮਾਜ ਵਾਲੇ ਸਟੇਜ ਚਲਾਉਣੀ ਹੈ। ਉਹ ਤੋਂ ਡਰਦੇ ਨੇ, ਹਰਿਆਣੇ ਵਾਲੇ ਕਹਿ ਦਿੱਤਾ ਵੀ ਅਸੀਂ ਵੀ ਮਨਾਵਾਂਗੇ। ਕਿਉਂ ਮਨਾਓਗੇ? ਸੰਵਿਧਾਨ ਤੁਸੀਂ ਤੋੜ ਰਹੇ ਹੋ, ਸੰਵਿਧਾਨ ਦੀ ਰਾਖੀ ਕੀ ਕਰਨੀ ਤੁਸੀਂ? ਸੰਵਿਧਾਨ ਤੋੜ ਕੇ ਕਾਨੂੰਨ ਬਣਾਏ ਆ। ਇਹ ਜਿਹੜੀ ਐਗਰੀਕਲਚਰ ਮਾਰਕੀਟਿੰਗ ਆ, ਇਹ ਸਟੇਟ ਸਬਜੈਕਟ ਆ। ਇਹ ਸੈਂਟਰ ਵਾਲਾ ਕਿਵੇਂ ਕਰਤਾ? ਸੰਵਿਧਾਨ ਨੂੰ ਤੁਸੀਂ ਤੋੜ ਰਹੇ ਹੋ। ਤੁਸੀਂ ਸੰਵਿਧਾਨ ਦੀ ਰਾਖੀ ਦੇ ਨਾਂ ਤੇ ਇੱਕ ਡਰਾਮਾ ਕਰ ਰਹੇ ਹੋ। ਪਰ ਸਾਨੂੰ ਪੱਕਾ ਪਤਾ ਵੀ ਲੋਕ ਜਿਹੜੇ ਆ, ਜਿਹੜੇ ਬਹੁਤ ਸਮਾਜ ਆ, ਸਾਡੇ ਕੋਲ ਆਉਣਗੇ, ਸਾਡੀ ਗੱਲ ਸੁਣਨਗੇ, ਇਹਨੇ ਗੱਲ ਨਹੀਂ ਸੁਣਨੀ। ਜੀ ਸੰਧੂ, ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ, ਤੁਸੀਂ ਦੂਜੇ ਸੂਬਿਆਂ ਦੇ ਵਿੱਚ ਵੀ ਗਏ, 5 ਸੂਬਿਆਂ ਦੇ ਵਿੱਚ ਜਾ ਕੇ ਪ੍ਰਚਾਰ ਕਰਕੇ ਕਿ ਬੀਜੇਪੀ ਨੂੰ ਤੁਸੀਂ ਵੋਟ ਨਹੀਂ ਪਾਉਣੀ ਹੈਗੀ। ਲਗਭਗ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਕਿਸਾਨੀ ਨੂੰ ਲੈ ਕੇ ਸਭ ਦੀ ਇੱਕੋ ਹੀ ਸਾਂਝੀ ਰਾਏ ਲੱਗਦੀ ਹੈਗੀ ਹੈ। ਤੇ ਚੋਣਾਂ ਪੰਜਾਬ ਦੇ ਵਿੱਚ ਵੀ ਹੋਣ ਜਾ ਰਹੀਆਂ ਨੇ, ਤੇ ਪੰਜਾਬ ਦੇ ਵਿੱਚ ਹਮਦਰ ਟੀਵੀ ਦੇ ਵੱਲੋਂ ਪਿੰਡਾਂ ਦੇ ਵਿੱਚ ਕਾਫੀ ਕਵਰੇਜ ਕੀਤੀ ਜਾ ਰਹੀ ਹੈ। ਹਰ ਇੱਕ ਪਿੰਡ ਵਿੱਚ ਜਾ ਕੇ
ਸਿਆਸੀ ਸਮੀਕਰਨ ਭਾਂਪੇ ਜਾ ਰਹੇ ਨੇ। ਲੋਕ ਬੜਾ ਭਰੋਸਾ ਕਰਨ ਲੱਗ ਗਏ ਨੇ ਕਿਸਾਨ ਆਗੂਆਂ ਤੇ। ਉਹਨਾਂ ਦਾ ਕਹਿਣਾ ਕਿ ਸਾਡੇ ਕਿਸਾਨ ਆਗੂ ਬੜੇ ਸਿਆਣੇ ਹੈਗੇ ਨੇ ਤੇ ਇਮਾਨਦਾਰ ਹੈਗੇ ਨੇ। ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਲੋਹਾ ਗਰਮ ਹੈ। ਹੁਣ ਤੁਸੀਂ ਦੱਸੋ, ਸੱਟ ਮਾਰੋਗੇ ਕਿ ਨਹੀਂ ਮਾਰੋਗੇ? ਦੇਖੋ, ਸਾਡੇ 'ਚ ਵਿਸ਼ਵਾਸ ਆ। ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਇੱਕ ਵਿਚਾਰਧਾਰਾ ਦੀਆਂ ਨੇ। ਅਸੀਂ ਖੇਤੀ ਦੇ ਜਿਹੜੇ ਕਾਨੂੰਨ ਖੇਤੀਬਾੜੀ ਦੇ ਖਿਲਾਫ ਆ, ਆਉਣ ਵਾਲੀਆਂ ਪੀੜ੍ਹੀਆਂ ਦੇ ਖਿਲਾਫ ਆ, ਅਸੀਂ ਉਹ 'ਤੇ ਇਕੱਠੇ ਹੋਏ ਹਾਂ। ਕੁਦਰਤੀ ਹੁੰਦਾ ਤੇ ਜਿਹੜੀਆਂ ਪ੍ਰੋ ਕਾਰਪੋਰੇਟ ਪਾਰਟੀਆਂ ਆ ਉਹਨਾਂ ਦੇ ਖਿਲਾਫ ਲੋਕ ਜਾਣਗੇ। ਇਹ ਪ੍ਰੋ ਕਾਰਪੋਰੇਟ ਕੱਲੀ ਬੀਜੇਪੀ ਨਹੀਂ, ਕਾਂਗਰਸ ਵਾਲਿਆਂ ਨੇ ਕਾਨੂੰਨ ਪਾਸ ਕੀਤੇ ਸੀ। ਮਨਮੋਹਨ ਸਿੰਘ ਦੇ 95 ਦੇ ਕਾਨੂੰਨ ਬਣੇ ਆ, ਲਾਗੂ ਇਹਨਾਂ ਨੇ ਇਮੀਡੀਏਟ ਕਰਤੇ ਆ। ਉਹਦਾ ਪ੍ਰੋਟੈਸਟ ਕਰੋਨਾ ਇੱਕ ਡਰਾਮਾ ਕਰਕੇ ਨਾ ਪਹਿਲਾਂ ਤਾਂ ਕਿਰਤ ਕਾਨੂੰਨ ਤੋੜੇ, ਇੰਡਸਟਰੀ ਬੰਦ ਕਰਕੇ 12 ਕਰੋੜ ਲੋਕ ਬੇਕਾਰ ਕਰ ਦਿੱਤੇ। ਇਹਨਾਂ ਨੇ ਸਮਝੋ ਕਿਸਾਨ ਵੀ ਸ਼ਹਿਰ ਨਹੀਂ ਨਿਕਲਣਗੇ, ਕਿਉਂਕਿ ਕਿਸਾਨ ਅੰਦਰ ਨਹੀਂ ਰਹਿੰਦਾ, ਕਿਸਾਨ ਖੇਤਾਂ ਰਹਿੰਦਾ। ਚਾਹੇ ਸਿਆਲ ਹੋਵੇ ਚਾਹੇ ਹਾੜ ਹੋਵੇ, ਉਹਨੇ ਜ਼ਮੀਨ 'ਚ ਰਹਿਣਾ, ਉਹਨੂੰ ਨਹੀਂ ਫਰਕ ਪੈਂਦਾ ਸੜਕ ਤੇ ਜਾਣਾ ਖੇਤ ਜਾਣਾ, ਉਹਨੂੰ ਕੋਈ ਫਰਕ ਨਹੀਂ ਸੀ। ਇਸ ਕਰਕੇ ਮੈਦਾਨ 'ਚ ਆ ਗਿਆ। ਅੱਜ ਇਹ ਜਥੇਬੰਦੀਆਂ ਦਾ ਘੇਰਾ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ ਸੀ, ਹਰਿਆਣੇ ਵਾਲੇ ਪੰਜਾਬ ਤੋਂ 19 ਤੋਂ ਜਾਂ 21 ਕਰਤਾ, ਹੁਣ 21 ਸਟੇਟਾਂ ਚੱਲ ਰਿਹਾ ਅੰਦੋਲਨ। ਔਰ ਇਹ ਅੰਦੋਲਨ ਪਿੱਛੇ ਮੁੜਨ ਵਾਲੇ ਕਿਸਾਨੀ ਅੰਦੋਲਨ ਕਦੇ ਹਾਰਿਆ ਨਹੀਂ ਅੱਜ ਤੱਕ ਕੋਈ ਵੀ। ਚਾਹੇ 1907 ਦਾ ਪਗੜੀ ਸੰਭਾਲ ਜੱਟਾ ਸੀ, ਚਾਹੇ 1948-52 ਦਾ ਪੈਪਸੂ ਦਾ ਅੰਦੋਲਨ ਸੀ, 19 ਲੱਖ ਖੇਤ ਕਿਸਾਨਾਂ ਨੇ ਸਾਂਭਿਆ, ਰਾਜੇ ਮਹਾਰਾਜੇ ਭਜਾਏ ਪਟਿਆਲੇ ਭੇਜਦੇ ਸੀਗੇ। ਚਾਹੇ ਖੁਸ਼ਹਸੀਤੀ ਮੋਰਚਾ ਸੀ, ਜਿੰਨੇ ਵੀ ਅੰਦੋਲਨ ਕਿਸਾਨ, ਚਾਹੇ ਬਿਜਲੀ ਦੇ ਬਿੱਲਾਂ ਦਾ ਸਵਾਲ ਸੀ, ਕਿਸਾਨਾਂ ਨੇ ਲੜਾਈ ਜਿੱਤ ਕੇ ਪਿੱਛੇ ਮੁੜੇ ਆ। ਜਿੱਤੇ ਬਿਨਾਂ ਕਿਸਾਨ ਕਦੇ ਪਿੱਛੇ ਨਹੀਂ ਮੁੜਦਾ। ਕਿਉਂ ਨਹੀਂ ਮੁੜਦਾ? ਇਹ ਕਿਸਾਨੀ ਸੁਭਾਅ ਆ। ਪਹਿਲੇ ਤੁਰਦਾ ਬੜਾ ਮੁਸ਼ਕਲ ਨਾਲ ਆ, ਫਿਰ ਮੁੜਦਾ ਵੀ ਮੁਸ਼ਕਲ ਨਾਲ ਹੀ ਆ। ਜਿੱਤੇ ਬਿਨਾਂ ਨਹੀਂ ਮੁੜੂਗਾ। ਜੇ ਜਿੱਤ ਹੁੰਦੀ ਹੈ ਇਸ ਦੀ, ਤੇ ਪੰਜਾਬ ਦੇ ਜਿਹੜੇ ਲੋਕ ਆਸਾਂ ਲਾਈ ਬੈਠੇ ਨੇ ਇਸ ਅੰਦੋਲਨ ਦੇ ਵਿੱਚੋਂ ਕੋਈ ਸਿਆਸੀ ਪਾਰਟੀ ਉਭਰੂਗੀ, ਕੋਈ ਕਿਸਾਨਾਂ ਦੇ ਵਿੱਚੋਂ ਹੀ ਕਹਿੰਦੇ ਕੋਈ ਮੁੱਖ ਮੰਤਰੀ ਬਣੂਗਾ, ਇਮਾਨਦਾਰ ਮੁੱਖ ਮੰਤਰੀ ਵਾਲਾ ਦੇਖਣਾ ਚਾਹੁੰਦੇ ਨੇ। ਉਹਨਾਂ ਦੀ ਉਮੀਦਾਂ ਦੇ ਉੱਤੇ ਵੀ ਕਿਸਾਨ ਜਥੇਬੰਦੀਆਂ ਖਰਾ ਉਤਰਨਗੀਆਂ ਫਿਰ? ਨਹੀਂ, ਸਾਡੇ ਏਜੰਡੇ ਤੇ ਹਾਲੇ ਖੇਤੀਬਾੜੀ ਦੇ ਕਾਨੂੰਨ ਵਾਪਸ ਕਰਾਉਣਾ ਆ, ਜਿੱਤ ਪ੍ਰਾਪਤ ਕਰਨੀ ਆ। ਇਹ ਗੱਲਾਂ ਜਿੱਤ ਤੋਂ ਬਾਅਦ ਦੀਆਂ ਗੱਲਾਂ ਆ। ਅੱਜੇ ਜੇ ਅਸੀਂ ਨੂੰ ਸ਼ੁਰੂ ਕਰ ਦਈਏ, ਲੋਕ ਇਹ ਵੀ ਕਹਿਣਗੇ ਖਰਿਆ ਗਏ ਇਸ ਕੰਮ ਲਈ ਸੀਗੇ ਅਸੀਂ। ਅੱਜ ਇਹ ਸਾਡੇ ਏਜੰਡੇ ਤੇ ਨਹੀਂ। ਇੱਕ ਸਵਾਲ ਦਾ ਜਵਾਬ ਮੈਂ ਤੁਹਾਡੇ ਤੋਂ ਚਾਹੁੰਦਾ। ਲੱਖਾ ਸਿਧਾਣਾ ਹੋ ਗਏ, ਦੀਪ ਸਿੱਧੂ ਹੋ ਗਏ, ਇਹਨਾਂ ਨੂੰ ਪਹਿਲਾਂ ਸਟੇਜ ਤੋਂ ਤਾਂ ਨਹੀਂ ਬੋਲਣ ਦਿੱਤਾ ਜਾਂਦਾ ਸੀਗਾ ਕਿਤੇ ਅੰਦੋਲਨ ਨੂੰ ਢਾਹ ਨਾ ਲੱਗ ਜਾਵੇ। ਹੁਣ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਕਿ ਲੱਖਾ ਸਿਧਾਣਾ ਵੀ ਹੁਣ ਸਟੇਜ ਤੋਂ ਬੋਲੂਗਾ। ਕੀ ਲੱਗਦਾ ਕਿ ਲੱਖੇ ਸਿਧਾਣਾ ਦੇ ਸਟੇਜ ਤੋਂ ਬੋਲਣ ਦੇ ਨਾਲ ਅੰਦੋਲਨ ਨੂੰ ਮਜ਼ਬੂਤੀ ਮਿਲੇਗੀ ਜਾਂ ਨੁਕਸਾਨ ਹੋ ਸਕਦਾ? ਦੇਖੋ, ਸਾਡੀ ਤਾਂ ਹਮਾਇਤ, ਤੁਸੀਂ ਆ ਜਿਹੜਾ ਕੰਮ ਕਰ ਰਹੇ ਹੋ ਨਹੀਂ ਬੋਲਦੇ ਤਾਂ ਕਿਹੜਾ ਸਾਡੀ ਫਾਇਦਾ ਨਹੀਂ ਕਰਦੇ। ਕੋਈ ਵੀ ਅੰਦੋਲਨ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਦਾ ਉਹ ਸਾਡਾ ਹਮਾਇਤੀ ਆ। ਕੱਲ ਬੀਜੇਪੀ ਦੇ ਗ੍ਰਹਿ ਮੰਤਰੀ ਨੇ, ਹੋਮ ਮਿਨਿਸਟਰ ਨੇ, ਹਰਿਆਣਾ ਨੇ ਕਿਹਾ ਮੈਂ ਚਿੱਠੀ ਲਿਖੂੰਗਾ ਤੋਮਰ ਨੂੰ। ਅਸੀਂ ਤਾਂ ਉਹਨੂੰ ਵੈਲਕਮ ਕੀਤਾ। ਇਹਦੇ ਹੱਕ 'ਚ ਨਾਰਾ ਮਾਰਨ ਵਾਲਾ ਚਾਹੇ ਘਰ ਬੈਠਾ, ਚਾਹੇ ਸਟੇਜ 'ਤੇ ਆ, ਚਾਹੇ ਗਰਾਊਂਡ ਬੈਠਿਆ, ਉਹ ਸਾਡੀ ਹਮਾਇਤ ਆ। ਜਿੱਥੋਂ ਤੱਕ ਦੀਪ ਸਿੱਧੂ ਦਾ ਸਵਾਲ ਆ, ਦੀਪ ਸਿੱਧੂ ਸਾਡੇ ਇਸ ਅੰਦੋਲਨ ਦਾ ਹਿੱਸਾ ਨਹੀਂ ਰਿਹਾ। ਉਹਨੇ ਆਪਣਾ ਵੱਖਰਾ ਅੰਦੋਲਨ ਚਲਾਇਆ, ਵੱਖਰੀਆਂ ਮੰਗਾਂ ਤੇ ਚਲਾਇਆ। ਜੇ ਉਹ ਇਹਨਾਂ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ, ਇਸ ਅੰਦੋਲਨ ਦੀਆਂ ਮੰਗਾਂ ਨੂੰ ਅਡਾਪਟ ਕਰੇ। ਖੁਦ ਮੁਖਤਾਰੀ, ਖਾਲਿਸਤਾਨ, ਆਨੰਦਪੁਰ ਦਾ ਮਤਾ, ਉਹਨਾਂ ਮੰਗਾਂ ਨਾਲ ਸਾਡਾ ਕੋਈ ਸੰਬੰਧ ਨਹੀਂ। ਇਹ 'ਚ ਆਨੰਦਪੁਰ ਦੇ ਮਤੇ ਦੇ ਹੱਕ ਵਾਲੇ ਵੀ ਹੋਣਗੇ, ਵਿਰੋਧ ਵਾਲੇ ਵੀ ਹੋਣਗੇ। ਤੁਸੀਂ ਦੇਖਦੇ ਆ ਵੀ ਲਾਲ, ਪੀਲੇ, ਹਰੇ, ਚਿੱਟੇ ਸਾਰੇ ਇਕੱਠੇ ਹਨ, ਇਕੱਠੇ ਹੈਗੇ ਆ ਆਪਣੀਆਂ ਮੰਗਾਂ ਤੇ। ਜੇ ਤੁਸੀਂ ਸਿਆਸੀ ਮੁੱਦਾ ਇਹ 'ਤੇ ਲਿਆਓਗੇ, ਇਹਦੇ ਵਿੱਚ ਦਫਾੜ ਪੈ ਜਾਓਗੇ। ਜੇ ਦੀਪ ਸਿੱਧੂ ਵੀ ਇਹਨਾਂ ਮੁੱਦਿਆਂ ਤੇ ਆ ਕੇ ਆਉਣਾ ਚਾਹੁੰਦਾ, ਸਾਨੂੰ ਕੋਈ ਇਤਰਾਜ਼ ਨਹੀਂਗਾ। ਹਰ ਬੰਦਾ, ਅਸੀਂ ਤਾਂ ਤੁਹਾਨੂੰ ਕਹਿੰਦੇ ਤੁਸੀਂ ਸਟੇਜ 'ਤੇ ਬੋਲੋ, ਪਰ ਬੋਲੋ ਮੁੱਦਿਆਂ ਤੇ। ਜੇ ਮੁੱਦਿਆਂ ਤੋਂ ਬਾਹਰ ਬੋਲੋਗੇ, ਇਹ ਡਰੇਲ ਹੋ ਜਾਊਗਾ ਮੋਰਚਾ, ਫਿਰ ਮੋਰਚਾ ਨਹੀਂ ਰਹੂਗਾ। ਸੋ KMP ਤੇ ਜਿਹੜਾ ਅੱਜ ਇੱਥੇ ਧਰਨਾ ਲਾਇਆ ਗਿਆ, ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਇਸ ਧਰਨੇ ਦਾ ਕੀ ਅਸਰ ਨਜ਼ਰ ਆਊਗਾ ਕੇਂਦਰ ਸਰਕਾਰ ਦੇ ਉੱਤੇ? ਕੀ ਸੋਚ ਕੇ ਇੱਥੇ ਧਰਨਾ ਲਾਇਆ ਤੁਸੀਂ? ਐਜੀਟੇਸ਼ਨ ਦਾ ਦੇਖੋ, ਕਿਸੇ ਤਰ੍ਹਾਂ ਦੀ ਵੀ ਕਰੀਏ ਸਰਕਾਰਾਂ ਤੇ ਉਹਦਾ ਅਸਰ ਪੈਂਦਾ। ਅੱਜ ਤੋਂ ਮੈਨੂੰ ਬੋਲਣ ਦੀ ਕਿਉਂ ਲੋੜ ਪੈ ਗਈ? ਜੇ ਅਸੀਂ ਘੰਟੇ ਦਾ ਕਰਦੇ, 2 ਘੰਟੇ ਦਾ ਚੁੱਪ ਕਰਕੇ ਬੈਠੇ ਸੀ, ਅੱਜ ਇਹ 24 ਘੰਟੇ ਦਾ ਲਾਇਆ। ਇਹਦਾ ਸਾਰੀ ਦੁਨੀਆ 'ਚ ਪ੍ਰਚਾਰ ਜਾਣਾ, ਦੁਨੀਆ ਪ੍ਰਚਾਰ ਜਾਣਾ ਵੀ ਸਰਕਾਰ ਕਿੱਥੇ ਆ। ਅੱਜ ਇਹ ਕਿਸਾਨ ਗ੍ਰਿਫਤਾਰ ਕੀਤੇ ਆ, ਉਹਦੇ ਨਾਲ ਗੁੱਸਾ ਹੋਰ ਵਧਣਾ, ਘਟਣਾ ਨਹੀਂ, ਵਧਣਾ ਆ। ਸਾਡੇ ਗ੍ਰਿਫਤਾਰ ਲੱਖੇ ਸਿਧਾਣੇ ਦੇ 2 ਭਰਾ ਫੜ ਲਏ। ਲੱਖਾ ਵੀ ਤਾਂ ਉੱਥੇ ਖੜਾ ਹੀ ਸੀ ਨਾ। ਮਤਲਬ ਕਿਸੇ ਨੂੰ ਪਰੇਸ਼ਾਨ ਕਰਨ ਦਾ ਮਤਲਬ ਇਹ ਹੁੰਦਾ, ਸਾਡੇ ਲਈ ਕਾਨੂੰਨ, ਸਾਡੇ ਲਈ ਕੇਸ, ਸਾਡੇ ਲਈ ਗ੍ਰਿਫਤਾਰੀਆਂ, ਇਹ ਤਾਂ ਡਿਗਰੀਆਂ ਸਾਡੀਆਂ। ਜੇ ਸਾਡੇ ਕੇਸ ਹੀ ਨਾ ਹੋਏ ਤਾਂ ਅੰਦੋਲਨ ਕਾਹਦਾ ਹੋਇਆ? ਸਾਡੇ ਤੇ ਮੇਰੇ ਤੇ ਵੀ ਦੇਸ਼ ਧਰੋਹ ਦਾ ਕੇਸ ਆ, 307 ਦਾ ਕੇਸ ਆ, ਸਾਡੇ 41 ਕਿਸਾਨਾਂ ਤੇ ਆ, ਲੀਡਰਾਂ ਤੇ। ਉਹਨਾਂ ਕੋਈ ਫਰਕ ਨਹੀਂ ਪੈਂਦਾ। ਜੇ ਕੋਈ ਮਹੀਨਾ ਅੰਦਰ ਜਾ ਕੇ ਆਵੇ ਮੈਂ ਬਹੁਤ ਵੱਡਾ ਬਣ ਗਿਆ, ਇਹ ਤਾਂ ਜੇ ਮੋਰਚਾ ਜਿੱਤ ਹੋ ਗਿਆ ਅਸੀਂ ਬਾਹਰ ਰਹਿ ਜਾਵਾਂਗੇ। ਜੇ ਮੋਰਚਾ ਨਾ ਜਿੱਤਿਆ ਫਿਰ ਤਾਂ ਸਾਰੀ ਸਾਨੂੰ ਅੰਦਰ ਰਹਿਣਾ ਪੈਣਾ। ਠੀਕ ਹੈ ਨਾ? ਇਹ ਮੋਰਚੇ ਹਾਰਨ ਦੇ ਨਾਲ ਦੂਜੇ ਕਈ ਕੰਮ ਹੋਣਗੇ, ਕੇਸ ਕਈ ਪੈਣਗੇ, ਕਈ ਤਰ੍ਹਾਂ ਦੇ ਕੇਸ ਪੈਣਗੇ। ਫਿਰ ਸਾਡੇ ਕਹਿਣਗੇ ਇੰਨਾ ਤੁਸੀਂ ਨੁਕਸਾਨ ਕੀਤਾ, ਪਹਿਲਾਂ ਭਰਪਾਈ ਕਰੋ, ਜ਼ਮੀਨਾਂ ਦੀ ਕੁਰਕੀ ਕਰੋ, ਸਭ ਕੁਝ ਹੋਊਗਾ। ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ। ਗ੍ਰਿਫਤਾਰੀਆਂ, ਜੇਲ੍ਹਾਂ, ਅਸੀਂ ਤਾਂ ਕਹਿੰਦੇ ਜਦੋਂ ਮਰਜ਼ੀ ਲੈ ਜਾਓ ਸਾਨੂੰ, ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰੋ। ਲੀਡਰ ਅੰਦਰ ਜਾਣਗੇ, ਉਹਦਾ ਟੌਰ ਹੀ ਬਾਣੀ ਘਟਣੀ ਤਾਂ ਹੈ ਨਹੀਂ, ਉਹਦਾ ਤਾਂ ਮੁੱਲ ਪੈਣਾ। ਤੇ ਜਿੰਨੇ ਲੋਕ ਸ਼ਹੀਦ ਹੋਏ ਆ ਆਜ਼ਾਦੀ ਲਹਿਰ ਵਿੱਚ, ਅੱਜ ਵੀ ਅਸੀਂ ਯਾਦ ਕਰਦੇ ਹਾਂ। ਬਾਬੇ ਨਾਨਕ ਨੇ ਬਾਬਾ ਦੀ ਜੇਲ੍ਹ ਕੱਟੀ ਆ, 6ਵੇਂ ਪਾਤਸ਼ਾਹ ਨੇ ਗਵਾਲੀਅਰ ਕਿਲੇ ਵਿੱਚ ਗਿਆ, 5ਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ,
ਨੌਵੇਂ ਪਾਤਸ਼ਾਹ ਸ਼ਹੀਦ ਦਿੱਤਾ, ਕਿਹੜਾ ਸੁਖੀ ਰਿਹਾ? 10ਵੇਂ ਪਾਤਸ਼ਾਹ ਸਾਰਾ ਪਰਿਵਾਰ ਹੀ ਵਾਰਤਾ। ਅੱਜ ਯਾਦ ਕਿਉਂ ਕਰਦੇ ਆ? ਕੁਰਬਾਨੀਆਂ ਕਰਕੇ। ਭਾਗ ਸਿੰਘ ਸਰਾਭੇ ਨੂੰ ਕਿਉਂ ਯਾਦ ਕਰਦੇ ਆ? ਜੇ ਭਾਗ ਸਿੰਘ ਆ ਜਿੰਦਾ ਹੁੰਦਾ ਤੇ ਅੱਜ ਇੱਥੇ ਆਪਣੀ ਦੁਨੀਆ ਥੋੜੀ ਹੋਣਾ ਸੀ ਜੀ। ਸੋ ਮੇਰਾ ਆਖਰੀ ਸਵਾਲ ਸਿੱਧੀ ਅਦਾਇਗੀ ਨੂੰ ਲੈ ਕੇ, ਪੰਜਾਬ ਦੇ ਵਿੱਚ ਅੱਜ ਤੋਂ ਖਰੀਦ ਸ਼ੁਰੂ ਹੋ ਗਈ ਹੈ ਫਸਲਾਂ ਦੀ, ਤੇ ਸਿੱਧੀ ਅਦਾਇਗੀ ਨੂੰ ਲੈ ਕੇ ਪੇਚ ਫਸਿਆ ਹੋਇਆ ਤੇ ਪੰਜਾਬ ਸਰਕਾਰ ਵੀ ਹੁਣ ਕਹਿ ਰਹੀ ਸਿੱਧੀ ਅਦਾਇਗੀ ਹੋਏਗੀ, ਆੜ੍ਹਤੀਆਂ ਨੇ ਹੜਤਾਲ ਕਰ ਦਿੱਤੀ ਹੈ। ਇਹ ਕੋਈ ਵੱਡਾ ਮਸਲਾ ਨਹੀਂਗਾ, ਇਹ ਹੱਲ ਹੋ ਜਾਣਾ। ਇਹ ਸਟੇਟ ਬੱਸ, ਇਹ ਤੁਹਾਨੂੰ ਜਿੱਦਾਂ ਦੱਸਿਆ ਸਟੈਪ ਬਾਈ ਸਟੈਪ ਪਿੱਛੇ ਹਟਦੀ ਹੈ ਸਰਕਾਰ। ਅਸੀਂ ਸਾਡੀਆਂ ਜਥੇਬੰਦੀਆਂ ਜਿਹੜੀਆਂ ਖੱਬੇ ਪੱਖੀ ਆ, ਉਹ ਪਹਿਲਾਂ ਸਿੱਧੀ ਅਦਾਇਗੀ ਦੇ ਹੱਕ ਸੀ, ਪਰ ਅੱਜ ਜੇ ਸਰਕਾਰ ਨੇ ਸਿੱਧੀ ਅਦਾਇਗੀ ਦਾ ਬਹੁਤਾ ਚਾਅ ਸੀ ਇਹਨਾਂ ਨੂੰ, ਇਹ ਜਦੋਂ ਸਰਕਾਰ ਆਈ ਉਦੋਂ ਕਿਉਂ ਨਾ ਕਰਤਾ? ਅੱਜ ਸਿੱਧੀ ਅਦਾਇਗੀ ਕਿਸਾਨ ਦੇ ਹੱਕ 'ਚ ਨਹੀਂ ਕਰ ਰਿਹਾ, ਸਾਡੇ ਤੇ ਆੜ੍ਹਤੀਆਂ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਤੁਹਾਨੂੰ ਪਹਿਲਾਂ ਦੱਸ ਕੇ ਹਟੇ, ਸਟੈਪ ਬਾਈ ਸਟੈਪ ਪਿੱਛੇ ਨੂੰ ਹਟਦੇ ਆ। ਬਾਦਲ ਸਾਹਿਬ ਦੀ ਸਰਕਾਰ ਸੀ ਪੰਜਾਬ 'ਚ, ਸਾਡੀ ਇੱਕ ਜਥੇਬੰਦੀ ਹਾਈ ਕੋਰਟ 'ਚ ਗਈ ਸੀ। ਬਾਦਲ ਸਰਕਾਰ ਤਾਂ ਚਾਹੇ ਸਿੱਧੀ ਲੈ ਲਓ, ਚਾਹੇ ਤੁਸੀਂ ਆੜ੍ਹਤੀਆਂ ਤੋਂ ਲੈ ਲਓ, ਇਹਨਾਂ ਕੀ ਫਰਕ ਪੈਂਦਾ? ਸਰਕਾਰ ਇਹ ਐਲਾਨ ਕਰਦੇ, ਜੇ ਕਿਸਾਨ ਨੂੰ ਜਿਹੜਾ ਚੰਗਾ ਲੱਗਦਾ ਕਰ ਲਵੇ। ਸਰਕਾਰ ਦੀ ਕੀ ਇਹ ਆ ਵੀ ਮੈਂ ਐਂ ਕਰਨਾ, ਮੈਂ ਐਂ ਕਰਨਾ, ਆਪਸ਼ਨ ਦੇ ਦੇ। ਜੇ ਕਿਸਾਨ ਨੂੰ ਚੰਗਾ ਲੱਗਦਾ ਆੜ੍ਹਤੀਏ ਕੋਲ ਲੈ ਲਵੇ, ਜੇ ਕਿਸਾਨ ਨੂੰ ਚੰਗਾ ਲੱਗਦਾ ਮੈਂ ਚੈੱਕ ਲੈਣਾ ਚੈੱਕ ਲੈ ਲਵੇ। ਕਿਸਾਨ ਤੇ ਜੇ ਕਿਸਾਨ ਹਮਾਇਤੀ ਤਾਂ ਇਹ ਕਿਸਾਨ ਹਮਾਇਤੀ ਨਹੀਂ, ਨਾ ਦੁਕਾਨਦਾਰ ਹਮਾਇਤੀ ਆ, ਕਿਉਂਕਿ ਆੜ੍ਹਤੀਆਂ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਆ, ਉਹਨਾਂ ਨੂੰ ਪਰੇਸ਼ਾਨ ਕਰਨ ਲਈ ਕੀਤਾ ਜਾ ਰਿਹਾ, ਸਾਡੇ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅੱਜ ਅਸੀਂ ਉਹਨਾਂ ਦੀ ਹਮਾਇਤ ਕਰ ਰਹੇ ਹਾਂ ਆੜ੍ਹਤੀਆਂ ਦੀ, ਇਸ ਕਰਕੇ ਕਿ ਅੱਜ ਇਹ ਮੰਗ, ਜਿਵੇਂ ਬਾਬੇ ਨਾਨਕ ਨੇ ਜਨੇਊ ਪਾਉਣ ਦਾ ਵਿਰੋਧ ਕੀਤਾ, ਨੌਵੇਂ ਪਾਤਸ਼ਾਹ ਜਨੇਊ ਉਤਾਰਨ ਦਾ ਵਿਰੋਧ ਕੀਤਾ, ਜ਼ਬਰ ਦੇ ਖਿਲਾਫ ਹਾਂ ਅਸੀਂ। ਇਹ ਮੰਗ 6 ਸਾਲ ਪਹਿਲਾਂ ਮੰਨੀ ਹੁੰਦੀ, ਅਸੀਂ ਇਹਦੀ ਹਮਾਇਤ ਕਰਦੇ ਸੀ। ਅੱਜ ਜੇ ਕਰਦੇ ਦਾ ਵਿਰੋਧ ਕਰ ਰਹੇ ਹਾਂ, ਕਿਉਂਕਿ ਅੱਜ ਸਾਡੇ 'ਚ ਫੁੱਟ ਪਾਉਣ। ਸੋ ਜਾਂਦੇ ਜਾਂਦੇ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੀ ਕਹਿਣਾ ਚਾਹੁੰਦੇ, ਕਿਉਂਕਿ ਤੁਸੀਂ ਸੜਕਾਂ ਤੇ ਬੈਠੇ ਹੋ, ਉਹ ਤੁਹਾਨੂੰ ਤਾਂ ਘਰਾਂ ਵਿੱਚ ਬੈਠ ਕੇ ਅੱਜ ਪੂਰੀਆਂ ਖਬਰਾਂ ਸੁਣ ਰਹੇ ਹੋਣਗੇ। ਪ੍ਰਧਾਨ ਮੰਤਰੀ ਜਿਹੜਾ ਆਪਣੇ ਪਰਿਵਾਰ ਦਾ ਨਹੀਂ ਹੋਇਆ, ਲੋਕਾਂ ਦਾ ਕਿੰਨਾ ਖਾਊਗਾ ਜੀ? ਇਸ ਤੋਂ ਬਾਅਦ ਕੀ ਕਹਿ ਸਕਦੇ ਹਾਂ? ਤਰਸ ਬੰਦੇ ਦੇ ਵਿੱਚ, ਮਨ ਦੇ ਵਿੱਚ ਤਰਸ ਹੋਣਾ ਚਾਹੀਦਾ। ਜਿਹੜਾ ਜੀਵਨ ਸਾਥੀ ਦਾ ਤਰਸ ਸੀਗਾ, ਲੋਕਾਂ ਦਾ ਤਰਸ ਕਿੰਨਾ ਹੋਣਾ ਹੈ? ਉਹਨਾਂ ਨੂੰ ਤਾਂ ਆਪਣੀ ਬੱਲੇ ਬੱਲੇ ਨਾਲ ਆ, ਹਰ ਹਰ ਮੋਦੀ, ਘਰ ਘਰ ਮੋਦੀ, ਇਹ ਤੋਂ ਬਿਨਾਂ ਕੋਈ ਨਹੀਂਗਾ। ਉਹ ਇੱਕ ਕੱਟੜਪੰਥੀ ਵਿਚਾਰਧਾਰਾ ਦਾ ਆ, ਉਹਦੀ ਮਤਲਬ ਜਿਹੜੀ ਵਿਚਾਰਧਾਰਾ ਕੱਟੜਪੰਥੀ ਆ ਵੀ ਪਿੱਛੇ ਨਹੀਂ ਮੁੜਨਾ, ਲੋਕ ਜਿੰਨੇ ਮਰਦੇ ਮਰ ਜਾਣ। ਅੰਤ ਕੀ ਨਿਕਲਦਾ ਹੁੰਦਾ? ਜਰਮਨ ਦਾ ਹਿਟਲਰ ਜਿਹੜਾ ਇਸ ਵਿਚਾਰਧਾਰਾ ਦਾ ਮੋਢੀ ਸੀਗਾ, ਯਹੂਦੀ ਕਿੰਨੇ ਸ਼ਹੀਦ ਕੀਤੇ, ਅੰਤ ਨੂੰ ਜਾਣ ਵੇਲੇ ਇਕੱਲਾ ਰਹਿ ਗਿਆ, ਖੁਦਕਸ਼ੀ ਕਰਨੀ ਪੈ ਗਈ। ਜਿਹੜਾ ਕੱਟੜਪਾਤ ਆ ਸਦਾ ਹੀ ਮਾੜਾ ਹੁੰਦਾ। ਇਹ ਡੈਮੋਕ੍ਰੇਟਿਕ ਪ੍ਰੋਸੈਸ ਹੈ ਸਾਡਾ, ਲੋਕ ਲੜ ਰਹੇ, ਆਪਣੇ ਹੱਕਾਂ ਲਈ ਲੜ ਰਹੇ ਆ, ਕੋਈ ਵਾਧੂ ਗੱਲ ਨਹੀਂ ਕਰ ਰਿਹਾ। ਘੱਟੋ ਘੱਟ ਮੁੱਲ ਮੰਗਦੇ, ਅਸੀਂ ਵੱਧ ਤਾਂ ਮੰਗਦੇ ਹੀ ਨਹੀਂ, ਵੱਧੋ ਵੱਧ ਤਾਂ ਸਾਡਾ ਹੱਕ ਤਾਂ ਮਿਲਦਾ ਨਹੀਂ ਸਾਨੂੰ। ਅਜੇ ਤਾਂ MSP ਦਾ ਮਤਲਬ ਮਿਨੀਮਮ ਸਪੋਰਟ ਪ੍ਰਾਈਸ, ਉਹ 'ਤੇ ਵੀ ਗੱਲ ਸਾਨੂੰ ਸਰਕਾਰ ਤਿਆਰ ਨਹੀਂ। ਤੇ ਇਹ ਅੰਦੋਲਨ ਇਹ ਕੋਈ ਹੁਣ ਦਿਨਾਂ ਮਹੀਨਿਆਂ ਨਾਲ ਨਹੀਂ ਮਿਣਿਆ ਜਾਣਾ, ਇਹ ਸਾਲਾਂ ਤੱਕ ਚੱਲੂਗਾ ਔਰ ਜਦ ਤੱਕ ਚੱਲੂਗਾ। ਸ਼ੁਕਰੀਆ ਗੱਲਬਾਤ ਕਰਨ ਲਈ। ਸੋ ਇਹ ਸਨ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਜੀ, ਜਿਨ੍ਹਾਂ ਦਾ ਆਖਣਾ ਹੈ ਕਿ ਨਰਿੰਦਰ ਮੋਦੀ ਜੋ ਹੈਗੇ ਨੇ ਉਹ ਕੱਟੜ ਵਿਚਾਰਾਂ ਵਾਲੇ ਹੈਗੇ ਨੇ, ਤੇ ਇਸ ਦਾ ਅੰਤ ਜਿਹੜਾ ਹੈਗਾ ਉਹਨਾਂ ਦਾ ਕਹਿਣਾ ਕਿ ਇਹ ਮਾੜਾ ਹੀ ਹੁੰਦਾ ਹੈ। ਲੋਕਤੰਤਰੀ ਢੰਗ ਦੇ ਨਾਲ ਜਿਹੜੇ ਕਿਸਾਨ ਹੈਗੇ ਨੇ ਉਹ ਇੱਥੇ ਪ੍ਰੋਟੈਸਟ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ। ਖੇਤੀ ਮੰਤਰੀ ਦਾ ਜੋ ਬਿਆਨ ਸਾਹਮਣੇ ਆਇਆ ਹੈ ਕਿ ਕਿਸਾਨ ਧਰਨੇ ਚੁੱਕਦੇ ਨੇ, ਅਸੀਂ ਗੱਲਬਾਤ ਲਈ ਤਿਆਰ ਹਾਂ। ਉਹਨਾਂ ਦਾ ਕਹਿਣਾ ਹੈ ਕਿ ਧਰਨੇ ਉਦੋਂ ਹੀ ਚੁੱਕੇ ਜਾਣਗੇ ਜੋ ਗੱਲਬਾਤ ਰਾਹੀਂ ਕੋਈ ਸਿੱਟਾ ਨਿਕਲੂਗਾ। ਇਸੇ ਕਰਕੇ ਅੰਦੋਲਨ ਉਦੋਂ ਤੱਕ ਚੱਲਦਾ ਰਹੂਗਾ ਜਿੰਨਾ ਚਿਰ ਤਿੰਨੇ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਉਹ ਕੇਂਦਰ ਸਰਕਾਰ ਰੱਦ ਨਹੀਂ ਕਰਦੀ। ਇਸ ਤੋਂ ਇਲਾਵਾ ਹੋਰ ਕਿਸਾਨ ਆਗੂਆਂ ਨੇ ਕੀ ਕੁਝ ਕਿਹਾ ਉਹ ਵੀ ਸੁਣਦੇ ਹਾਂ। ਭਰਾਵੋ, ਆਪਣਾ ਜਿਹੜਾ ਮੋਰਚਾ ਕਾਲੇ ਕਾਨੂੰਨਾਂ ਦੇ ਖਿਲਾਫ MSP ਦੀ ਗਾਰੰਟੀ ਦੀ ਖਾਤਰ ਇਹ ਬੜੇ ਡਾਢੇ ਦੁਸ਼ਮਣ ਨਾਲ ਸਾਡਾ ਪੇਚਾ ਪਿਆ ਹੋਇਆ। ਸਾਡਾ ਜਿਹੜਾ ਦੁਸ਼ਮਣ ਹੈ ਕੇਂਦਰੀ ਹਕੂਮਤ ਹੈ, ਮੋਦੀ ਹਕੂਮਤ ਹੈ, ਕੱਲੀ ਡਾਢੀ ਨਹੀਂ, ਕਮੀਨੇ ਵੀ ਹੈ ਹਾਕਮ। ਸੋ ਇਸ ਕਰਕੇ ਡਾਢੇ ਤੇ ਕਮੀਨੇ ਹਾਕਮਾਂ ਤੇ ਨਾਲ ਲੜਨ ਦੀ ਖਾਤਰ, ਉਹਨਾਂ ਨੂੰ ਹਰਾਉਣ ਦੀ ਖਾਤਰ, ਮੋਰਚਾ ਫਤਿਹ ਕਰਨ ਦੀ ਖਾਤਰ ਬਹੁਤ ਸੂਝ ਸਿਆਣਪ ਦੇ ਨਾਲ, ਬਹੁਤ ਦੂਰਅੰਦੇਸ਼ੀ ਦੇ ਨਾਲ ਚੱਲਣ ਦੀ ਲੋੜ ਹੈ। ਕੋਈ ਨਹੀਂ ਆਗੂ ਮੇਰਾ ਖਿਆਲ ਇਹੋ ਜਿਹਾ ਹੋਣਾ ਜਿਹੜਾ ਚਾਹੁੰਦਾ ਹੋਵੇ ਵੀ ਅਸੀਂ ਬਿਨਾਂ ਦੂਰਅੰਦੇਸ਼ੀ ਵਰਤੇ, ਬਿਨਾਂ ਸੂਝ ਸਿਆਣਪ ਵਰਤੇ
ਗੱਲ ਵੀ ਨੋਟ ਕਰ ਲਓ। ਉਹ ਨਾਲ ਸਾਨੂੰ ਵਾਰਨਿੰਗ ਵੀ ਅਸੀਂ ਵਾਰਨਿੰਗ ਦਿੰਦੇ ਆ ਵੀ ਅਸੀਂ ਸਿੱਖਾ ਕਰਕੇ ਅਸੀਂ ਨੁਕਸਾਨ ਨਹੀਂ ਕਰਨਾ, ਅਸੀਂ ਪੁੱਤ ਨਹੀਂ ਮਰਾਉਣੇ, ਅਸੀਂ ਗੈਰ ਕਾਨੂੰਨੀ ਕੋਈ ਕਾਰਵਾਈ ਨਹੀਂ ਕਰਨੀ। ਮੈਂ ਸਹਿਮਤ ਹੈ, ਬਿਲਕੁਲ ਸ਼ਾਂਤਮਈ ਹੋਣਾ ਚਾਹੀਦਾ, ਉਹਨਾਂ ਦਾ ਹੋਣਾ ਚਾਹੀਦਾ, ਡਿਸਪਲਿਨ ਚ ਹੋਣਾ ਚਾਹੀਦਾ। ਪਰ ਸਵਾਲ ਤਾਂ ਇਹ ਭਰਾਵਾ ਨੋਟ ਕਰੋ, ਸਾਡੀ ਡਿਕਸ਼ਨਰੀ, ਲੋਕਾਂ ਦੀ ਡਿਕਸ਼ਨਰੀ ਜਿਹੜੀ ਹਰੇਕ ਸ਼ਬਦ ਦੇ ਅਰਥ ਦੱਸਦੀ ਹੈ, ਤੇ ਹਾਕਮਾਂ ਦੀ ਡਿਕਸ਼ਨਰੀ ਜਿਹੜੀ ਹਰੇਕ ਸ਼ਬਦ ਦੇ ਅਰਥ ਦੱਸਦੀ ਹੈ, ਦੋਨਾਂ ਦੀਆਂ ਡਿਕਸ਼ਨਰੀਆਂ ਇੱਕ ਨਹੀਂ ਹੋਣਗੀਆਂ। ਮੈਂ ਇਸੇ ਨੁਕਤੇ ਤੇ ਆਪਣਾ ਟਾਈਮ ਲਾਊਂਗਾ। ਹੁਣ ਅਸੀਂ ਮਾਨ ਕੀਤਾ ਵੀ ਅਸੀਂ ਘਿਰਿਆ ਹੋਇਆ, ਬਹੁਤ ਸਖਤ ਅਸੀਂ ਇਹ ਐਕਸ਼ਨ ਕਰ ਰਹੇ ਹਾਂ ਅਸੀਂ, ਪਰ 26 ਨਵੰਬਰ ਯਾਦ ਕਰ ਲਓ ਸਾਰੇ। ਜੇ 26 ਨਵੰਬਰ ਨੂੰ ਪਹਿਲਾਂ ਸਾਡੇ ਹਰਿਆਣੇ ਵਾਲੇ ਭਰਾਵਾਂ ਨੇ 25 ਤਰੀਕ ਨੂੰ ਗੁਰਨਾਮ ਸਿੰਘ ਚਰੋਨੀ ਦੀ ਅਗਵਾਈ ਦੇ ਵਿੱਚ ਸਾਨੂੰ ਇੱਥੋਂ ਤੱਕ ਆਉਣ ਤੋਂ ਰੋਕਣ ਦੀ ਖਾਤਰ, ਸਾਨੂੰ ਆਪਣਾ ਜਮਹੂਰੀ ਹੱਕ ਹੈ ਜਿਹੜਾ ਰਾਜਧਾਨੀ ਦੇ ਵਿੱਚ ਪਹੁੰਚਣ ਦੀ ਖਾਤਰ, ਸਾਡਾ ਹੱਕ ਖੋਹਣ ਦੀ ਖਾਤਰ ਉਹਨਾਂ ਨੇ ਲੋਕਾਂ ਲਾਂਘੇ ਕੂੜ ਦੀਆਂ ਕੰਧਾਂ ਖੜੀਆਂ ਕੀਤੀਆਂ ਸਾਡੇ ਸਾਹਮਣੇ, ਤੇ ਸਾਡੇ ਭਰਾਵਾਂ ਨੇ, ਖਾਸ ਕਰਕੇ ਹਰਿਆਣੇ ਵਾਲੇ ਸਾਡੇ ਭਰਾਵਾਂ ਨੇ, ਆਗੂਆਂ ਨੇ ਮੂਹਰੇ ਲੱਗ ਕੇ ਕੂੜ ਦੀਆਂ ਕੰਧਾਂ ਤੋੜੀਆਂ, ਰੋਕਾਂ ਤੋੜੀਆਂ, ਬੈਰੀਕੇਡ ਪਾਸੇ ਕੀਤੇ, ਪਾਣੀ ਦੀਆਂ ਤੋਪਾਂ ਦੇ ਮੂੰਹ ਮੋੜੇ, ਫਿਰ ਅਸੀਂ ਇੱਥੇ ਆਏ ਹਾਂ। ਉਦੋਂ ਵੀ ਸਾਡੇ ਅੱਗੇ, ਮੇਰੇ ਅੱਗੇ ਕਈ ਕਹਿੰਦੇ ਸੀਗੇ ਵੀ ਤੁਸੀਂ ਆ ਮਾੜਾ ਕੰਮ ਕਰ ਰਹੇ ਹੋ, ਤੁਸੀਂ ਆ ਰੋਕਾਂ ਤੋੜ ਰਹੇ ਹੋ, ਤੁਸੀਂ ਬੈਰੀਕੇਡ ਚੱਕ ਰਹੇ ਹੋ, ਇਹ ਗਰਮ ਗੱਲਾਂ ਕਰ ਰਹੇ ਹੋ, ਮਾੜਾ ਕੰਮ ਕਰ ਰਹੇ ਹੋ। ਪਰ ਮੈਂ ਕਹਿਣਾ ਵੀ ਜੇ ਸਾਡੇ ਭਰਾਵਾਂ ਨੇ ਮਾੜਾ ਕੰਮ ਨਾ ਕੀਤਾ ਹੁੰਦਾ, ਗੈਰ ਕਾਨੂੰਨੀ ਕੰਮ ਨਾ ਕੀਤਾ ਹੁੰਦਾ, ਇੱਥੇ ਅਸੀਂ ਨਹੀਂ ਆ ਸਕਦੇ ਸੀਗਾ। ਜਿਹੜੇ ਅਸੀਂ ਬਾਰਡਰ ਘੇਰੇ ਹੋਏ, ਸਾਰੀਆਂ ਸੜਕਾਂ ਘੇਰੀਆਂ ਹੋਈਆਂ ਨੇ, ਸਰਕਾਰ ਨੂੰ ਵਕਤ ਪਾਇਆ ਹੋਇਆ, ਇਹ ਹਾਲਤ ਨਹੀਂ ਪੈਦਾ ਹੋਣੀ ਸੀ। ਸੋ ਉਹਨਾਂ ਨੇ ਸਾਡੇ ਤੇ, ਸਰਕਾਰ ਨੇ ਆਪਣੀ ਡਿਕਸ਼ਨਰੀ ਦੇ ਮੁਤਾਬਕ ਸਾਡੀ ਉਸ ਕਾਰਵਾਈ ਨੂੰ ਗੈਰ ਕਾਨੂੰਨੀ ਕਿਹਾ। ਗੱਲਾਂ ਗੈਰ ਕਾਨੂੰਨੀ ਨਹੀਂ ਕਿਹਾ। 307 ਦੇ ਪਰਚੇ ਦਰਜ ਕੀਤੇ ਆ ਸਾਡੇ ਕਿਸਾਨਾਂ ਤੇ ਆਗੂਆਂ ਤੇ, ਹੋਰ ਸੰਗੀਤ ਧਰਾਵਾਂ ਲਾ ਕੇ ਪਰਚੇ ਦਰਜ ਕੀਤੇ, ਐਫਆਈਆਰਾਂ ਪਈਆਂ ਨੇ ਉਹਨਾਂ ਦੀਆਂ, ਕਿਉਂਕਿ ਉਹਨਾਂ ਦੀ ਡਿਕਸ਼ਨਰੀ ਕਹਿੰਦੀ ਹੈ ਵੀ ਸਾਡਾ ਉਹ ਕਾਰਨਾਮਾ ਗੈਰ ਕਾਨੂੰਨੀ ਸੀ, ਗਲਤ ਸੀਗਾ, ਉਹ ਭੜਕਾਊ ਸੀਗਾ। ਪਰ ਸਾਡੀ ਡਿਕਸ਼ਨਰੀ ਨਹੀਂ ਕਹਿੰਦੀ। ਜੇ ਕੋਈ ਸਾਡਾ ਆਗੂ ਵੀ ਕਹਿੰਦਾ ਵੀ ਉਹ ਮਾੜਾ ਕੰਮ ਕੀਤਾ, ਫਿਰ ਸਮਝ ਲਓ ਸਾਡੀ ਡਿਕਸ਼ਨਰੀ ਨਹੀਂ ਵਰਤ ਰਿਹਾ ਲੋਕਾਂ ਦੀ, ਉਹ ਹਾਕਮਾਂ ਦੀ ਡਿਕਸ਼ਨਰੀ ਵਰਤ ਰਿਹਾ, ਉਹ ਹੁਕਮਰਾਨਾਂ ਦੀ ਡਿਕਸ਼ਨਰੀ ਵਰਤ ਰਿਹਾ। ਇਹ ਗੱਲਾਂ ਹੁਣ ਦੀ ਗੱਲ ਨਹੀਂ, ਹੁਣ ਦੇ ਹਾਕਮਾਂ ਦਾ ਸਵਾਲ ਹੀ ਨਹੀਂ। ਪਿਛਲਾ ਇਤਿਹਾਸ ਚੱਕ ਲਓ, ਖਾਸ ਕਰਕੇ ਪੰਜਾਬ ਦਾ ਇਤਿਹਾਸ ਚੱਕ ਲਓ, ਮੁਗਲਾਂ ਦੇ ਖਿਲਾਫ ਗੁਰੂਆਂ ਨੇ ਲੜਾਈ ਲੜੀ ਆ, ਉਹ ਇਤਿਹਾਸ ਚੱਕ ਲਓ। ਅੰਗਰੇਜ਼ਾਂ ਦੇ ਖਿਲਾਫ ਸਾਡੇ ਕ੍ਰਾਂਤੀਕਾਰੀਆਂ ਨੇ, ਗਦਰੀ ਬਾਬੇ ਨੇ, ਭਗਤ ਸਰਾਭੇ ਨੇ ਲੜਾਈ ਲੜੀ ਆ, ਉਹ ਇਤਿਹਾਸ ਚੱਕ ਲਓ। ਸਾਰੀਆਂ ਹਕੂਮਤਾਂ ਲੋਕਾਂ ਦੀ ਡਿਕਸ਼ਨਰੀ ਹੋ ਰਹੀ ਹੈ ਤੇ ਹਾਕਮਾਂ ਦੀ ਡਿਕਸ਼ਨਰੀ ਹੋ ਰਹੀ ਹੈ। ਪੰਜਵੇਂ ਪਾਤਸ਼ਾਹ ਜ਼ਿਕਰ ਸਾਰੀ ਗੁਰਬਾਣੀ ਨੂੰ, ਜਿਹਨੂੰ ਤੁਸੀਂ ਕਰਕੇ ਪਾਠ ਕਰਦੇ ਹੋ, ਸ਼ਾਂਤਮਈ ਸੰਦੇਸ਼ ਦੇਣ ਵਾਲੀ ਕਹਿੰਦੇ ਹੋ, ਕੁਦਰਤ ਦੇ ਕਾਨੂੰਨ ਦੀ ਸਿੱਖਿਆ ਦੇਣ ਵਾਲੀ ਜਿਹੜੀ ਬਾਣੀ ਨੂੰ ਕਹਿੰਦੇ ਹੋ, ਉਸ ਹਾਕਮਾਂ ਨੇ ਉਹਨੂੰ ਵੀ ਭੜਕਾਊ ਬਾਣੀ ਕਿਹਾ। ਜਹਾਂਗੀਰ ਨੇ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਖਤੀ ਤਵੀ ਤੇ ਬਹਾ ਕੇ ਸ਼ਹੀਦ ਕੀਤਾ, ਉਦੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਇਹ 5 ਪੀੜ੍ਹੀਆਂ ਤੋਂ ਮੈਂ ਵੇਚਦਾ ਆ ਰਿਹਾ, ਇਹ ਜਿਹੜੀ ਕੂੜ ਦੀ ਦੁਕਾਨ ਹੈ, ਇਹ ਚਲਾਉਂਦੇ ਆ ਰਹੇ ਆ। ਇਹ ਕੂੜ ਦੀ ਦੁਕਾਨ ਰਾਹੀਂ ਜਿਹੜੀ ਹੁਕੂਮਤ ਹੈ, ਮੁਗਲਿਆ ਹੁਕੂਮਤ ਹੈ, ਉਹਦੇ ਖਿਲਾਫ ਲੋਕਾਂ ਨੂੰ ਭੜਕਾਉਂਦੇ ਆ ਰਹੇ ਨੇ। ਇਸ ਕਰਕੇ ਮੈਂ ਕਿੰਨੇ ਚਿਰ ਦਾ ਉਡੀਕ ਰਿਹਾ ਸੀਗਾ ਵੀ ਇਹ ਕੂੜ ਦੀ ਦੁਕਾਨ ਜਿਹੜੀ ਗੁਰੂਆਂ ਨੇ ਸ਼ੁਰੂ ਕੀਤੀ ਹੈ, ਮੈਂ ਖਤਮ ਕਰਾਂ, ਤੇ ਹੁਣ ਮੈਂ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਕੇ ਕੂੜ ਦੀ ਦੁਕਾਨ ਖਤਮ ਕਰਤੀ ਹੈ। ਉਹਨਾਂ ਨੇ ਵੀ ਕਿਹਾ, ਤੇ ਸਾਨੂੰ ਵੀ ਜੇ ਮੇਰਾ ਕਹਿਣਾ, ਮੈਂ 3-4 ਕੋਈ ਗੁਰਬਾਣੀ ਦੀਆਂ ਇੱਥੇ ਲੈਣਾ ਸੁਣਾ ਦਿਆਂਗਾ, ਤੇ ਸਾਡੇ ਵੀ ਕਹਿ ਦੇਣਗੇ ਆਗੂ ਯਾਰ ਇਹ ਤਾਂ ਵਾਕਈ ਭੜਕਾਊ ਭਾਸ਼ਣ ਹੈ, ਇਹਦਾ ਗੁਰੂਆਂ ਨੇ ਵੀ ਤੱਤੇ ਚੱਲੇ ਆ। ਅਸੀਂ ਕਈ ਵਾਰੀ ਭੁਲੇਖੇ 'ਚ ਰਹਿੰਦੇ, ਇੱਕ ਸ਼ਬਦ ਹੈ ਸੂਰਾ
अकालिए जो लड़े दीन के हेत, पुरजा पुरजा कट मरे कबू न छाटे खेत। पहला मैनू किन्ना चिर भुलेखा रहा कि जिहड़ा इन्ना गर्म शब्द है हुकूमत के खिलाफ मजलूम लोगों को, दबे कुचले लोगों को खड़ा करने की खातर, उन्होंने च बीनस, उन्होंने च जज्बा, जिउण का जज्बा भरने की खातर एडा जिहड़ा भड़काऊ, इन्हां दी शब्द भड़काऊ बहु कहणगे, मैं तो कहूँ बेरसी शब्द है जिहड़ा मैं पहले समझदा हुंदा सीगा भी जिहड़ा बेरसी शब्द है ये शायद गुरु गोबिंद सिंह दा जां किसी होर गुरु हरगोबिंद साहिब दा जिन्हां ने जंगां लड़ियां ने शायद उन्हां दा होऊगा। पर पता लग्या भी वो भगतां दे विचों जिहड़ा सरवार भगत है, भगत कबीर जी है, उन्हां दा। सो इस करके बयान है जिहड़ा हुकूमत के खिलाफ जिहदा साडे ते डर पिया होया लोकां दे भी मोदी 56 इंच दी शक्ति वाला ये पिछे नहीं हटता, ये बहुत भैड़ा है। लोगों के कई से दहशत बनी भी हुई है। असीं उहदी दहशत नूं तोड़न दी खातर बेनसी भाषण साडा जरूरी है, फिर ही लोगों का डर चुक्या जाऊगा, फिर ही मनोबल बढ़ूगा। ये जरूरत है समय की। हाकम कहते हैं भी नहीं उहदा डर बनया रहना चाहिए 56 इंच वाले का, उहदी दहशत नहीं टुटनी चाहिए, उहदी हौमा हंकार नहीं टुटना चाहिए। पर मोदी की लोड़ है भी मोदी का हंकार 26 इंच वाले जिहड़े छातियां वाले हाकमां का हंकार चकनाचूर होवे, चकनाचूर करना पवेगा, ये तो मेरा मोर्चा के बढ़ूगा। सो मैं जिहड़ी यह गल कीती सीगी ये परिभाषावां दी गल ठीक है, जिहड़ा भड़काऊ हुंदा यह बीजेपी वाले खुद करते हैं, आरएसएस वाले खुद करते हैं, नारा लगाते हैं, एक गल्लां भड़काउंदे आ, ये हुकूमत के खिलाफ नहीं लोगों को गर्म करते, ये एक फिरके नूं दूजे फिरके के खिलाफ गर्म करते हैं, एक धार्मिक घट गिणती नूं दूजी धार्मिक घट गिणती के खिलाफ गर्म करते हैं, हाकमां के खिलाफ नहीं, एक वर्ग नूं दूजे वर्ग के खिलाफ। मिसाल के तौर पर एक नारा असीं सुनते रहे हैं, दोनों नारे में दस देने हैं, धोती टोपी जमना पार, ये नारा है, ये किसी हुकूमत के खिलाफ नहीं, ये एक वर्ग एक फिरके मतलब दूजे फिरके के खिलाफ है। जब दूजे पासे यह चलता रहा गंगा केस कड़ा कृपान तक दे आगे पाकिस्तान। सो भरावो फर्क करना चाहिए, ये है भड़काऊ भाषण, ये है लोगों के एक हिस्से को दूजे हिस्से के खिलाफ भड़का के जिहड़ा हाकमां के खिलाफ गुस्सा हैगा उहनूं ठंडा करना। इहो जिहा भाषण का इहो जिहा गर्म नारे का जरूर निखेधी होनी चाहिए है। मजदूर भरावो, मैं थोड़ा जिहा समा इस लिए बेनती करके संधू साहब नूं विच लिया, मेरी तबीयत बहुत ही ठीक नहीं सी, बहुता लंबा समा बैठना मैनूं लगदा सी भी औखा है, तां मैं बेनती की सी, नहीं तो मैं बाद च ही बोलना सी। सब तो पहला ना गल ये है कि राजेवाल साहब उन्होंने, क्योंकि मैं उहदे घेरे दे विच ही रहना, उन्होंने कानूनां तो गल शुरू की। ये लड़ाई 3 कानूनां दे खिलाफ ही शुरू हुई और इहदा जिहड़ा स्कोप है अज भी 3 कानूनां दा ही स्कोप है। ये लड़ाई नूं असीं उस तो बाहर नहीं लैके जा रहे, जिहड़े घट्टो घट्ट प्रोग्राम ते शुरू हुई अज लड़ाई उत्थे ही केंद्रित है, तो इहदा स्कोप इनू होर जिन्ना मर्जी वड्डा कर लईए तो बहुत वड्डा हो सकता है, पर उन्होंने कई बारी सामभना भी बड़ा औखा हुंदा है। जिहड़े प्रोग्राम ते लड़ाई चली पहला यही जितना है, 3 कानून ही रद्द कराने ने। दूजी बेनती यह है कि संधू साहब ने भी इंट्रोड्यूस इस तरह किया है, तो मैं अपनी गल भी उस तरह ही कहनी है। इन्हां 3 कानूनों के 3 पक्ष ने, एक लीगल है, समाजिक है तो राजनीतिक है। मैं पहले पक्ष का ही जिक्र करना, दोवां का करना नहीं, दोवां बारे भाषण बहुत होने ने। पहले बारे राजेवाला साहब ने कहा सी इको लाइन कि कानून गैर संवैधानिक है। असी 11 गेड़ की गलबात दे विच सरकार नूं बादलील कन्विंस कराया कि गैर संवैधानिक ने। वो गैर संवैधानिक किवें ने, मैं सिर्फ 2 मिनट उस ते लेने ने। साडा संविधान डॉक्टर अंबेडकर जिहदे आर्कीटैक्चर ने
ਉਹਦਾ 14 ਤਰੀਕ ਨੂੰ ਆਪਾਂ ਸਿੰਘੂ ਬਾਰਡਰ ਤੇ ਹੋਰ ਬਾਰਡਰ ਤੇ ਵੀ ਉਹਨਾਂ ਦੀ ਜਯੰਤੀ ਨੂੰ ਮਨਾਉਣਾ ਹੈ। ਉਹ ਸੰਵਿਧਾਨ ਹੈ ਜਿਹੜਾ ਅੰਗਰੇਜ਼ ਰਾਜ ਦੇ ਸਮੇਂ 1935 ਦਾ ਐਕਟ ਹੈ, ਤੁਸੀਂ ਸਾਰਿਆਂ ਨੇ ਪੜ੍ਹਿਆ, ਉਹਦੇ ਉੱਪਰ ਆਧਾਰਿਤ ਹੈ। ਉਹਦੇ ਵਿੱਚ ਦੋ ਗੱਲਾਂ ਸਨ ਕਿ ਤਾਕਤ ਹੈ ਜਿਹੜੀ ਉਹ ਦੋ ਤਰ੍ਹਾਂ ਵੰਡੀ ਹੋਈ ਸੀ, ਜਾਂ ਕੇਂਦਰ ਦੀ ਤਾਕਤ, ਦੂਜੇ ਪਾਸੇ ਸੂਬਿਆਂ ਦੀ ਤਾਕਤ। ਕਹਿਣ ਤੋਂ ਭਾਵ ਹੈ ਕਿ ਟੋਟਲ ਫੈਡਰਲ ਢਾਂਚਾ ਸੀ। ਪਰ ਜਦੋਂ ਸਾਡਾ ਸੰਵਿਧਾਨ ਬਣਿਆ 1947 ਤੋਂ 1950 ਤੱਕ, ਜਿਹੜੇ ਸੰਵਿਧਾਨ ਨੂੰ ਘੜਨ ਵਾਲੇ ਕਨਸਟੀਚਿਊਟ ਅਸੈਂਬਲੀ ਸੀ, ਉਹਦੇ ਵਿੱਚ ਜਦੋਂ ਬਹਿਸਾਂ ਹੋਈਆਂ ਤਾਂ ਉਹਨਾਂ ਨੂੰ ਇਹ ਵਾਰੇ ਨਹੀਂ ਸੀ ਖਾਂਦਾ ਕਿ ਦੇਸ਼ ਦਾ ਢਾਂਚਾ ਮੁਕੰਮਲ ਫੈਡਰਲ ਹੋਵੇ। ਉਹ ਕਹਿੰਦੇ ਅੱਧ ਪਚੱਧ ਕਰਦੇ ਹੋ ਇਸ ਨੂੰ, ਜਿਹਨੂੰ ਅੱਜ ਕੁਆਸੀ ਫੈਡਰਲ ਕਿਹਾ ਜਾਂਦਾ ਹੈ। ਉਹਦਾ ਮਾਇਨਾ ਇਹ ਹੈ ਕਿ ਇੱਕ ਤੀਜੀ ਸੂਚੀ ਵਿੱਚ ਲਾਇਆ ਹੈ, ਜਿਹਨੂੰ ਕਨਕਰੈਂਟ ਲਿਸਟ ਕਿਹਾ ਜਾਂਦਾ ਹੈ। ਉਹ ਲਿਆਉਣ ਦਾ ਮਕਸਦ ਇਹ ਸੀ ਕਿ ਸੈਂਟਰ ਨੂੰ ਐਸਾ ਅਧਿਕਾਰ ਦਈਏ, ਉਹ ਜਿੱਥੇ ਕੇਂਦਰ ਦੇ ਖਿਲਾਫ ਵੀ, ਕੇਂਦਰ ਲਈ ਵੀ ਕਾਨੂੰਨ ਬਣਾਵੇ ਤੇ ਸੂਬਿਆਂ ਦੇ ਸੰਬੰਧ ਵਿੱਚ ਵੀ ਕਾਨੂੰਨ ਬਣਾ ਸਕੇ। ਇਸ ਲਈ 1947 ਤੋਂ 1950 ਤੱਕ ਕੌਂਸਟੀਟਿਊਸ਼ਨ 'ਚ ਵਿਗਾੜ ਪਾਇਆ, ਔਰ ਵਿਗਾੜ ਪਾ ਕੇ ਜਿਹੜੀ ਤਾਕਤ ਸੀ, ਫੈਡਰਲ ਢਾਂਚਾ ਸੀ, ਉਹਨੂੰ ਕੁਆਸੀ ਫੈਡਰਲ ਬਣਾ ਦਿੱਤਾ ਕਿ ਪੂਰਾ ਫੈਡਰਲ ਰਹਿਣ ਨਹੀਂ ਦਿੱਤਾ। ਇਹ ਜਿਹੜੀ ਕਨਕਰੈਂਟ ਲਿਸਟ ਹੈ, ਅੱਜ ਸਿਆਪਾ ਇਸ ਦਾ। ਉਹਦੀ ਧਾਰਾ 33 ਦੇ ਤਹਿਤ ਇਹ ਕਾਨੂੰਨ ਤਿੰਨੇ ਬਣਾਏ ਨੇ। ਧਾਰਾ 33 ਦੀ ਵੀ ਇੱਕ ਹਿਸਟਰੀ ਹੈ ਕਿ ਜਦੋਂ 1950 'ਚ ਸੰਵਿਧਾਨ ਬਣਿਆ, ਉਦੋਂ ਧਾਰਾ 33 ਵੀ ਵਿੱਚ ਹੈ ਨਹੀਂ ਸੀ। ਇਹਨੂੰ ਵੀ 1954 ਦੇ ਵਿੱਚ ਇੱਕ ਅਮੈਂਡਮੈਂਟ ਕਰਕੇ ਲਿਆਂਦਾ ਗਿਆ, ਔਰ ਉਹ ਅਮੈਂਡਮੈਂਟ ਵੀ ਹੈ, ਉਹ ਪਹਿਲੇ 5 ਸਾਲ ਲਈ ਸੀ, ਉਸ ਤੋਂ ਬਾਅਦ ਹਟ ਜਾਣੀ ਸੀ। ਪਰ ਕੇਂਦਰ ਸਰਕਾਰ ਨੇ ਕਿਉਂਕਿ ਮਨਮਾਨੀਆਂ ਕਰਨੀਆਂ ਸੀ ਸੂਬਿਆਂ ਨਾਲ, ਸੂਬਿਆਂ ਦੇ ਅਧਿਕਾਰਾਂ ਦੇ ਛਾਪੇ ਮਾਰਨੇ ਸੀ, ਉਹ ਧਾਰਾ 354 ਨੂੰ ਹਟਾਇਆ ਨਹੀਂ, 5-5 ਸਾਲ ਵਾਧਾ ਕਰਕੇ ਉਹਨੂੰ ਅੱਜ ਤੱਕ ਕਾਇਮ ਰੱਖਿਆ ਹੈ। ਜਿੱਥੇ ਜਗ੍ਹਾ ਮਿਲਦੀ ਹੈ ਬਹਿ ਜਾਓ, ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਓ। ਇੱਕ ਵੀ ਸ਼ਬਦ ਗਲਤ ਹੋਇਆ ਤੁਸੀਂ ਮੈਨੂੰ ਨੀਵੇਂ ਥਾਂ ਕਢਿਆ ਲਿਓ। ਪਰ ਇੱਕ ਬੇਨਤੀ ਹੈ ਵੀ ਗੱਲ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਬੈਠੇ ਹੋਣ, ਫਿਰ ਮੈਂ ਗੱਲ ਸ਼ੁਰੂ ਕਰਨੀ ਹੈ। ਸਾਰੇ ਬਹਿ ਜਾਓ, ਕੋਈ ਸਾਹਮਣੇ ਖੜਾ ਨਾ ਹੋਵੇ। ਮੈਂ ਆਪਣੀ ਗੱਲ ਫੇਰ ਸ਼ੁਰੂ ਕਰਨੀ ਹੈ। ਸਾਰੇ ਪੰਡਾਲ ਨੂੰ ਖੁੱਲ੍ਹ ਹੈ ਕਿ ਜੇ ਇੱਕ ਵੀ ਸ਼ਬਦ ਗਲਤ ਹੋਇਆ, ਨਾ ਠੀਕ ਲੱਗਿਆ, ਮੈਨੂੰ ਜਿੱਥੇ ਮਰਜ਼ੀ ਘੜਿਆ ਕੇ ਮੇਰੇ ਤੋਂ ਜਵਾਬ ਪੁੱਛ ਲਿਓ। ਪਰ ਇੱਕੋ ਹੀ ਬੇਨਤੀ ਹੈ, ਬਹਿ ਜਾਓ। ਖੜਿਆਂ ਤੋਂ ਮੈਂ ਗੱਲ ਨਹੀਂ ਸ਼ੁਰੂ ਕਰਨੀ। ਨਹੀਂ ਜਾਂ ਆ ਸਾਰੇ ਬਹਿ ਜਾਓ, ਯਾਰ ਕੁਛ ਨਹੀਂ ਹੁੰਦਾ ਯਾਰ, ਕੋਈ ਗੱਲ ਨਹੀਂ। ਬੈਠੋ ਸਾਰੇ ਬੈਠੋ, ਸਾਰਿਆਂ ਦੀ ਬੇਨਤੀ ਹੈ ਬੈਠੋ, ਬਹਿ ਜਾਓ ਸਾਰੇ ਬਹਿ ਜਾਓ। ਪਹਿਲੀ ਗੱਲ, ਕੋਈ ਵੀ ਜਥੇਬੰਦੀ ਚਾਹੇ ਵੱਡੀ ਆ ਚਾਹੇ ਛੋਟੀ ਆ, ਇਕੱਲਿਆਂ ਘੋਲ ਜਿੱਤ ਨਹੀਂ ਸਕਦੀ, ਇਹ ਸੱਚਾਈ ਆ। ਦੂਸਰੀ ਗੱਲ, ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਆ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਨੇ ਜਿੱਤ ਪ੍ਰਾਪਤ ਕਰਨੀ ਹੈ। ਉਹਦੇ 'ਚ ਆਪਾਂ ਸਾਰੇ ਬਰਾਬਰ ਹਾਂ। ਗਲਤ ਆ ਜਿਹੜਾ ਸਟੇਜ ਤੋਂ ਕਿਸੇ ਨੂੰ ਵੱਡਾ ਕਿਸੇ ਨੂੰ ਛੋਟਾ ਕਹਿਣਾ। ਸਾਰੇ ਬਰਾਬਰ ਹੈ, ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ, ਸਾਰੇ ਬਰਾਬਰ ਆ। ਜ਼ਿੰਮੇਵਾਰੀਆਂ ਵੱਖਰੀਆਂ ਹੋ ਸਕਦੀਆਂ ਕਿਸੇ ਦੀਆਂ, ਪਰ ਆਪਾਂ ਸਾਰੇ ਬਰਾਬਰ ਹਾਂ। ਇੱਥੋਂ ਤੱਕ ਜਿਹੜੇ ਉਦਣ ਦੇ ਬੈਠੇ ਆ ਘੋਲ ਸ਼ਾਮਲ ਹੈ, ਉਹਨਾਂ ਦੀ ਰਾਏ ਦੀ ਵੀ ਕਦਰ ਕੀਤੀ ਜਾਣੀ ਹੈ। ਉਹਨਾਂ ਦੀ ਰਾਏ ਦੇ ਉਲਟ ਕੋਈ ਫੈਸਲਾ ਨਹੀਂ ਹੋਊਗਾ। ਬਹੁਤ ਚਿਰ ਪਹਿਲਾਂ ਮੈਂ ਸਿੰਘੂ ਬਾਰਡਰ ਦੇ ਉੱਤੇ ਕਿਹਾ ਸੀਗਾ ਕਿ ਬੇਫਿਕਰ ਹੋ, ਜੋ ਫੈਸਲਾ ਹੋਊਗਾ ਸਾਰੇ ਪੰਡਾਲ ਦੀ ਸਹਿਮਤੀ ਨਾਲ ਹੋਊਗਾ, ਅੰਦਰ ਖਾਤੇ ਚੁੱਪ ਚਪੀਤੇ ਕੋਈ ਫੈਸਲਾ ਨਹੀਂ ਹੋਊਗਾ। ਇਸ ਕਰਕੇ ਇਸ ਤੇ ਰਾਏ ਜਿਹੜੀ ਤੁਹਾਡੀ ਵੀ ਸਾਰਿਆਂ ਦੀ, ਇਕੱਲੇ ਬੁਲਾਰਿਆਂ ਦੀ ਨਹੀਂ, ਇਕੱਲੇ ਲੀਡਰਾਂ ਦੀ ਨਹੀਂ, ਤੁਹਾਡੀ ਵੀ ਸਾਰਿਆਂ ਦੀ ਰਾਏ ਵਿੱਚ ਹੈ। ਅਗਲੀ ਗੱਲ, ਇੱਕ ਤੁਸੀਂ ਸੁਣਦੇ ਰਹੇ ਆ ਕਹਾਣੀ, ਚਿੜੀ ਜੁੰਝ ਪਾਣੀ ਭਰ ਕੇ ਜੰਗਲ ਦੀ ਅੱਗ ਤੇ ਪਾਉਂਦੀ ਸੀ। ਇਹਦਾ ਕੀ ਮਤਲਬ ਹੈ
ਕਿ ਜਿਹਨੇ ਜਿੰਨਾ ਮਰਜ਼ੀ ਰੋਲ ਅਦਾ ਕੀਤਾ ਸਾਰਿਆਂ ਦਾ ਯੋਗਦਾਨ ਆ। ਇਹ ਜਿਹੜਾ ਸਾਂਝਾ ਘੋਲ ਲੰਬਾ ਚੱਲ ਰਿਹਾ ਆਪਣਾ ਸਾਰਿਆਂ ਦਾ ਯੋਗਦਾਨ ਆ, ਕੋਈ ਕਿਸੇ ਦੇ ਰੋਲ ਨੂੰ ਧੋ ਨਹੀਂ ਸਕਦਾ। ਅਗਲੀ ਗੱਲ, ਤਿੱਖਾਪਣ ਕੀ ਹੁੰਦਾ? ਤਿੱਖਾਪਣ ਵਜਨ ਕਰੇ। ਇੱਧਰ ਧਿਆਨ ਦਿਓ ਜੀ, ਬੋਲੋ ਨਾ ਕੋਈ। ਡਾਕਟਰ ਸਾਹਿਬ ਚੁੱਪ ਕਰੋ, ਬੇਨਤੀ ਹੈ ਮੇਰੀ, ਚੁੱਪ ਕਰੋ, ਬੋਲੋ ਨਾ। ਜੇ ਬਾਣੀ 'ਚ ਇਹ ਲਿਖਿਆ ਵੀ ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇ ਹੇਤ, ਇਹ ਵੀ ਲਿਖਿਆ ਵਜਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ। ਬਾਣੀ 'ਚ ਇਹ ਵੀ ਲਿਖਿਆ। ਭੈ ਕਾਹੂ ਕੋ ਦੇ ਦੇਣਾ ਨਾ ਭੈ ਮਾਨਤਾਨ, ਇਹ ਵੀ ਲਿਖਿਆ। ਨਿਰਭਉ ਨਿਰਵੈਰ, ਇਹ ਵੀ ਲਿਖਿਆ ਹੋਇਆ। ਸਮੁੱਚੀ ਬਾਣੀ ਨੂੰ ਧਿਆਨ 'ਚ ਰੱਖ ਕੇ ਫੈਸਲਾ ਲੈਣਾ ਵੀ ਅੱਜ ਦੇ ਸਾਡੇ ਇਸ ਘੋਲ ਦੇ ਵਿੱਚ ਸਾਨੂੰ ਕੀ ਦਾਅ ਪੇਚ ਅਪਣਾਉਣੇ ਚਾਹੀਦੇ ਆ, ਕੀ ਤਰੀਕੇ ਚਾਹੀਦੇ ਆ ਘੋਲ ਨੂੰ ਅੱਗੇ ਲਿਜਾਣ ਦੇ। ਪਹਿਲੀ ਗੱਲ, ਸਾਰੇ ਆਪਾਂ ਇੱਕ ਸੁਰ ਹੋ ਕੇ ਬੋਲੀਏ, ਖਾਸ ਕਰਕੇ ਲੀਡਰ ਇੱਕ ਆਵਾਜ਼ ਹੋਵੇ। ਮੋਦੀ ਤੱਕ ਕੋਈ ਇਹੋ ਜਿਹੀ ਗੱਲ ਨਾ ਜਾਵੇ ਫਲਾਨਾ ਇਹ ਕਹਿੰਦਾ ਫਲਾਨਾ ਇਹ ਕਹਿੰਦਾ। ਬਹੁਤ ਬੜੀ ਗੱਲ ਆ ਜਿਹੜੀ ਅਖਬਾਰਾਂ ਛਪੀਆਂ 15 17 ਜਾਂ ਹੋਰ ਵੰਡੀਆਂ ਨੇ, ਇਹ ਬਹੁਤ ਮਾੜੀ ਗੱਲ ਆ। ਕੋਲ ਲਮਕ ਰਿਹਾ ਉਹਦੇ, ਜਿੱਥੇ ਮੋਦੀ ਦੀਆਂ ਚਾਲਾਂ ਨੇ ਉੱਥੇ ਸਾਡੇ 'ਚ ਵੀ ਜਾਬਤੇ ਦੀ ਘਾਟ ਆ। ਜੋ ਮਰਜ਼ੀ ਕੋਈ ਬੋਲੀ ਜਾਂਦਾ, ਇਹ ਥੀ ਆਗਿਆ ਨਹੀਂ। ਇੱਕ ਆਵਾਜ਼ ਹੋ ਕੇ ਬੋਲਣਾ ਚਾਹੀਦਾ। ਦੂਸਰੀ ਗੱਲ, ਜਾਬਤਾ। ਮੈਂ ਗਲਤ ਹੋ ਸਕਦਾ, ਕੋਈ ਹੋਰ ਗਲਤ ਹੋ ਸਕਦਾ, ਪਰ ਕਿਸੇ ਨੂੰ ਇਹ ਆਗਿਆ ਨਹੀਂ ਵੀ ਇਸ ਜਿਹੜੀ ਸਟੇਜ ਆ ਇਹਦੇ 'ਚ ਕੋਈ ਇਸ ਤਰ੍ਹਾਂ ਦਾ ਹਾਲਾਤ ਪੈਦਾ ਹੋਣ ਜਿਹਦਾ ਲਾਹਾ ਮੋਦੀ ਲਵੇ। ਤੀਸਰੀ ਗੱਲ, ਦੋਏ ਤਰੀਕੇ ਆ ਲੜਨ ਦੇ। ਇੱਕ ਹਥਿਆਰ ਚੱਕ ਕੇ, ਇੱਕ ਪੁਰਅਮਨ ਸ਼ਾਂਤੀਪੂਰਵਕ। ਕੀ ਆਪਾਂ ਸਾਰੇ ਜਿਹੜੇ ਆਏ ਆ ਇੱਥੇ ਹਥਿਆਰ ਚੱਕ ਕੇ ਲੜਨ ਵਾਸਤੇ ਆਏ ਆ? ਜੇ ਨਹੀਂ ਤਾਂ ਫਿਰ ਪੁਰਅਮਨ ਸ਼ਾਂਤੀਪੂਰਵਕ ਤਰੀਕਾ। ਅਗਲੀ ਗੱਲ, ਜਾਬਤਾਬੱਧ। ਭੀੜ ਕੋਈ ਫੈਸਲਾ ਨਹੀਂ ਕਰ ਸਕਦੀ। ਜਿੰਨੇ ਘੋਲ ਅੱਜ ਤੱਕ ਜਿੱਤੇ ਆ, ਮੈਂ ਬਹੁਤ ਸਾਰੇ ਘੋਲ ਗਣਾ ਸਕਦਾ, 50 ਸਾਲ ਦਾ ਮੇਰਾ ਤਜਰਬਾ। ਜਿੰਨੇ ਘੋਲ ਜਿੱਤੇ ਆ ਉਹ ਜਾਬਤਾਬੱਧ ਰਹਿੰਦਿਆਂ ਹੋਇਆ ਘੋਲ ਜਿੱਤੇ ਆ। ਇੱਥੇ ਵੀ ਜਾਬਤਾਬੱਧ ਰਹਿਣ ਦੀ ਲੋੜ ਆ। ਇੱਕ ਹੋਰ ਗੱਲ, ਬਹੁਤ ਚਿਰ ਪਹਿਲਾਂ ਹੀ ਮੈਂ ਕਹੀ ਸੀ, ਮੋਦੀ ਦੇ ਵਿੱਚ ਹਿੰਮਤ ਨਹੀਂ ਵੀ ਸਿੱਧਾ ਆ ਕੇ ਸਾਡੇ 'ਚ ਦਖਲ ਦੇਵੇ। ਉਹ ਸ਼ਰਾਰਤਾਂ ਕਰ ਰਿਹਾ। ਹੁਣ ਕੀ ਸ਼ਰਾਰਤ ਚੱਲ ਰਹੀ ਆ? ਆਪ ਮੁਹਾਰੇ ਰੈਲੀਆਂ, ਸੰਯੁਕਤ ਮੋਰਚੇ ਦਾ ਨਾਂ ਕਰਨੀ ਮਰਜ਼ੀ, ਲੜ ਰਹੇ ਆ ਚੋਣਾਂ, ਕਰ ਰਹੇ ਆ ਤਿਆਰੀ ਚੋਣਾਂ ਦੀ। ਕਹਿੰਦੇ ਆ ਸੰਯੁਕਤ ਮੋਰਚਾ। ਉਹ ਭਰਾਵੋ, ਸੰਯੁਕਤ ਮੋਰਚਾ ਦਾ ਤਪਦੇ ਤੰਬੂਆਂ 'ਚ ਬੈਠੇ ਆ ਉਹਨਾਂ ਦਾ, ਸੜਕਾਂ 'ਤੇ ਜਿਹੜੇ ਬੈਠੇ ਆ ਸੌਂਦੇ ਆ ਉਹਨਾਂ ਦਾ। ਕਈ ਉੱਥੋਂ ਆਉਂਦੇ ਆ 10 ਕਿਲੋਮੀਟਰ ਵਾਰਦੇ ਆ ਕੇ ਮੌਜ ਨਾਲ ਉੱਥੇ ਗੱਲ ਕਰਦੇ ਆ, ਕਹਿੰਦੇ ਅਸੀਂ ਘੋਲ 'ਚ ਸ਼ਾਮਲ ਆ। ਇੱਕ ਫੈਸਲਾ ਹੋਇਆ ਸੀਗਾ ਸਾਰਿਆਂ ਦੀ ਸਰਬਸੰਮਤੀ ਨਾਲ ਕਿ ਪੰਜਾਬ ਦੇ ਵਿੱਚ ਮੁੜ ਕੇ ਮਹਾਰੈਲੀ ਨਹੀਂ ਹੋਣੀ ਚਾਹੀਦੀ। ਹਰਿਆਣੇ 'ਚ ਉਸ ਵੇਲੇ ਜ਼ਰੂਰਤ ਸੀ, ਅੱਜ ਹਰਿਆਣੇ 'ਚ ਵੀ ਜ਼ਰੂਰਤ ਨਹੀਂ ਹੈ। ਅੱਜ ਉੱਥੇ ਲੋੜ ਆ ਜਿੰਨਾ ਲੋਕਾਂ ਨੂੰ ਪਤਾ ਨਹੀਂ। ਦੇਸ਼ ਵਿਆਪੀ ਅੰਦੋਲਨ ਬਣਾਉਣ ਲਈ ਮਹਾਰੈਲੀਆਂ ਦੀ ਲੋੜ ਆ। ਇਹਦੇ ਵਿੱਚੋਂ ਕਿਸੇ ਦਾ ਚੋਣਾਂ, ਕਿਸੇ ਦਾ ਟਿਕਟਾਂ, ਜਿਹੜਾ ਇਹ ਨਿਸ਼ਾਨਾ ਨਾ, ਇਹ ਘੋਲ ਨੂੰ ਕਰਾਹੇ ਪਾਉਣ ਵਾਲਾ ਹੈ। ਤੁਸੀਂ ਬਹੁਤ ਸਾਰੀ ਗੱਲ ਸੁਣੀ ਹੈ। ਜਿਹੜੀ ਸਿੱਖਿਆ ਅਰਜਨ ਨੂੰ ਦਿੱਤੀ ਸੀ, ਉਹਨੂੰ ਮੱਛੀ ਦੀ ਅੱਖ ਦਿਖਦੀ ਸੀ। ਅੱਖ ਆਪਣੇ ਲਈ ਤਿੰਨੇ ਕਾਨੂੰਨ ਰੱਦ ਕਰਨਾ ਤੇ MSP ਲੈਣਾ ਇਹ ਆ। ਜੇ ਇਹ ਲੈ ਲਿਆ, ਬਾਕੀਆਂ ਵਾਸਤੇ ਰਾਹ ਖੁੱਲ੍ਹ ਜਾਣਾ।
संयुक्त मोर्चा जिंदाबाद, लड़दे लोग जिंदाबाद, कुल दुनिया दा करती कामा जिंदाबाद, लोक एकता जिंदाबाद, लुटेरा राज प्रबंध मुर्दाबाद, मोदी तेरी धक्केशाही नहीं चलेगी, काले कानून वापस करा के रहांगे, कुल दुनिया का करती कामा जिंदाबाद। सत्कारयोग साथियों, सारे साथियों नूं बेनती आ भी जिथे जिथे भी जगह मिलती आ उत्थे बैठ जाओ ताकि आपां सही ढंग दे नाल जिहड़ी आ स्टेज की कार्रवाई चला सकीए। सो एक सवेरे बेनती कीती आ, संचालन कमेटी का फैसला आ भी स्टेज के उत्ते जिहड़े 6 मैंबर संयुक्त मोर्चा वालों चुने गए संचालन कमेटी दे विच उही साथी बैठणगे। बाकी जिहड़ी लीडरशिप टीम है साडी सारी सत्कारयोग इत्थे मोहरे बैठूगी। सो कृपा करके क्योंकि सवेर का जाबता चलदा तो हुण भी उहो ही आ, सारे साथियों नूं बेनती आ। दूजा मैं बेनती करूँगा मास्टर राकेश कुमार जी जिन्हां ने अपना राष्ट्रपति का जिहड़ा एडवाइज दिता सी इन्हां नूं एडवाइज वो इन्होंने वापस किया। सो मैं उन्होंने बेनती करूँगा कि वो 2 मिनट लई तुहाडे नाल गल साझी करनगे। मास्टर राकेश कुमार जी, एक सूचना डॉक्टर दर्शनपाल जी तुहाडे नाल साझी करनगे, एक सूचना देनी कोई। किसान भरावो, हुणे खबर मिली है कि इत्थों कोई 80 किलोमीटर अगे जाके मेवात दे साथियों ने नाका लाउणा सी KMP दे उत्ते। वो आ रहे सी, उन्हां दे आउण तो पहलां ही जिहड़े उन्हां दे मुख लीडर सी कोई 16 या 17 रमजान चौधरी की अगवाई दे विच ला रहे सी। वो 16-17 नूं पुलिस ने गिरफ्तार कर लिया। बाकी लोग जे बाहर ने, थाणे दे बाहर बैठे ने। साडी मतलब कि संयुक्त किसान मोर्चे वालों जिहड़ी पुलिस दे वालों हरियाणा पुलिस दी नूं जिला है पैंदा जिहड़ा जिथे वो फड़े ने। सो नूं जिले की पुलिस प्रशासन नूं साडी मतलब चेतावनी है, अगर तुसीं उन्हां लोगां कुल 24 जने ने, बाकी जिहड़े लोग ने थाणे दे बाहर ने, उन्हां ते परचा दर्ज करन दी कोशिश करनगे। संयुक्त किसान मोर्चे वालों असीं नूं पुलिस नूं चेतावनी दिंदे आ कि जे तुसीं ये जोर जबरदस्ती करते हो तो ये सिट्टे माड़े निकलणगे। संयुक्त किसान मोर्चा ये लई कोई सख्त कार्रवाई करने वास्ते मजबूर होगा। तुसीं एक नारा लवा के यदि करो, नूं पुलिस मुर्दाबाद, हरियाणा पुलिस मुर्दाबाद, फड़े हुए किसान रिहा करो। धन्यवाद। सो कुल मिला के देखा जाए तो KMP के उत्ते जिहड़ा अज धरना दिता गया है ये हुण कल 8 बजे तक चलूगा तो वक्-वक् किसान लीडर भी इत्थे पुजे। पर सब का ध्यान सीगा कि लखा सिधाना की अज स्टेज तो संबोधन करूगा जां नहीं, क्योंकि जिस तरीके नाल कल गुरुद्वारा श्री मस्तूआना साहब संगरूर तो उन्हों का काफिला चलिया सी, गड्डियां का एक वड्डा काफिला उन्हों दे नाल चलिया सीगा। हरेक गड्डी के पिछे लखा सिधाना ते दीप सिद्धू के पोस्टर लगे हुए सन। पर राह दे विच आउंदियां शंभू बार्डर तक तो यह काफिला वड्डी भीड़ में आउंदा रहा, पर उस तो बाद यह काफिला हौली हौली घटदा गया तो अज लखा सिधाना इत्थे नहीं पुजे। सारे उन्होंने उड़ीकते रहे, नौजवान भी वड्डी गिनती में पुजे हुए सन कि लखा सिधाना शायद अज इत्थे आउणगे, पर लखा सिधाना ने अज दर्शन नहीं दिते। इस करके बड़ा सवाल बनया हुआ सीगा कि फिर अज के दिन लखा सिधाना कित्थे सी जिहड़े कल काफिला लैके उत्थों दी चले हुए सी। पर KMP दे उत्ते जिहड़ा इत्थे अज धरना मुजाहरा किया गया, वड्डी गिनती दे विच जिहड़े बजुर्ग नौजवान ते मातावां भैणां ते बच्चों ने भी इस धरने दे विच शमूलीयत की है। किसान आगुआं ने स्पष्ट तौर पर कहा कि जे लोड़ पई तां आने वाले समय दे विच पक्के तौर पर यह जिहड़ा हाईवे है ये जाम कर दिता जाएगा। जे ये हाईवे जाम हुंदा है तो इस नाल केंद्र सरकार जरूर हरकत दे विच आएगी, उन्होंने चिंता जरूर वध जाएगी, क्योंकि ये जिहड़ा हाईवे है ये काफ़ी रुझेवें भरिया हाईवे है। वड्डे ट्रक ट्राले इत्थों चलते हैं, कारपोरेट पूरा इस हाईवे दे नाल जुड़िया होया है। दूजे पासे गल करिए कई थावां ते कुंडली मेवात पलवल वाले पासे जिथे किसानों ने धरने दिते सी उत्थे किसानों नूं कईयां नूं उठा दिता गया, जबरी उन्होंने हिरासत दे विच भी लै लिया गया तो इसका जिहड़े किसान आगू ने उन्होंने इसका विरोध भी किया है। कुल मिला के देखा जाए तो नरेंद्र सिंह तोमर होरां दा जो बयान सामने आता है कि गलबात लई असीं तैयार हाँ, अंदोलन तुसीं खत्म कर दो।
ਕਿਸਾਨਾਂ ਦਾ ਕਹਿਣਾ ਹੈ ਕਿ ਅੰਦੋਲਨ ਤਾਂ ਹੀ ਖਤਮ ਹੋਏਗਾ ਪਹਿਲਾਂ ਗੱਲਬਾਤ ਹੋਵੇ, ਇਸ ਦਾ ਕੋਈ ਸਿੱਟਾ ਨਿਕਲੇ। ਕੇਂਦਰ ਸਰਕਾਰ ਹੁਣ ਅਗਲਾ ਰੁਖ ਕੀ ਅਪਣਾਉਂਦੀ ਹੈ, ਇਹ ਹਾਲੇ ਭਵਿੱਖ ਦੇ ਗਰਭ ਦੇ ਵਿੱਚ ਹੈ। ਹੁਣ ਕੈਮਰਾਮੈਨ ਵੇਦ ਰਾਮ ਦੇ ਨਾਲ ਮੈਨੂੰ ਅਮਨ ਮੋਹਨ ਮੋਹਜਾਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।